ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਵਾਰੀ ਫਿਰ ਆਪ ਸਭ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮ੍ਰਿਤਸਰ ਤੋਂ ਤਰਨਤਾਰਨ ਜ਼ੋਨ ਜੀ ਆਇਆਂ ਨੂੰ ਆਖਦਾ ਹੈ, ਜਿੱਥੇ ਆਪ ਜੀ ਨੇ ਆਨਲਾਈਨ ਕਵਿਤਾ ਮੁਕਾਬਲੇ ਤੇ ਸ਼ਾਮਲ ਹੋ ਕੇ ਇਸ ਮੁਕਾਬਲੇ ਦੀਆਂ ਰੌਣਕਾਂ ਵਧਾਈਆਂ ਨੇ, ਉੱਥੇ ਹੀ ਸਭ ਦਾ ਟੀਚਰ ਸਾਹਿਬਾਨ ਜਿਨ੍ਹਾਂ ਨੇ ਇਹਨਾਂ ਨਾਲ ਸਹਿਯੋਗ ਦਿੱਤਾ ਹੈ, ਬੱਚਿਆਂ ਦੇ ਮਾਤਾ-ਪਿਤਾ ਸਭ ਨੂੰ ਇੱਥੇ ਜੀ ਆਇਆਂ ਨੂੰ ਜੀ। ਕਿਉਂਕਿ ਇਹ ਮੁਕਾਬਲੇ ਜੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪਿਛਲੇ ਲਾਕਡਾਊਨ ਦੇ ਦੌਰਾਨ ਵੀ ਇਹ ਹੋਏ ਸੀ, ਕਾਫੀ ਸਾਰੇ ਬੱਚਿਆਂ ਨੇ ਹੁੰਗਾਰਾ ਦਿੱਤਾ ਸੀ, ਜਿਹਦੇ ਜਿਹੜੇ ਇਨਾਮ ਨੇ ਉਹ ਵੀ ਬੱਚਿਆਂ ਤੱਕ ਜਿਹੜੇ ਕਿ ਕੋਵਿਡ ਇੰਸਟਰਕਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਪਹੁੰਚਾਏ ਗਏ ਸੀ। ਔਰ ਇਸ ਵਾਰੀ ਵੀ ਜਿਹੜੇ ਬੱਚੇ ਜੇ ਪ੍ਰਾਈਜ਼ ਹਾਸਲ ਕਰਨਗੇ, ਪੋਜੀਸ਼ਨਸ ਹਾਸਲ ਕਰਨਗੇ, ਉਹ ਸਾਰੇ ਵਿਦਿਆਰਥੀ ਵੀ ਉਹਨਾਂ ਨੂੰ ਕੋਵਿਡ ਇੰਸਟਰਕਸ਼ਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹਨਾਂ ਦੇ ਤੱਕ ਵੀ ਇਨਾਮ ਜਿਹੜੇ ਪਹੁੰਚਾਏ ਜਾਣਗੇ। ਸੋ ਹੁਣ ਅੱਗੇ ਜੋ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਅਸੀਂ ਕੁਝ ਕੁ ਸਮੇਂ ਤੱਕ ਹੀ ਜੁੜਨਾ ਹੈ ਤੇ ਉਹਨਾਂ ਚਿਰ ਤੱਕ ਜਥੇਬੰਦਕ ਵੱਡੇ ਵੀਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਾਈਸ ਚੇਅਰਮੈਨ ਭਾਈ ਬਲਜੀਤ ਸਿੰਘ ਜੀ, ਜੋ ਆਪ ਜੀ ਦੇ ਨਾਲ ਕੁਝ ਕੁ ਸਮਾਂ ਜਿਹੜੇ ਵਿਚਾਰਾਂ ਦੀ ਸਾਂਝ ਕਰਨਗੇ। ਭਾਈ ਬਲਜੀਤ ਸਿੰਘ ਜੀ ਆਰੰਭਕ ਸ਼ਬਦ ਜਿਹੜੇ ਨੇ
ਉਹ ਆਪ ਜੀ ਦੇ ਨਾਲ ਜੋ ਸਾਂਝੇ ਕਰਨ ਜਾ ਰਹੇ ਨੇ। ਬੇਨਤੀ ਹੈ ਕਿ ਭਾਈ ਬਲਜੀਤ ਸਿੰਘ ਜਦੋਂ ਮਾਈਕ ਹੈ ਉਹ ਔਨ ਕਰ ਦਿੱਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਮਾਗਮ ਦੇ ਵਿੱਚ ਜਿਹੜੇ ਸਾਡੇ ਵਿਦਿਆਰਥੀ ਛੋਟੀ ਉਮਰ ਵਾਲੇ ਭਾਗ ਲੈ ਰਹੇ ਨੇ, ਜਿਨ੍ਹਾਂ ਨੇ ਕਵਿਤਾ ਤੇ ਭਾਸ਼ਣ ਵਿੱਚ ਭਾਗ ਲਿਆ ਵਾ, ਉਹਨਾਂ ਸਾਰੇ ਵਿਦਿਆਰਥੀਆਂ ਦਾ ਤੇ ਉਹਨਾਂ ਦੇ ਪੇਰੈਂਟਸ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਸ਼ਾਮਲ ਹੋਏ ਨੇ। ਤੇ ਇਹ ਸਾਡਾ ਜੋ ਕੰਪੀਟੀਸ਼ਨ ਹੈ, ਇਹਦਾ ਕਰਵਾਉਣ ਦਾ ਮਕਸਦ ਸਾਡਾ ਇਹ ਹੈ ਕਿ ਆਪਾਂ ਵਿਸ਼ਾਲ ਸਾਹਿਬ ਜੀ, ਆਵਾਜ਼ ਆ ਰਹੀ ਹੈ ਮੇਰੀ? ਠੀਕ ਹੈ। ਹਾਂਜੀ ਵੀਰ ਜੀ, ਆ ਰਹੀ ਆਵਾਜ਼ ਜੀ। ਠੀਕ ਹੈ ਜੀ। ਤੇ ਸਾਡਾ ਮਕਸਦ ਇਹਦਾ ਇਹ ਹੈ ਕੰਪੀਟੀਸ਼ਨ ਕਰਾਉਣ ਦਾ ਕਿ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਗੁਰੂ ਘਰ ਨਾਲ ਜੋੜਨਾ, ਗੁਰਮਤ ਨਾਲ ਜੋੜਨਾ, ਤੇ ਨਾਲੇ ਇਹਨਾਂ ਦਾ ਸਰਬਪੱਖੀ ਵਿਕਾਸ ਕਰਨਾ। ਜਿੱਥੇ ਪਿਆਰੇ ਵਿਦਿਆਰਥੀਓ ਤੁਸੀਂ ਆਪਣੀ ਪੜ੍ਹਾਈ ਕਰਦੇ ਹੋ, ਦੁਨਿਆਵੀ ਵਿੱਦਿਆ ਲੈਂਦੇ ਹੋ ਸਕੂਲਾਂ ਵਿੱਚ, ਕਾਲਜਾਂ ਵਿੱਚ, ਤੇ ਉੱਥੇ ਨਾਲ ਨਾਲ ਧਰਮ ਦੇ ਨਾਲ ਵੀ ਜੁੜੇ ਰਹਿਣਾ, ਇਹ ਵੀ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਆ, ਤਾਂ ਕਿ ਅਸੀਂ ਸਾਡਾ ਜੀਵਨ ਚੰਗਾ ਤਾਂ ਹੀ ਬਣਨਾ ਜੇ ਅਸੀਂ ਗੁਰੂ ਨਾਲ ਜੁੜੇ ਰਵਾਂਗੇ ਤੇ ਗੁਰਬਾਣੀ ਪੜ੍ਹਾਂਗੇ, ਆਪਣਾ ਇਤਿਹਾਸ ਪੜ੍ਹਾਂਗੇ, ਤੇ ਸਾਨੂੰ ਬੜੀਆਂ ਪ੍ਰੇਰਨਾਵਾਂ ਮਿਲਣਗੀਆਂ, ਸਾਨੂੰ ਜੀਵਨ ਦੀ ਜਾਚ ਆਏਗੀ ਵੀ ਕਿਸ ਤਰ੍ਹਾਂ ਆਪਾਂ ਜੀਵਨ ਬਤੀਤ ਕਰਨਾ ਹੈ, ਇਹ ਸਾਨੂੰ ਸਮਝ ਆਵੇਗੀ। ਇਸ ਕਰਕੇ ਇਹ ਕਵਿਤਾ ਭਾਸ਼ਣ ਦਾ ਮਨੋਰਥ ਸਾਡਾ ਇਹੀ ਹੈ ਕਿ ਅਸੀਂ ਆਪਣੇ ਨੌਜਵਾਨ ਪੀੜ੍ਹੀ ਨੂੰ, ਉਹਨਾਂ ਦਾ ਸਰਬਪੱਖੀ ਵਿਕਾਸ ਹੋਵੇ। ਕੇਵਲ ਉਹ ਸਕੂਲਾਂ 'ਚ ਨੰਬਰ ਲੈਣ ਤੱਕ ਸੀਮਤ ਨਾ ਰਹਿਣ, ਉਹ ਸੰਸਾਰ ਵਿੱਚ ਕੀ ਹੋ ਰਿਹਾ, ਸਾਡਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਹੈ, ਉਹਨਾਂ ਨੂੰ ਵੀ ਸਾਰਾ ਪਤਾ ਹੋਵੇ। ਅਸੀਂ ਅੱਗੇ ਜਾ ਕੇ ਕੀ ਕਰਨਾ ਆ, ਇਹਦੇ ਲਈ ਵੀ ਆਪਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਯਤਨ ਕਰਾਂਗੇ, ਕਿਉਂਕਿ 9ਵੀਂ 10ਵੀਂ ਤੋਂ ਬਾਅਦ ਬੱਚਿਆਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਉਹਨਾਂ ਨੇ ਕਿਹੜੇ ਸਬਜੈਕਟ ਲੈਣੇ ਆ, ਕਿਹੜੀ ਲਾਈਨ ਵਿੱਚ ਜਾਣਾ। ਇਹਦੇ ਨਾਲ ਸੰਬੰਧਿਤ ਵੀ ਇੱਕ ਆਪਾਂ ਸੈਮੀਨਾਰ ਰੱਖਾਂਗੇ ਕੈਰੀਅਰ ਗਾਈਡੈਂਸ ਦਾ, ਤੇ ਉਹ ਸਾਰੇ ਵਿਦਿਆਰਥੀ ਉਹਦਾ ਲਾਭ ਲੈਣ। ਤੇ ਇਸ ਛੋਟੀ ਉਮਰ 'ਚ ਜਦੋਂ ਤੁਸੀਂ ਜੁੜਦੇ ਹੋ ਗੁਰੂ ਘਰ ਨਾਲ, ਗੁਰਮਤ ਦੇ ਨਾਲ, ਤੇ ਤੁਹਾਡਾ ਹਮੇਸ਼ਾ ਲਈ ਤੁਸੀਂ ਇੱਕ ਚੰਗੇ ਇਨਸਾਨ ਬਣ ਜਾਣਾ ਹੈ। ਕਿਉਂਕਿ ਅੱਜ ਕੱਲ੍ਹ ਜਿਹੜੀਆਂ ਅਲਾਮਤਾਂ ਨੇ, ਨਸ਼ੇ ਨੇ, ਹੋਰ ਦੁਰਾਚਾਰ ਹੈ, ਸਾਡਾ ਟਾਈਮ ਵੇਸਟ ਬੜਾ ਹੁੰਦਾ ਹੈ, ਮੋਬਾਈਲਾਂ 'ਤੇ ਟਾਈਮ ਵੇਸਟ ਹੋ ਰਿਹਾ ਹੈ, ਹੋਰ ਊਲ ਜਲੂਲ ਸਿੱਖਣ 'ਤੇ ਅਸੀਂ ਬੜਾ ਟਾਈਮ ਜਾਇਆ ਕਰਦੇ ਹਾਂ। ਉਹਦੇ ਨਾਲੋਂ ਚੰਗਾ ਕਿ ਅਸੀਂ ਆਪਣਾ ਜੀਵਨ ਸਵਾਰਨ ਦੇ ਲਈ ਕੋਈ ਸਾਰਗਰ ਕਦਮ ਉਠਾਈਏ। ਤੇ ਜਿਨ੍ਹਾਂ ਵਿਦਿਆਰਥੀਆਂ ਨੇ ਇਹਦੇ ਵਿੱਚ ਭਾਗ ਲਿਆ ਹੈ, ਸਮਝੋ ਕਿ ਉਹਨਾਂ ਦੀ ਬੜੀ ਮਿਹਨਤ ਆ, ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਣਾ ਹੈ। ਤੇ ਜਿਹੜੇ ਵਿਦਿਆਰਥੀ ਪਹਿਲੇ ਜਾਂ ਦੂਜੇ ਨੰਬਰ ਤੇ ਨਹੀਂ ਆ ਸਕੇ, ਉਹਨਾਂ ਇਹ ਨਹੀਂ ਸਮਝਣਾ ਕਿ ਸਾਡੇ ਵਿੱਚ ਕੋਈ ਕਮੀ ਆ, ਕਿਉਂਕਿ ਮੰਨ ਲਓ ਜੇ ਕਿਸੇ ਦੇ 80 ਨੰਬਰ ਆਉਂਦੇ ਆ ਤੇ ਇੱਕ ਦੇ 79 ਆ, ਤੇ ਉਹ ਕੋਈ ਬਹੁਤਾ ਫਰਕ ਨਹੀਂ ਹੈ। ਜਿਨ੍ਹਾਂ ਦੇ ਨੰਬਰ ਚੰਗੇ ਆ ਗਿਆ, ਉਹਨਾਂ ਨੇ ਸੋਚਣਾ ਕਿ ਸਾਡੀ ਇੱਕ ਵੈਲਿਊ ਬਣ ਗਈ ਆ, ਸਾਡੀ ਇੱਕ ਜਗ੍ਹਾ ਬਣ ਗਈ, ਲੈਵਲ ਤੇ ਆ ਗਏ ਆ, ਉਹਦੇ ਤੋਂ ਪਿਛਾਂਹ ਨਹੀਂ ਜਾਣਾ, ਉਹਨਾਂ ਨੇ ਮਿਹਨਤ ਕਰਦੇ ਰਹਿਣਾ। ਤੇ ਜਿਹੜੇ ਉਸ ਲੈਵਲ ਤੋਂ ਪਿੱਛੇ ਰਹੇ ਆ, ਉਹਨਾਂ ਨੇ ਯਤਨ ਕਰਨਾ ਵੀ ਅਸੀਂ ਵੀ ਉਸ ਲੈਵਲ ਤੇ ਆਉਣਾ ਹੈ, ਉਹਨਾਂ ਹੋਰ ਜ਼ਿਆਦਾ ਮਿਹਨਤ ਕਰਨੀ ਆ। ਕਦੀ ਵੀ ਡਿਸਕਰੇਜ ਨਹੀਂ ਹੋਣਾ, ਜਿਹਦੇ ਨੰਬਰ ਘੱਟ ਆ ਜਾਣ ਉਹ ਡਿਸਕਰੇਜ ਨਾ ਹੋਵੇ, ਤੇ ਅਸੀਂ ਗਾਂਹ ਵਧਣ ਦੀ ਉੱਚੇ ਨਿਸ਼ਾਨੇ ਰੱਖਣੇ ਆ ਕਿ ਹਾਂ ਇੱਕ ਚੰਗੇ ਇਨਸਾਨ ਬਣਨਾ, ਤਰੱਕੀ ਕਰਨੀ ਆ, ਚੰਗੀਆਂ ਪੋਸਟਾਂ ਤੇ ਪਹੁੰਚਣਾ ਹੈ, ਸਮਾਜ ਵਿੱਚ ਅਸੀਂ ਚੰਗਾ ਨਾਮ ਬਣਾਉਣਾ ਹੈ, ਆਪਣਾ ਵੀ, ਆਪਣੀ ਕੌਮ ਦਾ ਵੀ। ਤੇ ਇੱਦਾਂ ਦੀ ਐਕਟੀਵਿਟੀ 'ਚ ਜੇ ਤੁਸੀਂ ਹਿੱਸਾ ਲੈਂਦੇ ਰਹੋਗੇ, ਗੁਰੂ ਘਰ ਨਾਲ ਜੁੜੇ ਰਹੋਗੇ, ਤੇ ਸਮਝੋ ਕਿ ਤੁਹਾਡਾ ਆਪਣਾ ਵੀ ਜੀਵਨ ਸਵਾਰਿਆ ਜਾਣਾ ਹੈ, ਤੁਹਾਡੇ ਮਾਤਾ ਪਿਤਾ ਨੂੰ ਵੀ ਸੁੱਖ ਮਿਲੇਗਾ, ਤੁਹਾਡਾ ਉਹ ਵੀ ਖੁਸ਼ ਰਹਿਣਗੇ, ਤੇ ਤੁਹਾਡਾ ਖੁਸ਼ੀਆਂ ਭਰਿਆ ਜੀਵਨ ਹੋਏਗਾ। ਕਿਉਂਕਿ ਗੁਰਮਤ ਦੇ ਨਾਲ ਜੁੜਨਾ, ਜਪਜੀ ਸਾਹਿਬ ਦਾ ਪਾਠ, ਮੈਂ ਬੇਨਤੀ ਕਰੂੰ ਕਿ ਹਰ ਵਿਦਿਆਰਥੀ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜ਼ਰੂਰ ਕਰੇ, ਕਿਉਂਕਿ ਸਾਡੀ ਤਰੱਕੀ ਦੇ ਵਿੱਚ ਜੋ ਬਖਸ਼ਿਸ਼ ਹੋਣੀ ਹੈ ਗੁਰੂ ਸਾਹਿਬ ਦੀ,
ਉਹਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਤੇ ਮੈਂ ਇਹ ਵਿਦਿਆਰਥੀਆਂ ਨੂੰ ਬੇਨਤੀ ਕਰਦਾ, ਇਹਨਾਂ ਨੂੰ ਵਧਾਈ ਵੀ ਦਿੰਦਾ ਕਿ ਤੁਸੀਂ ਇੱਕ ਚੰਗੇ ਕਾਰਜ ਵਿੱਚ ਹਿੱਸਾ ਲਿਆ, ਤੇ ਅਰਦਾਸ ਵੀ ਕਰਦਾ ਕਿ ਪ੍ਰਮਾਤਮਾ ਇਹ ਗੁਰੂ ਸਾਹਿਬ ਕਿਰਪਾ ਕਰੋ, ਇਹਨਾਂ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੋ, ਤਾਂ ਕਿ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਰਹਿਣ, ਆਪਣਾ ਜੀਵਨ ਸਫਲਾ ਬਣਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਬਲਜੀਤ ਸਿੰਘ ਜੀ, ਵਾਈਸ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਕਿ ਜਿਨ੍ਹਾਂ ਨੇ ਆਰੰਭਕ ਸ਼ਬਦਾਂ ਦੇ ਪ੍ਰੇਰਨਾਮਈ ਸ਼ਬਦਾਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਸਾਂਝ ਪਾਈ ਹੈ। ਕਿ ਜਿਹੜੀ ਉਹਨਾਂ ਨੇ ਵੀਰ ਜੀ ਹੁਣਾਂ ਨੇ ਗੱਲ ਕੀਤੀ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਸਮੇਂ-ਸਮੇਂ ਤੇ ਜਿਹੜੇ ਉਹ ਸੈਮੀਨਾਰ ਕਰਵਾਏ ਜਾਂਦੇ ਨੇ ਔਰ ਕਰਵਾਏ ਜਾਂਦੇ ਰਹਿਣਗੇ। ਦੇ ਵਿੱਚ ਪਿਛਲੀ ਵਾਰ ਵੀ ਲੋਕਡਾਊਨ ਦੇ ਸਮੇਂ ਦੇ ਦੌਰਾਨ ਕਿ ਵਿਦਿਆਰਥੀਆਂ ਵਾਸਤੇ, ਕਿ ਵਿਦਿਆਰਥੀਆਂ ਦੇ ਕਰੀਅਰ ਗਾਈਡੈਂਸ ਦੇ ਸੰਬੰਧੀ ਵਿਗਿਆਨੀ ਕਿਵੇਂ ਬਣੀਏ, ਜਿਹਦੇ ਵਿੱਚ ਪੰਜਾਬ ਭਰ ਤੋਂ ਹੀ ਜਿਹੜੇ ਵਿਦਿਆਰਥੀਆਂ ਨੇ ਉਹ ਸ਼ਮੂਲੀਅਤ ਕੀਤੀ ਸੀ ਕਿ ਅਸੀਂ ਕਿਸ ਤਰ੍ਹਾਂ ਆਪਣੀ ਪੜ੍ਹਾਈ ਦੇ ਨਾਲ 10th ਤੋਂ ਬਾਅਦ +2 ਤੋਂ ਬਾਅਦ ਕਿਵੇਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਇਸਰੋ ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੂੰ ਸੱਦ ਕੇ ਜਿਹੜਾ ਵਿਦਿਆਰਥੀ ਨਾਲ ਸਾਂਝ ਪਵਾਈ ਗਈ ਸੀ। ਕੰਪੀਟੈਂਸੀ ਬਿਲਡਿੰਗ ਦੇ ਉੱਪਰ ਜਿਹੜੇ ਉਹ ਗੱਲ ਹੋਈ ਸੀ, ਤੇ ਹੋਰ ਵੀ ਤਰ੍ਹਾਂ ਦੇ ਵਿਸ਼ੇ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਜਿਹੜੇ ਵਿਦਿਆਰਥੀਆਂ ਲਈ ਜਿਹੜੇ ਕਰਵਾਏ ਜਾਂਦੇ ਨੇ। ਸੋ ਹੁਣ ਬੇਨਤੀ ਹੈ ਕਿ ਸਾਡੇ ਅਗਲੇ ਜਿਹੜੇ ਵੀਰ ਜੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮ੍ਰਿਤਸਰ ਤਰਨਤਾਰਨ ਜ਼ੋਨ ਦੇ ਜਨਰਲ ਸਕੱਤਰ ਸਰਦਾਰ ਹਰਜਿੰਦਰ ਸਿੰਘ ਜੀ ਮਾਨਕਪੁਰਾ, ਜਿਨ੍ਹਾਂ ਨੇ ਆਪ ਸਭ ਵਿਦਿਆਰਥੀਆਂ ਦੇ ਨਾਲ ਇੱਕ ਵਿਸ਼ੇ ਦੀ ਸਾਂਝ ਕਰਨੀ ਹੈ ਚੰਦ ਹੀ ਸ਼ਬਦਾਂ ਦੇ ਵਿੱਚ, ਚੰਦ ਹੀ ਮਿੰਟਾਂ ਦੇ ਵਿੱਚ। ਉਹ ਹੈ ਕਿ ਹਾਊ ਟੂ ਓਵਰਕਮ ਲਾਈਫ ਡਿਫਿਕਲਟੀਜ਼। ਕਿ ਅੱਜ ਦੇ ਵਿਦਿਆਰਥੀ ਜੀਵਨ ਦੇ ਵਿੱਚ ਉਵੇਂ ਵੀ ਜਿਹੜੀਆਂ ਬਹੁਤ ਮੁਸ਼ਕਿਲਾਂ ਨੇ, ਲੋਕਡਾਊਨ ਦੇ ਸਮੇਂ ਦੇ ਵਿੱਚ ਵਿਦਿਆਰਥੀ ਆਪਣੇ ਆਪ ਤੇ ਇੱਕ ਬਰਡਨ ਮਹਿਸੂਸ ਕਰਦਾ ਹੈ, ਮੁਸ਼ਕਿਲਾਂ ਹੈ, ਉਹਦੇ ਵਾਸਤੇ ਜਿਹੜੀਆਂ ਕਿ ਸਾਨੂੰ ਗੁਰਬਾਣੀ ਦੇ ਵਿੱਚੋਂ ਕੀ ਫਰਮਾਨ ਨੇ ਔਰ ਸਾਡੇ ਵਾਸਤੇ ਕੀ ਹੁਕਮ ਹੈ ਕਿ ਅਸੀਂ ਉਹ ਸਾਰੀਆਂ ਗੱਲਾਂ ਨੂੰ ਜਿਹੜੀਆਂ ਅਪਣਾ ਸਕੀਏ, ਉਹਦੇ ਉੱਤੇ ਪ੍ਰੈਕਟੀਕਲ ਰੂਪ ਦੇ ਵਿੱਚ ਉਹਨੂੰ ਜੀਵਨ ਜਿਉ ਸਕੀਏ ਤੇ ਜਿਉ ਸਕੀਏ ਤੇ ਆਪਣੀ ਜਿਹੜੀਆਂ ਮੁਸ਼ਕਿਲਾਂ ਉਹਨਾਂ ਦਾ ਹੱਲ ਕਰ ਸਕੀਏ। ਸੋ ਬੇਨਤੀ ਹੈ ਕਿ ਭਾਈ ਹਰਜਿੰਦਰ ਸਿੰਘ ਜੀ ਮਾਨਕਪੁਰਾ ਨੂੰ ਕਿ ਉਹ ਹਾਊ ਟੂ ਓਵਰਕਮ ਲਾਈਫ ਡਿਫਿਕਲਟੀਜ਼ ਵਿਸ਼ੇ ਦੇ ਉੱਪਰ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮਿਊਟ ਤੇ ਵੀਰ ਜੀ ਰਿਕੁਐਸਟ ਪਾ ਦਿੱਤੀ ਹੈ ਜੀ। ਵੀਰ ਹਰਜਿੰਦਰ ਸਿੰਘ ਜੀ ਮਾਨਕਪੁਰਾ, ਉਹਨਾਂ ਨੂੰ ਅਨਮਿਊਟ ਦੀ ਰਿਕੁਐਸਟ ਪਾਈ ਹੈ ਜੀ। ਉਹ ਆਪਣਾ ਮਾਈਕ ਜਿਹੜਾ ਅਨਮਿਊਟ ਕਰ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਪਾਪਾ ਦੀ ਦੂਸਰੀ ਆਈਡੀ ਤੋਂ ਉਹਨਾਂ ਨੂੰ ਠੀਕ ਹੈ, ਕਰੋ। ਹਾਂਜੀ ਹਾਂਜੀ ਹੋ ਗਿਆ ਜੀ। ਹਾਂਜੀ ਬਹੁਤ ਧੰਨਵਾਦ ਜੀ। ਵੀਰ ਜੀ ਆਵਾਜ਼ ਆ ਰਹੀ? ਠੀਕ ਹੈ, ਹਾਂਜੀ ਵੀਰ ਜੀ, ਵਧੀਆ ਜੀ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਸ ਕਵਿਤਾ ਮੁਕਾਬਲੇ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਜੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮ੍ਰਿਤਸਰ ਤਰਨਤਾਰਨ ਜ਼ੋਨ ਵੱਲੋਂ ਜੋ ਕਵਿਤਾ ਮੁਕਾਬਲਾ ਸੀਨੀਅਰ ਵਰਗ ਤੇ ਜੂਨੀਅਰ ਵਰਗ ਦੇ ਵਿਚਕਾਰ ਕਰਵਾਇਆ ਗਿਆ ਸੀ, ਉਸ ਵਿੱਚ ਜੁੜ ਬੈਠੇ ਇਸ ਵੈਬੀਨਾਰ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਬਹੁਤ ਸਤਿਕਾਰਯੋਗ ਵਾਈਸ ਚੇਅਰਮੈਨ ਵੀਰ ਬਲਜੀਤ ਸਿੰਘ ਜੀ, ਚੀਫ ਆਰਗੇਨਾਈਜ਼ਰ ਵੀਰ ਗੁਰਚਰਨ ਸਿੰਘ ਜੀ, ਡਿਸਟ੍ਰਿਕਟ ਪ੍ਰੈਜ਼ੀਡੈਂਟ, ਐਡੀਸ਼ਨਲ ਜਨਰਲ ਸਕੱਤਰ, ਡਿਸਟ੍ਰਿਕਟ ਸੈਕਟਰੀ, ਸਾਰੇ ਹੀ ਪਿਆਰੇ ਪਿਆਰੇ ਬੱਚੇ, ਅਧਿਆਪਕ ਸਾਹਿਬਾਨ, ਬੱਚਿਆਂ ਦੇ ਮਾਤਾ ਪਿਤਾ, ਆਓ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰੂ ਪਿਤਾ ਵੱਲੋਂ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਬਹੁਤ ਵਧਾਈਆਂ ਕਿ ਤੁਸੀਂ ਬੜੇ ਸ਼ਾਰਟ ਨੋਟਿਸ ਦੇ ਵਿੱਚ, ਜਿਹੜਾ ਤੁਹਾਨੂੰ ਸ਼ਾਰਟ ਨੋਟਿਸ ਦਿੱਤਾ ਸੀ, ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਬਹੁਤ ਹੀ ਕਮਾਲ ਦੀ ਪਰਫਾਰਮੈਂਸ ਜਿਹੜੀ ਆ ਦਿੱਤੀ ਹੈ। ਕੁਝ ਕਮੈਂਟ ਜਿਹੜੇ ਮੈਨੂੰ ਜੋ ਵਿਸ਼ਾ ਮਿਲਿਆ ਹੈ ਹਾਊ ਟੂ ਓਵਰਕਮ ਲਾਈਫ ਡਿਫਿਕਲਟੀਜ਼, ਗੁਰਮਤ ਰੰਗ ਵਿੱਚ, ਗੁਰਮਤ ਪ੍ਰਪੇਖ ਵਿੱਚ ਸਾਂਝਾ ਕਰਨਾ ਹੈ ਸੀ। ਮੈਂ ਬੇਨਤੀ ਕਰਾਂ, ਮੈਂ ਹੁਣੇ ਦੇਖ ਰਿਹਾ ਸੀ ਕਰੀਬ 70-80 ਦੇ ਵਿਦਿਆਰਥੀ ਹੈ ਜਿਹੜੇ ਉਹ ਜੁਆਇਨ ਹੋ ਚੁੱਕੇ ਨੇ, ਪਰੰਤੂ ਪਿਛਲੇ ਲਾਸਟ ਤੇ ਕੁਝ 7-8 ਉਹ ਵਿਦਿਆਰਥੀ ਨੇ ਜਿਨ੍ਹਾਂ ਨੂੰ ਆਡੀਓ ਨਹੀਂ ਅਜੇ ਤੱਕ ਉਹਨਾਂ ਨੇ ਜੁਆਇਨ ਕੀਤੀ। ਕਿਰਪਾ ਕਰਕੇ ਉਹ ਜਿਹੜੀ ਆਡੀਓ ਆ ਉਹ ਜੁਆਇਨ ਕਰ ਲੈਣ।
ਔਰ ਜਦੋਂ 100 ਤੋਂ ਗਿਣਤੀ ਵੱਧਦੀ ਆ ਤਾਂ ਬਾਕੀ ਬੱਚੇ ਜਿਹੜੇ YouTube ਚੈਨਲ ਆ ਜਿਹੜਾ ਉਹਦੇ ਤੇ ਰਿਜ਼ਲਟ ਆ ਜਿਹੜਾ ਉਹ ਨਾਲ ਜਿਹੜਾ ਵਾ ਉਹ ਲਾਈਵ ਟੈਲੀਕਾਸਟ ਵੀ ਹੋ ਰਿਹਾ, ਜਿਹੜਾ ਲਿੰਕ ਸਾਰੇ ਵਿਦਿਆਰਥੀਆਂ ਨੂੰ ਵੀਰਾਂ ਵੱਲੋਂ ਭੇਜ ਦਿੱਤਾ ਗਿਆ। ਜਿਨ੍ਹਾਂ ਨੰਬਰਾਂ ਦੇ ਉੱਪਰ ਤੁਸੀਂ ਆਪਣੀਆਂ ਵੀਡੀਓਜ਼ ਭੇਜੀਆਂ ਨੇ ਉਹਨਾਂ ਨੰਬਰਾਂ ਦੇ ਉੱਪਰੋਂ ਹੀ ਤੁਹਾਨੂੰ ਜਿਹੜੇ ਆ ਉਹ ਲਿੰਕ ਭੇਜਿਆ ਵਾ, ਤੁਸੀਂ ਉਹਦੇ ਉੱਤੇ ਜਾ ਕੇ ਵੀ ਉਸ ਉੱਪਰ ਜਾ ਕੇ ਵੀ ਜੁਆਇਨ ਕਰ ਸਕਦੇ ਜੇ। ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 400 ਸਾਲਾ ਅਸੀਂ ਮਨਾ ਰਹੇ ਹਾਂ। ਅਸੀਂ ਜਦੋਂ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਦਰਸ਼ਨ ਕਰਦੇ ਹਾਂ ਤੇ ਉਸ ਪਾਵਨ ਪਵਿੱਤਰ ਦਰਸ਼ਨਾਂ ਦੇ ਵਿੱਚੋਂ ਅਸੀਂ ਵੇਖਦੇ ਹਾਂ ਕਿ ਜਿਹੜੇ ਜੀਵਨ ਦੇ ਵਿੱਚ ਜੇ ਅਸੀਂ ਵੇਖੀਏ ਵੀ ਸੰਸਾਰਕ ਤੌਰ ਤੇ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਜੀਵਨ ਦੇ ਵਿੱਚ, ਕੋਈ ਵੀ ਮਨੁੱਖ ਹੈ ਜਿਹੜਾ ਸੰਸਾਰ ਵਿੱਚ ਆਇਆ, ਹਰੇਕ ਮਨੁੱਖ ਨੂੰ ਮੁਸ਼ਕਲ ਆਉਂਦੀ ਹੈ। ਪਰ ਦੋ ਤਰ੍ਹਾਂ ਦਾ ਜੀਵਨ ਹੁੰਦਾ ਹੈ। ਇੱਕ ਦੋ ਤਰ੍ਹਾਂ ਦੇ ਲੋਕ ਹੁੰਦੇ ਆ, ਕੁਝ ਜਿਹੜੇ ਮੁਸ਼ਕਲਾਂ ਨੂੰ ਵੇਖ ਕੇ ਜਿਹੜੇ ਆ ਉਹ ਡੋਲ ਚਿੱਤ ਰਹਿੰਦੇ ਆ, ਉਹਨਾਂ ਦਾ ਉਹ ਡੋਲਦੇ ਨਹੀਂ ਆ, ਉਹ ਹਮੇਸ਼ਾ ਹੀ ਜਿਹੜਾ ਵਾ ਅਸਥਿਰ ਰਹਿੰਦੇ ਆ, ਉਹ ਸਥਿਰ ਰਹਿੰਦੇ ਆ, ਉਹਨਾਂ ਦਾ ਮਨ ਕਦੀ ਅਸਥਿਰ ਨਹੀਂ ਹੁੰਦਾ। ਤੇ ਜਿਨ੍ਹਾਂ ਦਾ ਮਨ ਅਸਥਿਰ ਨਹੀਂ ਹੁੰਦਾ ਉਹ ਵੱਡੀਆਂ ਮੁਸ਼ਕਲਾਂ ਦੇ ਅੱਗੇ ਵੀ ਜਿਹੜਾ ਵਾ ਉਹ ਪਹਾੜਾਂ ਦੀ ਤਰ੍ਹਾਂ ਚਟਾਨ ਬਣ ਕੇ ਅਗਲੇ ਪਾਸੇ ਖੜ ਜਾਂਦੇ ਆ, ਮੁਸ਼ਕਲਾਂ ਤੋਂ ਘਬਰਾਉਂਦੇ ਨਹੀਂ ਆ। ਪਰੰਤੂ ਕੁਝ ਲੋਕ ਹੈ ਉਹ ਛੋਟੀ ਜਿਹੀ ਵੀ ਮੁਸ਼ਕਲ ਜ਼ਿੰਦਗੀ ਵਿੱਚ ਆ ਜਾਂਦੀ ਹੈ, ਬਹੁਤ ਛੋਟੀ ਜਿਹੀ ਮੁਸ਼ਕਲ ਵੀ ਆ ਜਾਂਦੀ ਆ ਤੇ ਉਹ ਕਹਿ ਦਿੰਦੇ ਵੀ ਹੁਣ ਤਾਂ ਪੱਲੇ ਕੁਛ ਰਿਹਾ ਹੀ ਨਹੀਂ ਜੀ, ਬਹੁਤ ਵੱਡੀ ਮੁਸ਼ਕਲ ਹੋ ਗਈ ਆ, ਹੁਣ ਤੇ ਅਸੀਂ ਕੀ ਕਰ ਸਕਦੇ ਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਬਖਸ਼ਿਸ਼ ਕਰਦੀ ਹੈ ਸਾਨੂੰ, ਸਤਿਗੁਰ ਦਾ ਸ਼ਬਦ ਹੈ, ਅਸਤਰ ਰਹੋ ਡੋਲੋ ਮਤ ਕਬਹੂ, ਗੁਰ ਕੇ ਸ਼ਬਦ ਆਧਾਰਾ, ਗੁਰ ਕੇ ਬਚਨ ਆਧਾਰਾ। ਹੁਣ ਜੇ ਅਸੀਂ ਅਸਥਿਰ ਰਹਿਣਾ ਹੈ, ਜੇ ਸਾਡਾ ਮਨ ਅਸਥਿਰ ਆ ਤਾਂ ਅਸੀਂ ਸਥਿਰ ਰਹਿਣਾ ਹੈ, ਤੇ ਉਹ ਸਥਿਰ ਕਿਵੇਂ ਰਿਹਾ ਜਾ ਸਕਦਾ ਹੈ। ਉਹ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਵੀ ਅਸਥਿਰ ਰਹੋ ਡੋਲੋ ਮਤ ਕਬਹੂ, ਵੀ ਕਦੀ ਵੀ ਡੋਲੋ ਨਾ, ਆਪਣੇ ਮਨ ਨੂੰ ਬਿਲਕੁਲ ਸਥਿਰ ਰੱਖੋ। ਤੇ ਸਤਿਗੁਰੂ ਪਾਤਸ਼ਾਹ ਜੀ ਸਿਰਫ ਕੱਲਾ ਦੱਸਦੇ ਨਹੀਂ ਆ, ਉਸ ਚੀਜ਼ ਦੇ ਉਸ ਰੰਗ ਨੂੰ ਮਹਿਸੂਸ ਕਰਕੇ ਵੀ ਦੱਸਦੇ ਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਬਦ ਹੈ। ਪਿਆਰੇ ਵਿਦਿਆਰਥੀਓ, ਇਸ ਵੈਬੀਨਾਰ ਦੇ ਰਾਹੀਂ ਅਸੀਂ ਜੁੜ ਬੈਠੇ ਹਾਂ, ਤੁਸੀਂ ਇਤਿਹਾਸ ਗੁਰਬਾਣੀ ਪੜ੍ਹਦੇ ਜੇ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਜਾਂਦਾ ਹੈ ਮੌਕੇ ਦੀ ਹਕੂਮਤ ਵੱਲੋਂ, ਸਰਕਾਰ ਵੱਲੋਂ। ਹੁਣ ਤਵੀ ਦਾ ਸੇਕ ਤਾਂ ਹੈਗਾ ਹੈ ਨਾ, ਤਵੀ ਦੇ ਥੱਲੇ ਅੱਗ ਬਲਦੀ ਪਈ ਹੈ। ਹੁਣ ਜਿਸ ਤਵੀ ਦੇ ਥੱਲੇ ਅੱਗ ਬਲਦੀ ਪਈ ਆ ਤੇ ਅੱਗ ਦਾ ਸੁਭਾਅ ਹੈ ਗਰਮ ਕਰਨਾ, ਸੇਕ ਦੇਣਾ, ਤਪਸ਼ ਦੇਣੀ, ਉਹਨੇ ਤਪਸ਼ੀ ਦੇਣੀ ਹੈ, ਉਹਨੇ ਅੱਗ ਹੀ ਦੇਣੀ ਆ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਿਹੜੇ ਤੱਤੀ ਤਵੀ ਤੇ ਬੈਠ ਕੇ ਵੀ ਸ਼ਾਂਤ ਚਿੱਤ ਨੇ। ਕਾਰਨ ਕੀ ਹੈ? ਅਸੀਂ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਵਿੱਚੋਂ ਵੱਡੀਆਂ ਜਿਹੜੀਆਂ ਮੁਸ਼ਕਲਾਂ ਏ ਉਹਨਾਂ ਦਾ ਸਾਹਮਣਾ ਕਿਵੇਂ ਕਰਨਾ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਅਸਤਰ ਰਹੋ ਡੋਲੋ ਮਤ ਕਬਹੂ, ਤੇ ਹੱਲ ਦੱਸਦੇ ਆ, ਕਹਿੰਦੇ ਗੁਰ ਕੈ ਬਚਨ ਆਧਾਰਾ। ਜਦੋਂ ਤੂੰ ਗੁਰੂ ਦੇ ਬਚਨ, ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਫਿਰ ਨਿੱਕੀ ਮੁਸ਼ਕਲ ਵੀ, ਨੰਬਰ ਘੱਟ ਆ ਗਏ, ਮੇਰੇ ਤਾਂ ਨੰਬਰ ਘੱਟ ਆ ਗਏ। ਬਹੁਤ ਸਾਰੇ ਅਸੀਂ ਵੇਖਦੇ ਆ ਰਿਜ਼ਲਟ ਆਉਂਦੇ ਆ, ਬੱਚੇ ਕਹਿੰਦੇ ਜੀ ਮੈਂ ਤਾਂ ਟੌਪਰ ਦੀ ਲਿਸਟ 'ਚ ਨਹੀਂ ਆਇਆ, ਬੇਸ਼ੱਕ ਪੜ੍ਹਿਆ ਨਹੀਂ, ਘੱਟ ਪੜ੍ਹਿਆ ਗਿਆ, ਮਿਹਨਤ ਘੱਟ ਕੀਤੀ ਗਈ, ਪਰ ਕੀ ਕਰਨਾ ਹੈ। ਬਹੁਤ ਸਾਰੀਆਂ ਏਦਾਂ ਦੀਆਂ ਬੈਡ ਨਿਊਜ਼ ਮਿਲਦੀਆਂ ਸਾਨੂੰ, ਬੁਰੀਆਂ ਖਬਰਾਂ ਮਿਲਦੀਆਂ, ਜਿਨ੍ਹਾਂ ਵਿੱਚ ਇਹ ਗੱਲ ਕਹੀ ਜਾਂਦੀ ਵੀ ਬੱਚੇ ਨੇ ਸੁਸਾਈਡ ਕਰ ਲਿਆ ਜੀ। ਕਿਉਂ ਕਰ ਲਿਆ ਜੀ? ਉਹਨੇ ਕੋਠੇ ਦੀ ਛੱਤ ਤੋਂ ਛਾਲ ਮਾਰ ਦਿੱਤੀ। ਕਿਉਂ ਮਾਰ ਦਿੱਤੀ ਜੀ? ਨੰਬਰ ਘੱਟ ਆ ਗਏ, ਉਹਦਾ ਮੈਰਿਟ ਵਿੱਚ ਨਾਮ ਨਹੀਂ ਆਇਆ। ਤੇ ਸਤਿਗੁਰੂ ਜੀ ਕਹਿੰਦੇ ਆ ਵੀ ਇਹ ਕਦੋਂ ਹੁੰਦਾ ਹੈ, ਸਾਰਾ ਕੁਝ ਕਦੋਂ ਹੁੰਦਾ ਹੈ? ਜਦੋਂ ਮੁਸ਼ਕਲਾਂ ਸਾਨੂੰ ਵੱਡੀਆਂ ਲੱਗਣ ਲੱਗ ਪੈਂਦੀਆਂ, ਸਾਡਾ ਮਨ ਅਸਥਿਰ ਨਹੀਂ ਹੈਗਾ। ਹਾਊ ਟੂ ਰਿਮੂਵ ਡਿਫਿਕਲਟੀਜ਼ ਇਨ ਲਾਈਫ, ਅਸੀਂ ਆਪਣੀ ਜ਼ਿੰਦਗੀ ਵਿੱਚੋਂ ਮੁਸ਼ਕਲਾਂ ਨੂੰ ਦੂਰ ਕਿਵੇਂ ਕਰ ਸਕਦੇ ਹਾਂ? ਜਿੰਨਾ ਸਾਡਾ ਮਨ ਅਸਥਿਰ ਹੋਵੇਗਾ, ਡੋਲਦਾ ਹੋਵੇਗਾ, ਸਥਿਰ ਨਾ ਹੋਵੇਗਾ। ਮੈਂ ਐਗਜ਼ਾਮਪਲ ਸਾਂਝੀ ਕਰਾਂ, ਕੋਈ ਬੱਚਾ ਤੁਹਾਡੇ ਵਿੱਚੋਂ ਸਮੁੰਦਰ ਦੇ ਕੰਢੇ ਤੇ ਗਿਆ ਹੋਵੇ, ਤਾਂ ਸਮੁੰਦਰ ਦੇ ਕੰਢੇ ਤੇ ਵੇਖਿਆ ਹੋਵੇ, ਜਾਂ ਟੀਵੀ ਵਿੱਚ ਵੇਖਿਆ ਹੋਵੇ, ਮੋਬਾਈਲ 'ਚ ਵੇਖਿਆ ਹੋਵੇ, ਅੱਜ ਕੱਲ ਸਾਰਾ ਕੁਝ ਹੀ ਮੋਬਾਈਲ 'ਚ ਸਰਚ ਕੀਤਾ ਲੱਭ ਜਾਂਦਾ। ਆਪਾਂ ਵੇਖਦੇ ਹਾਂ ਵੀ ਜਿਹੜਾ ਸਮੁੰਦਰ ਹੁੰਦਾ ਨਾ, ਸਾਗਰ, ਉਹਦੀਆਂ ਉੱਪਰਲੀਆਂ ਜਿਹੜੀਆਂ ਸਤਹਾਂ ਹੁੰਦੀਆਂ, ਉਹਨਾਂ ਉੱਪਰਲੀਆਂ ਤਹਿਆਂ 'ਚ ਉੱਪਰਲਾ ਜਿਹੜਾ ਪਾਣੀ ਹੁੰਦਾ ਨਾ ਦਿਨੇ ਤੇ ਨਾ ਰਾਤ, ਉਹ ਬੜੀਆਂ ਉੱਚੀਆਂ ਉੱਚੀਆਂ ਛੱਲਾਂ ਵੱਜਦੀਆਂ ਰਹਿੰਦੀਆਂ। ਉਹ ਸਥਿਰ ਨਹੀਂ ਹੁੰਦਾ, ਅਸਥਿਰ ਹੁੰਦਾ ਏ। ਹੁਣ ਕੀ ਮੰਨ ਲਿਆ ਜਾਵੇ ਵੀ ਜਿਹੜਾ ਸਮੁੰਦਰ ਆ ਇਹ ਬੇਚੈਨ ਆ, ਇਹ ਅਡੋਲ ਆ, ਇਹ ਡੋਲ ਰਿਹਾ ਏ। ਪਰ ਜਿਹੜੇ ਸਮੁੰਦਰ ਦੀਆਂ ਹੇਠਲੀਆਂ ਗਹਿਰਾਈਆਂ ਤੇ ਪਹੁੰਚਦੇ ਆ,
ਉਹ ਵੇਖਦੇ ਆ ਉਹ ਜਿੰਨਾ ਉੱਪਰਲੇ ਪਾਸਿਓਂ ਅਸ਼ਾਂਤ ਹੈ, ਉਹ ਉਨਾ ਹੀ ਜ਼ਿਆਦਾ ਥੱਲੜੇ ਪਾਸਿਓਂ ਹੇਠਲੀਆਂ ਸਤਹਾਂ ਤੇ ਜਾ ਕੇ ਸ਼ਾਂਤ ਹੈ। ਉੱਪਰ ਕਿਹੜੇ ਤੂਫਾਨ ਆਉਂਦੇ ਆ, ਉੱਪਰ ਕਿਹੜੀਆਂ ਹਵਾਵਾਂ ਚੱਲ ਰਹੀਆਂ, ਪੌਣਾ ਚੱਲ ਰਹੀਆਂ, ਜਿਨ੍ਹਾਂ ਦੇ ਨਾਲ ਪਾਣੀ ਜਿਹੜਾ ਵਾ ਉਹ ਛੱਲਾਂ ਦਾ ਰੂਪ ਜਿਹੜਾ ਲੈ ਰਿਹਾ, ਉਹ ਜਦੋਂ ਹੇਠਲੀਆਂ ਸਤਹਾਂ ਤੇ ਜਾ ਕੇ ਵੇਖਦੇ ਆ ਤੇ ਉੱਥੇ ਕੀ ਹੁੰਦਾ ਹੈ, ਉਹ ਬਿਲਕੁਲ ਸ਼ਾਂਤ ਆ, ਉੱਥੇ ਪਤਾ ਹੀ ਨਹੀਂ ਉੱਪਰਲੇ ਪਾਸੇ ਕੀ ਹੋ ਰਿਹਾ। ਕਹਿਣ ਤੋਂ ਭਾਵ ਜਦੋਂ ਤੱਕ ਅਸੀਂ ਮਨ ਦੀ ਗਹਿਰਾਈ ਦੇ ਅੰਦਰ ਆਪ ਪਛਾਣਿਆ ਨਹੀਂ ਆ, ਅੰਦਰ ਮਨ ਨੂੰ ਅਸੀਂ ਸਮਝਿਆ ਨਹੀਂ ਆ ਵੀ ਮੁਸ਼ਕਲਾਂ ਇਹ ਸਾਡੇ ਜ਼ਿੰਦਗੀ ਦਾ ਅੰਗ ਆ। ਅਸੀਂ ਮੁਸ਼ਕਲਾਂ, ਜਦੋਂ ਕੋਈ ਮੁਸ਼ਕਲ ਆ ਗਈ ਤਾਂ ਅਸੀਂ ਉਸ ਮੁਸ਼ਕਲ ਦੇ ਅੱਗੇ ਜਦੋਂ ਆਪਣੇ ਆਪ ਨੂੰ ਢਹਿ ਢੇਰੀ ਕਰ ਦਿੱਤਾ, ਉਹ ਮੁਸ਼ਕਲ ਸਾਡੇ ਉੱਪਰ ਆ ਜਾਵੇਗੀ, ਸਾਡੇ ਉੱਪਰ ਹੈਵੀ ਹੋ ਜਾਵੇਗੀ, ਸਾਡੀ ਜ਼ਿੰਦਗੀ ਨੂੰ ਖਤਮ ਕਰ ਦੇਵੇਗੀ, ਜ਼ਿੰਦਗੀ ਦੀ ਲੀਲਾ ਖਤਮ ਕਰ ਦੇਵੇਗੀ। ਕਦੋਂ? ਜਦੋਂ ਮੁਸ਼ਕਲ ਨੂੰ ਅਸੀਂ ਵੱਡੀ ਕਰ ਲਿਆ, ਜਦੋਂ ਅਸੀਂ ਸਾਡਾ ਮਨ ਸ਼ਾਂਤ ਚਿੱਤ ਹੋ ਗਿਆ। ਮਹਾਤਮਾ ਬੁੱਧ ਜੀ ਆਪਣੇ ਪੈਰੋਕਾਰਾਂ ਨੂੰ ਇਹੀ ਗੱਲ ਕਹਿੰਦੇ ਸੀ ਵੀ ਜੇ ਤੁਸੀਂ ਸਮਾਜ ਵਿੱਚ ਵਿਚਰਨਾ ਹੈ, ਤੁਸੀਂ ਚੰਗੇ ਇਨਸਾਨ ਬਣਨਾ ਹੈ, ਤੇ ਆਪਣੇ ਮਨ ਨੂੰ ਜਿਹੜਾ ਨਾ ਉਹ ਬਿਲਕੁਲ ਸਥਿਰ ਰੱਖੋ, ਤੁਹਾਡਾ ਮਨ ਡੋਲੇ ਨਾ ਕਦੀ। ਤੇ ਸਾਹਿਬ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਹੈ ਜਿਹੜੀ, ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ, ਉਹ ਸਾਨੂੰ ਕੀ ਪ੍ਰੇਰਨਾ ਦਿੰਦੀ ਹੈ, ਸਾਨੂੰ ਕੀ ਸਿਧਾਂਤ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਉਹ ਪ੍ਰਮਾਤਮਾ ਇੱਕ ਹੈ, ਉਹ ਕਿਸੇ ਦਾ ਬੁਰਾ ਨਹੀਂ ਕਰਦਾ। ਕਈ ਵਾਰੀ ਨਿੱਕੀ ਮੁਸ਼ਕਲ ਆ ਜਾਂਦੀ, ਹੁਣ ਕਈਆਂ ਬੱਚਿਆਂ ਦੇ ਨਾ ਮਨ ਵਿੱਚ ਆਉਣਾ ਹੈ, ਲੈ ਮੇਰੀ ਤੇ ਕਵਿਤਾ ਬੜੀ ਵਧੀਆ ਸੀ, ਮੇਰੀ ਤਾਂ ਫਸਟ ਪੋਜੀਸ਼ਨ ਆਈ ਨਹੀਂ, ਮੇਰੀ ਤਾਂ ਸੈਕੰਡ ਨਹੀਂ ਆਈ, ਮੈਂ ਤਾਂ ਵਧੀਆ ਬੋਲਿਆ, ਮੇਰੀ ਪੋਜੀਸ਼ਨ ਤਾਂ ਕੋਈ ਵੀ ਨਹੀਂ ਆਈ, ਮੈਂ ਨਹੀਂ ਅੱਜ ਤੋਂ ਬਾਅਦ ਭਾਗ ਲੈਣਾ। ਕੋਈ ਵੀ ਸਟੱਡੀ ਸਰਕਲ ਦਾ ਲਿੰਕ ਆਵੇ, ਸਕੂਲ ਦਾ ਆਵੇ, ਮੈਂ ਨਹੀਂ ਕਿਸੇ ਕੰਪੀਟੀਸ਼ਨ 'ਚ ਭਾਗ ਲੈਣਾ। ਕਿਉਂ ਹੋਵੇਗਾ? ਜੇ ਸਾਡਾ ਮਨ ਸਥਿਰ ਨਹੀਂ ਹੈ। ਤੇ ਜੇ ਮਨ ਸਥਿਰ ਹੈ ਤੇ ਫਿਰ ਪਤਾ ਮਨ ਨੇ ਕੀ ਕਹਿਣਾ, ਕੋਈ ਗੱਲ ਨਹੀਂ, ਉਹਨੇ ਵਧੀਆ ਕੀਤਾ ਹੈ, ਕੋਈ ਗੱਲ ਨਹੀਂ, ਉਹਨੇ ਵਧੀਆ ਕੀਤਾ, ਮੈਂ ਇਸ ਤੋਂ ਵੀ ਵਧੀਆ ਅਗਲੇ ਪਾਸੇ ਮਿਹਨਤ ਕਰਾਂਗਾ। ਉਸ ਬੱਚੇ ਦੀ ਕਲਾਸ 'ਚ ਨੰਬਰ ਵਧੀਆ ਆ ਗਏ ਆ, ਹੋ ਸਕਦਾ ਉਹਦੇ ਨੰਬਰ ਇਸ ਕਰਕੇ ਵਧੀਆ ਆਏ, ਮੇਰੇ ਤਾਂ ਨਹੀਂ ਆਏ, ਮੇਰੇ ਗ੍ਰਹਿਣ ਕਰਨ ਦੇ ਵਿੱਚ ਫਰਕ ਰਹਿ ਗਿਆ ਹੋਵੇ, ਮੈਂ ਵਧੀਆ ਤਰੀਕੇ ਨਾਲ ਟੀਚਰ ਨੂੰ ਫੋਲੋ ਨਾ ਕੀਤਾ ਹੋਵੇ, ਜੋ ਅਧਿਆਪਕ ਨੇ ਪੜ੍ਹਾਇਆ ਸੀ ਮੈਂ ਉਹਨੂੰ ਵਧੀਆ ਨਹੀਂ। ਕਿਉਂਕਿ ਅਧਿਆਪਕ, ਗੁਰੂ ਵੀ ਇਸੇ ਤਰ੍ਹਾਂ ਬਖਸ਼ਿਸ਼ ਕਰਦਾ ਹੈ, ਜਿਵੇਂ ਅਧਿਆਪਕ ਇੱਕ ਕਲਾਸ ਦੇ ਵਿੱਚ ਪੜ੍ਹਾਉਂਦਾ ਹੈ ਤੇ ਉਹ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਲੈਕਚਰ ਦਿੰਦਾ ਹੈ, ਇੱਕੋ ਜਿਹਾ ਲੈਸਨ ਬਲੈਕ ਬੋਰਡ ਤੇ ਕਰਕੇ ਵਿਖਾਉਂਦਾ ਹੈ। ਪਰ ਹੁਣ ਗ੍ਰਹਿਣ ਕਰਨ ਦੀ ਤਾਕਤ ਹੈ ਨਾ, ਕਿਸੇ ਦੀ ਵੱਧ ਹੈ, ਉਹਦੇ 90% ਆ ਗਏ, ਕਿਸੇ ਦੇ 90 ਪਲੱਸ ਆ ਗਏ, ਹੁਣ ਕਿਸੇ ਦੇ 70% ਆ ਗਏ, ਕੋਈ 32 33% ਤੇ ਵੀ ਰਹਿ ਗਏ, ਕੁਝ ਫੇਲ ਵੀ ਹੋ ਗਏ। ਗ੍ਰਹਿਣ ਕਰਨ ਦੀ ਤਾਕਤ ਹੈ। ਬਾਰਿਸ਼ ਹੁੰਦੀ ਆ, ਬਾਰਿਸ਼ ਸਾਰੀ ਧਰਤੀ ਤੇ ਇੱਕੋ ਜਿਹੀ ਹੁੰਦੀ ਹੈ, ਸਾਰੀ ਧਰਤੀ ਤੇ ਇੱਕੋ ਜਿਹੀ ਹੁੰਦੀ ਹੈ। ਬਾਰਿਸ਼ ਇਹ ਸੋਚ ਕੇ ਕਦੀ ਮੀਂਹ ਨਹੀਂ ਪੈਂਦਾ ਵੀ ਮੈਂ ਇਸ ਧਰਤੀ ਨੂੰ ਉਪਜਾਊ ਦੇ ਬਣਾਉਣਾ ਹੈ ਤੇ ਇਸ ਧਰਤੀ ਨੂੰ ਮੈਂ ਬੰਜਰ ਬਣਾਉਣਾ ਹੈ। ਬਾਰਿਸ਼ ਇੱਕੋ ਜਿਹੀ ਹੋਈ ਆ। ਹੁਣ ਗ੍ਰਹਿਣ ਕਰਨ ਦੀ ਤਾਕਤ ਉਸ ਧਰਤੀ 'ਚ ਆ। ਗੁਰੂ ਸਾਹਿਬ ਜੀ ਨੇ ਜਿਹੜਾ ਸਾਨੂੰ ਉਪਦੇਸ਼ ਦਿੱਤਾ ਹੈ, ਹਿੰਦੂ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਾਰਿਆਂ ਵਾਸਤੇ ਉਪਦੇਸ਼ ਦਿੱਤਾ ਹੈ। ਕੋਈ ਮੰਨੀ ਜਾਵੇ ਵੀ ਇਹ ਮੈਂ ਤੇ ਉਪਦੇਸ਼ ਨੂੰ ਅਸੀਂ ਤਾਂ ਮੰਨਣਾ ਨਹੀਂ। ਹੁਣ ਗੁਰੂ ਦਾ ਉਪਦੇਸ਼ ਸਾਰਿਆਂ ਲਈ, ਬਖਸ਼ਿਸ਼ ਗੁਰੂ ਦੀ ਪਰਮਾਤਮਾ ਦੀ ਸਾਰਿਆਂ ਲਈ ਇੱਕੋ ਜਿਹੀ ਹੈ। ਪਰ ਜੇ ਸਾਡਾ ਮਨ ਅੰਦਰੋਂ ਸਥਿਰ ਨਾ ਹੋਵੇਗਾ ਤੇ ਸਾਡੀਆਂ ਮੁਸ਼ਕਲਾਂ ਵਧਣਗੀਆਂ। ਜਦੋਂ ਅਸੀਂ ਮਨ ਸਾਡਾ ਸਥਿਰ ਹੋ ਗਿਆ ਤੇ ਸਾਨੂੰ ਭਰੋਸਾ ਹੋ ਗਿਆ, ਸਭ ਤੋਂ ਵੱਡੀ ਬਾਤ ਹੈ ਭਰੋਸਾ। ਸਿੱਖ ਅਰਦਾਸ ਕਰਦਾ ਨਾ, ਕਹਿੰਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ ਤੇ ਭਰੋਸਾ ਦਾਨ। ਹੁਣ ਸਿੱਖ ਭਰੋਸਾ ਦਾਨ ਕਿਉਂ ਮੰਗਦਾ ਹੈ? ਗੁਰੂ, ਇਹ ਸਾਡੀ ਅਰਦਾਸ ਦੀਆਂ ਪੰਕਤੀਆਂ ਕਿਉਂ ਆ? ਕਿਉਂਕਿ ਅਸੀਂ ਭਰੋਸਾ ਲੈਣਾ ਹੈ ਗੁਰੂ ਤੋਂ। ਤੇ ਜਦੋਂ ਸਾਨੂੰ ਗੁਰੂ ਤੇ ਭਰੋਸਾ ਹੋ ਗਿਆ ਨਾ, ਆਪਾਂ ਜਦੋਂ ਨਿੱਕੇ ਨਿੱਕੇ ਸੀ, ਹੁਣ ਤੁਸੀਂ ਵੱਡੀਆਂ ਕਲਾਸਾਂ 'ਚ ਜੇ, ਜੂਨੀਅਰ ਵਾਲੇ ਛੋਟੀਆਂ ਕਲਾਸਾਂ ਦੇ ਵਿੱਚ ਆ, ਜਦੋਂ ਆਪਾਂ ਛੋਟੇ ਹੁੰਦੇ ਸੀ, ਮੈਂ ਆਪਣੇ, ਜਦੋਂ ਅਸੀਂ ਆਪਣੇ ਪਾਪਾ ਨਾਲ ਮੇਲੇ ਜਾਂਦੇ ਸੀ ਹਨਾ, ਬੜੀ ਭੀੜ ਹੁੰਦੀ ਸੀ, ਪਾਪਾ ਨੇ ਸਾਡੀ ਉਂਗਲੀ ਫੜੀ ਹੋਈ ਆ, ਅਸੀਂ ਬੇਫਿਕਰ ਹੋ ਕੇ ਤੁਰੇ ਜਾਂਦੇ ਆ, ਕੋਈ ਪਰਵਾਹ ਨਹੀਂ ਆ। ਪਤਾ ਕਿਉਂ? ਪਤਾ ਵੀ ਪਾਪਾ ਨੇ ਉਂਗਲ ਛੱਡਣੀ ਨਹੀਂ ਆ, ਇਹਨੇ ਉਂਗਲ ਛੱਡਣੀ ਨਹੀਂ। ਕਿੰਨੀਆਂ ਵੱਡੀਆਂ ਔਖੀਆਂ ਪਰਿਸਥਿਤੀਆਂ ਆ ਗਈਆਂ, ਮੁਸ਼ਕਲਾਂ ਆ ਗਈਆਂ, ਜ਼ਿੰਦਗੀ ਦੇ ਔਖੇ ਪੜਾਅ ਆ ਗਏ, ਪਰ ਸਾਨੂੰ ਯਕੀਨ ਹੈ ਅਗਲੇ ਪਾਸੇ ਜਿੰਨੀ ਮਰਜ਼ੀ ਭੀੜ ਹੈ, ਬਹੁਤ ਔਖਾ ਰਸਤਾ ਵੀ ਹੈ, ਪਰ ਵਿਸ਼ਵਾਸ ਹੈ ਕਿ ਪਿਤਾ ਨੇ ਉਂਗਲੀ ਫੜੀ ਹੋਈ ਆ। ਤੇ ਜੇ ਪਿਤਾ ਦੀ ਜਗ੍ਹਾ ਤੇ ਕਿਸੇ ਉਂਗਲੀ ਹੋਰ ਨੂੰ ਫੜਾਈ ਹੋਵੇ, ਫਿਰ ਉੱਥੇ ਡਰ ਵੱਧ ਜਾਣਾ ਹੈ ਵੀ ਇਹਨੇ
ਜਿਹੜੀ ਉਂਗਲੀ ਹੈ ਨਾ ਮੇਰੀ ਛੱਡ ਦੇਣੀ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਆ, ਜਦੋਂ ਤੂੰ ਗੁਰੂ ਨੂੰ ਉਂਗਲੀ ਫੜਾ ਦੇਵੇਂਗਾ ਨਾ, ਸਤਿਗੁਰ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਨੀਆਂ, ਤੁਧ ਰਾਖੇਗਾ ਸਿਰਜਣਹਾਰ। ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਤੂੰ ਡੋਲਣਾ ਕਦੀ, ਕਿਉਂਕਿ ਤੈਨੂੰ ਤੇ ਉਸ ਸਿਰਜਣਹਾਰ ਨੇ। ਤੇ ਜੇ ਸਾਡਾ ਸਿਰਜਣਹਾਰ ਤੋਂ ਭਰੋਸਾ ਉੱਠ ਗਿਆ, ਇੱਕ ਨਾ ਨਿੱਕੀ ਜਿਹੀ ਸਟੋਰੀ ਆਪਾਂ ਪੜ੍ਹਦੇ ਹੁੰਦੇ ਹਾਂ ਤੁਹਾਡੇ ਸਕੂਲਾਂ ਵਿੱਚ, ਜਦੋਂ ਆਈ ਅਸੀਂ ਬੜੀ ਵਾਰੀ ਸਾਂਝੀ ਕਰਦੇ ਹੁੰਦੇ ਹਾਂ ਕਿ ਇੱਕ ਬੱਚਾ ਸੀ ਛੋਟਾ ਜਿਹਾ, ਤੇ ਕਹਿਣ ਲੱਗੇ ਕਿਸੇ ਪਿੰਡ ਦੇ ਵਿੱਚ ਨਾ ਮੀਂਹ ਨਾ ਪਵੇ। ਤੇ ਸਾਰੇ ਜਣੇ ਪਿੰਡ ਵਾਲੇ ਨਾ ਕਿਸੇ ਧਰਮਾਤਮਾ ਪੁਰਖ ਕੋਲ ਚਲੇ ਗਏ, ਉਹਨੂੰ ਜਾ ਕੇ ਕਹਿੰਦੇ ਮੀਂਹ ਨਹੀਂ ਪੈਂਦਾ, ਤੁਸੀਂ ਅਰਦਾਸ ਕਰੋ, ਤੁਸੀਂ ਧਰਮੀ ਜੇ, ਤੇ ਅਰਦਾਸ ਕਰੋ ਤੇ ਬਾਰਿਸ਼ ਹੋ ਜਾਵੇ। ਬੜੀ ਔੜ ਲੱਗੀ, ਪੁਰਾਣੇ ਸਮੇਂ ਦੀ ਗੱਲ ਹੈ, ਕਹਾਣੀ ਹੈ ਸਮਝਣ ਲਈ। ਉਹ ਕਹਿਣ ਲੱਗੇ ਵੀ ਅਰਦਾਸ ਕਰੋ ਤੁਸੀਂ। ਹੁਣ ਅਰਦਾਸ ਕਰਨ ਲੱਗੇ, ਸਾਰਾ ਪਿੰਡ ਇਕੱਠਾ ਹੋਇਆ, ਉਹ ਜਿਹੜੇ ਧਾਰਮਿਕ ਪੁਰਖ ਸਨ ਉਹ ਵੀ ਇਕੱਠੇ ਹੋਏ, ਅਰਦਾਸ ਕਰਨ ਲੱਗੇ। ਜਾਂ ਵੇਖਦੇ ਦੂਰ ਕਿਤੇ ਨਾ ਇੱਕ ਛੋਟਾ ਜਿਹਾ ਬੱਚਾ ਤੁਹਾਡੇ ਵਰਗਾ ਤੁਰਿਆ ਹੁੰਦਾ ਸੀ, ਛੋਟਾ ਬੱਚਾ ਆ ਰਿਹਾ ਸੀ। ਉਸ ਬੱਚੇ ਨੇ ਕੀ, ਉਹਨਾਂ ਨੇ ਵੇਖਿਆ, ਉਹ ਧਰਮਾਤਮਾ ਪੁਰਖ ਜਿਹੜੇ ਧਰਮੀ ਪੁਰਖ ਸਨ, ਉਹਨਾਂ ਵੇਖਿਆ, ਕਹਿੰਦੇ ਦੂਰ ਬੱਚਾ ਆ ਰਿਹਾ, ਕਹਿੰਦੇ ਅਰਦਾਸ ਸ਼ੁਰੂ ਕਰੋ। ਕਹਿੰਦੇ ਉਹ ਬੱਚਾ ਇੱਕ ਆ ਰਿਹਾ। ਉਹ ਕਹਿਣ ਲੱਗੇ ਬੱਚਾ ਹੈ ਜੀ, ਕੋਈ ਗੱਲ ਨਹੀਂ, ਤੁਸੀਂ ਅਰਦਾਸ ਕਰੋ, ਆਪਾਂ ਸਾਰਾ ਪਿੰਡ ਤੇ ਇਕੱਠੇ ਹੋਏ ਆ। ਕਹਿਣ ਲੱਗੇ ਨਹੀਂ, ਉਸ ਬੱਚੇ ਨੂੰ ਆ ਲੈਣ ਦਿਓ। ਬੱਚਾ ਆਇਆ ਤੇ ਕੀ ਹੋਇਆ, ਉਸ ਬੱਚੇ ਨੇ ਨਾ ਆਪਣੇ ਕੋਲ ਇੱਕ ਛਾਤਾ ਰੱਖਿਆ ਹੋਇਆ, ਛਤੜੀ ਰੱਖੀ ਸੀ, ਉਹਨੇ ਆਪਣੀ ਕੱਛ ਵਿੱਚ ਲਾਈ ਹੋਈ ਛਤੜੀ, ਅੰਬਰੇਲਾ ਲੈ ਕੇ ਆ ਰਿਹਾ। ਉਹ ਜਦੋਂ ਲਾਗੇ ਆ ਗਿਆ ਤੇ ਧਰਮਾਤਮਾ ਪੁਰਖ ਨੇ ਅਰਦਾਸ ਨਹੀਂ ਕੀਤੀ, ਉਸ ਬੱਚੇ ਨੂੰ ਪੁੱਛਿਆ। ਕਹਿਣ ਲੱਗੇ ਬੱਚੇ, ਉੱਪਰੋਂ ਇੰਨੀ ਧੁੱਪ ਲੱਗੀ, ਇੰਨੀ ਗਰਮੀ ਆ, ਸਾਰੇ ਜਾਣੇ ਪਾਣੀ ਖੁਣੋ, ਮੀਂਹ ਬਾਰਿਸ਼ ਖੁਣੋ ਤਰह ਤਰह ਕਰਦੇ ਪਏ, ਬੱਚੇ ਤੂੰ ਕਿਉਂ ਛਤਰੀ ਲੈ ਕੇ ਆਇਆ? ਤੇ ਬੱਚੇ ਦਾ ਜਵਾਬ ਪਤਾ ਕੀ ਸੀ? ਭਰੋਸਾ। ਕੀ ਚੀਜ਼ ਹੁੰਦਾ ਭਰੋਸਾ? ਬੱਚਾ ਕਹਿਣ ਲੱਗਾ ਜੀ ਤੁਸੀਂ ਅਰਦਾਸ ਕਰਨੀ ਬਾਬਾ ਜੀ, ਜਦੋਂ ਤੁਸੀਂ ਅਰਦਾਸ ਕੀਤੀ ਰੱਬ ਨੇ ਅਰਦਾਸ ਸੁਣ ਲੈਣੀ ਆ, ਤੇ ਜਦੋਂ ਰੱਬ ਨੇ ਅਰਦਾਸ ਸੁਣ ਲਈ ਨਾ ਤਾਂ ਉਦੋਂ ਬਾਰਿਸ਼ ਹੋ ਜਾਣੀ ਆ, ਫਿਰ ਮੇਰੇ ਕੱਪੜੇ ਭਿੱਜ ਜਾਣੇ, ਇਸ ਕਰਕੇ ਮੈਂ ਛਤਰੀ ਲੈ ਆਇਆ ਵੀ ਮੇਰੇ ਕੱਪੜੇ ਨਾ ਭਿੱਜਣਗੇ, ਮੈਂ ਛਤਰੀ ਲੈ ਕੇ ਚੱਲਾਂਗਾ। ਜਦੋਂ ਇੰਨੀ ਗੱਲ ਉਸ ਬੱਚੇ ਤੋਂ ਸੁਣੀ, ਉਸ ਧਰਮੀ ਪੁਰਖ ਨੇ ਇਹ ਗੱਲ ਕਹੀ, ਉਹਨੇ ਕਿਹਾ ਵੇਖੋ ਅਰਦਾਸ ਮੈਂ ਕਰਦਾ ਏ, ਪਹਿਲਾਂ ਮੈਂ ਅਰਦਾਸ ਕਰਦਾ, ਹੋ ਸਕਦਾ ਬਾਰਿਸ਼ ਨਾ ਹੁੰਦੀ, ਹੁਣ ਬਾਰਿਸ਼ ਵੀ ਜ਼ਰੂਰ ਹੋਵੇਗੀ, ਪਰ ਮੇਰੀ ਤੇ ਤੁਹਾਡੀ ਅਰਦਾਸ ਕਰਕੇ ਨਹੀਂ ਹੋਵੇਗੀ, ਇਸ ਬੱਚੇ ਦੇ ਭਰੋਸੇ ਕਰਕੇ ਹੋਵੇਗੀ। ਕਹਿੰਦੇ ਆਪਾਂ ਸਾਰੇ ਜਣੇ ਅਰਦਾਸ ਕਰਨ ਤੇ ਆ ਗਏ ਹਾਂ, ਪਰ ਸਮੇਤ ਮੇਰੇ ਕਿਸੇ ਦੇ ਮਨ ਵਿੱਚ ਇਹ ਵਿਸ਼ਵਾਸ ਨਹੀਂ ਸੀ, ਯਕੀਨ ਨਹੀਂ ਸੀ ਕਿ ਸਾਡੀ ਕੀਤੀ ਅਰਦਾਸ ਤੋਂ ਬਾਅਦ ਬਾਰਿਸ਼ ਹੋਵੇਗੀ। ਪਰੰਤੂ ਇਸ ਬੱਚੇ ਨੂੰ ਪੂਰਨ ਤੌਰ ਤੇ ਯਕੀਨ ਤੇ ਭਰੋਸਾ ਹੈ ਕਿ ਅਰਦਾਸ ਕਰਨ ਤੋਂ ਬਾਅਦ ਬਾਰਿਸ਼ ਹੋ ਜਾਣੀ ਆ। ਬਾਰਿਸ਼ ਹੋਵੇਗੀ, ਹੁਣ ਜ਼ਰੂਰ ਹੋਵੇਗੀ, ਪਰ ਇਸ ਬੱਚੇ ਦੇ ਭਰੋਸੇ ਤੇ ਹੋਵੇਗੀ। ਤੇ ਜਿਸ ਦਿਨ ਸਾਨੂੰ ਭਰੋਸਾ ਆ ਗਿਆ ਨਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਜਿਸ ਦਿਨ ਮੈਨੂੰ ਭਰੋਸਾ ਆ ਗਿਆ ਨਾ ਗੁਰੂ ਮੇਰੇ ਨਾਲ ਹੈ, ਫਿਰ ਨਾ ਤਾਂ ਮੈਂ ਕਿਸੇ ਹੋਰ ਗੁਰੂ ਨੂੰ ਛੱਡ ਕੇ ਕਿਸੇ ਹੋਰ ਨੂੰ ਉਂਗਲੀ ਫੜਾਉਣੀ ਆ, ਨਾ ਮੈਂ ਕਿਸੇ ਡੇਰੇ ਤੇ ਜਾਣਾ ਹੈ, ਨਾ ਮੈਂ ਕਿਸੇ ਬਾਬੇ ਨੂੰ ਮੱਥਾ ਟੇਕਣਾ ਹੈ, ਨਾ ਮੈਂ ਗੁਰਬਾਣੀ ਛੱਡ ਕੇ ਕਿਸੇ ਹੋਰ ਕੋਲ ਪਹੁੰਚਣਾ ਹੈ। ਮੇਰਾ ਭਰੋਸਾ ਗੁਰੂ ਤੇ ਬਣ ਜਾਣਾ ਹੈ। ਅਸੀਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ 400 ਸਾਲਾ ਮਨਾ ਰਹੇ ਹਾਂ। ਜ਼ਿੰਦਗੀ ਵਿੱਚ, ਜੀਵਨ ਵਿੱਚ ਬਹੁਤ ਵੱਡੀ ਮੁਸ਼ਕਲ ਸੀ, ਜੇ ਉਸ ਨਜ਼ਰੀਏ ਤੋਂ ਅਸੀਂ ਵੇਖੀਏ, ਬਹੁਤ ਵੱਡੀ ਮੁਸ਼ਕਲ ਸੀ। ਸਤਿਗੁਰੂ ਪਾਤਸ਼ਾਹ ਦੇ ਕਿਸੇ ਦਾ ਸਿਰ ਲਾ ਦੇਣਾ ਛੋਟੀ ਗੱਲ ਹੈ? ਕਿਤੇ ਆਪਣੇ ਛੋਟਾ ਜਿਹਾ ਬਲੇਡ ਲੱਗ ਜਾਵੇ, ਛੋਟਾ ਜਿਹਾ ਕਿਤੇ ਕੰਡਾ ਲੱਗ ਜਾਵੇ, ਕਿੰਨੀ ਦਰਦ ਹੁੰਦੀ ਆ। ਜਦ ਤੱਕ ਦਰਦ ਨਾ ਹਟ ਜਾਵੇ, ਮੰਮੀ ਨੂੰ ਵਕਤ ਪਾਇਆ ਹੁੰਦਾ ਹੈ ਵੀ ਮੇਰੇ ਕੰਡਾ ਲੱਗ ਗਿਆ, ਮੇਰੇ ਦਰਦ ਹੋ ਰਹੀ। ਪਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲਾਇਆ ਗਿਆ ਏ। ਜਦੋਂ ਉਹਨਾਂ ਨੂੰ ਚਾਂਦਨੀ ਚੌਂਕ ਵਿੱਚ ਬਿਠਾ ਕੇ ਸੀਸ ਲਾਉਣ ਲੱਗੇ ਨਾ, ਪੁੱਛਿਆ ਸੀ ਉਹਨੇ, ਜਲਾਦ ਨੇ, ਕਾਜੀ ਆ ਕੇ ਪੁੱਛਦਾ, ਕਹਿੰਦਾ ਤੁਹਾਡੇ 3 ਸਿੰਘ ਆਏ ਸੀ, ਤੁਹਾਡੇ ਸਾਹਮਣੇ ਮਾਰ ਦਿੱਤੇ। ਉਹਨੇ ਮਾਰ ਦਿੱਤਾ ਕਿਹਾ ਹੋਏਗਾ ਨਾ, ਸ਼ਹੀਦ ਨਹੀਂ ਕਿਹਾ ਹੋਏਗਾ। ਕਹਿੰਦੇ ਤੁਹਾਡੇ ਸਾਹਮਣੇ ਮਾਰ ਦਿੱਤੇ। ਕਹਿੰਦੇ ਤੁਹਾਨੂੰ ਡਰ ਨਹੀਂ ਲੱਗਦਾ? ਕਹਿੰਦੇ ਤੁਹਾਡੀ ਵੀ ਮੌਤ ਹੋ ਜਾਣੀ ਹੈ, ਤੁਸੀਂ ਕੀ ਲੈਣਾ ਇਸ ਗੱਲ ਤੋਂ? ਲੱਥ ਲੈਂਦੋ ਜਨੇਊ, ਲੱਥ ਲੈਂਦੋ ਟੋਪੀ, ਧੋਤੀ ਟੋਪੀ, ਤੁਹਾਨੂੰ ਤੁਸੀਂ ਕੀ ਲੈਣਾ ਹੈ? ਤੁਹਾਨੂੰ ਡਰ ਨਹੀਂ ਲੱਗ ਰਿਹਾ? ਤੁਸੀਂ ਅੰਦਰੋਂ ਕੰਬ ਨਹੀਂ ਰਹੇ। ਪਰ ਵੇਖੋ ਕਿੰਨਾ ਅੰਦਰੋਂ ਅਡੋਲ ਸਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਨਹੀਂ ਡੋਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ। ਕਹਿੰਦੇ ਜਲਾਦਾ ਤੂੰ ਦੇਰੀ ਕਰ ਰਿਹਾ ਹੈ, ਜਿਹੜੀ ਤੇਰੀ ਡਿਊਟੀ ਸੀ ਨਾ ਤੂੰ ਕਰ, ਜਿਹੜੀ ਮੇਰੀ ਡਿਊਟੀ ਹੈ ਉਹ ਮੈਂ ਕਰ ਰਿਹਾ। ਅਸੀਂ ਆਪਣੇ ਆਪ ਨੂੰ ਅਡੋਲ ਚਿੱਤ, ਮੁਸ਼ਕਲਾਂ ਜਿਹੜੀਆਂ ਹੈ ਉਹ ਮੁਸ਼ਕਲਾਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣੀਆਂ ਹੈ। ਕਦੋਂ? ਜਦੋਂ ਸਾਡਾ ਮਨ ਅੰਦਰਲੇ ਪਾਸਿਓਂ ਸਥਿਰ ਹੋ ਗਿਆ, ਜਦੋਂ ਸਾਡਾ ਮਨ ਅੰਦਰੋਂ ਸ਼ਾਂਤ ਹੋ ਗਿਆ, ਜਦੋਂ ਸਾਡਾ ਮਨ ਅੰਦਰੋਂ ਭਟਕਣਾਵਾਂ ਦੇ ਵਿੱਚ, ਸਾਨੂੰ ਫਿਰ ਛੋਟੀਆਂ ਮੁਸ਼ਕਲਾਂ ਜਿੰਨੀਆਂ ਹੋਣਗੀਆਂ, ਸਾਨੂੰ ਮੁਸ਼ਕਲ ਨਹੀਂ ਲੱਗਣੀ। ਜੇ ਹੁਣ ਆਪਾਂ ਮੁਸ਼ਕਲ ਵੱਲ ਵੇਖੀਏ, ਅਸੀਂ ਛੋਟੀ ਜੀ ਮੁਸ਼ਕਲ ਆਉਂਦੀ ਆ ਤਾਂ ਅਸੀਂ ਛੱਡ ਦਿੰਦੇ ਆ ਜੀ, ਪੜ੍ਹਾਈ ਛੱਡ ਦੇਣੀ ਜੀ, ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ, ਮੈਂ ਕਾਹਦੇ ਲਈ ਮੈਡੀਕਲ ਕਰਨਾ, ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ, ਮੇਰੇ ਨੰਬਰ ਹੀ ਨਹੀਂ ਆਉਣੇ। ਪਰ ਤੁਸੀਂ ਇੱਕ ਗੱਲ ਵਿਚਾਰ ਕਰਕੇ ਵੇਖੋ, ਜਿਹੜੇ ਬੱਚੇ ਡਟ ਜਾਂਦੇ ਆ, ਮੁਸ਼ਕਲਾਂ ਦੇ ਅੱਗੇ ਖਲੋ ਜਾਂਦੇ ਆ,
ਜਿਹੜੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੇ ਆ, ਉਹਨਾਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਕਦੀ ਹਰਾ ਨਹੀਂ ਸਕਦੀਆਂ। ਉਹ ਮੁਸ਼ਕਲਾਂ ਨੂੰ ਹਰਾ ਦਿੰਦੇ ਆ, ਉਹ ਮੁਸ਼ਕਲਾਂ ਨੂੰ ਖਤਮ ਕਰ ਦਿੰਦੇ ਆ। ਕਿਹਦੇ ਨਾਲ? ਨਿਸ਼ਚੈ ਕਰ ਆਪਣੀ ਜੀਤ ਕਰੋ, ਇਰਾਦਾ ਪੱਕਾ ਕਰ ਲੈਂਦੇ ਆ, ਇਸ ਵਾਰੀ ਇੰਨੇ ਨੰਬਰ ਲੈਣੇ ਆ, ਇਸ ਵਾਰੀ ਮੈਂ ਆਹ ਪੋਜੀਸ਼ਨ ਪ੍ਰਾਪਤ ਕਰਨੀ ਹੈ, ਮੈਂ ਮਿਹਨਤ ਕਰਨੀ ਆ। ਤੇ ਉਹਨਾਂ ਆਪਣੇ ਨਿਸ਼ਚੇ ਤੇ ਰਹਿ ਕਰਕੇ ਉਹਨਾਂ ਨੂੰ ਮੁਸ਼ਕਲਾਂ ਡਰਾਉਂਦੀਆਂ ਨਹੀਂ ਆ, ਮੁਸ਼ਕਲਾਂ ਤੋਂ ਡਰਦੇ ਨਹੀਂ ਗੇ। ਉਹ ਮੁਸ਼ਕਲਾਂ ਨੂੰ ਫੇਸ ਕਰਦੇ ਨੇ, ਔਰ ਫੇਸ ਕਰਨ ਤੋਂ ਬਾਅਦ ਜ਼ਿੰਦਗੀ ਦੀ ਹਰ ਇੱਕ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦੇ ਨੇ। ਇਹ ਮੁਕਾਬਲੇ ਕਰਾਉਣ ਦਾ ਮਨੋਰਥ ਬੇਟਾ ਜੀ ਇੱਕੋ ਇੱਕ ਹੈ। ਪੋਜੀਸ਼ਨ ਤੁਹਾਡੀ ਪਰਫਾਰਮੈਂਸ ਦੇ ਅਕੋਰਡਿੰਗ ਆ ਜਾਣੀ ਹੈ, ਤੁਸੀਂ ਵਧੀਆ ਕਰੋਗੇ, ਅਗਲੀ ਵਾਰੀ ਵਧੀਆ ਆ ਜਾਵੇਗੀ। ਪਰ ਮੈਂ ਬੇਨਤੀ ਕਰਾਂ, ਇੱਕੋ ਇੱਕ ਮਨੋਰਥ ਹੈ, ਅਸੀਂ ਆਪਣੇ ਸਤਿਗੁਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਗੁਰਬਾਣੀ ਨੂੰ ਪੜ੍ਹੀਏ, ਸ਼ਬਦ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਈਏ। ਸਾਡਾ ਜਿਹੜਾ ਮਨ ਅਸਥਿਰ ਰਹਿ ਰਿਹਾ ਵਾ, ਸਥਿਰ ਨਹੀਂ ਰਹਿ ਰਿਹਾ, ਡੋਲ ਰਿਹਾ ਏ, ਮਨ ਡੋਲ ਰਿਹਾ ਏ। ਇਹ ਨਾ ਸੋਚੀਏ ਸਾਡੇ ਕੋਲ ਪੈਸੇ ਘੱਟ ਆ ਤਾਂ ਵਾ, ਨਾ ਨਾ। ਸਤਿਗੁਰ ਕਹਿੰਦੇ ਬੜੇ ਵੱਡੇ ਜੋ ਦੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ, ਕੌਣ ਵੱਡਾ? ਮਾਇਆ ਵਡਿਆਈ ਨਾ। ਸਤਿਗੁਰ ਕਹਿੰਦੇ ਸੋ ਵੱਡਾ ਜਿਨ ਰਾਮ ਲਿਵ ਲਾਈ। ਵੱਡਾ ਕੌਣ ਹੈ? ਜਿਹਦੇ ਕੋਲ ਪੈਸੇ ਜ਼ਿਆਦੇ, ਗੱਡੀਆਂ ਜ਼ਿਆਦੀਆਂ, ਵੱਡੀ ਸਾਰੀ ਕੋਠੀ ਹੈ, ਉਹ ਵੱਡਾ ਹੈ? ਨਹੀਂ। ਜਿਹਦੇ ਕੋਲ ਵੱਡੇ ਰੁਤਬੇ ਆ, ਵੱਡੀਆਂ ਕੁਰਸੀਆਂ, ਨਹੀਂ। ਸਤਿਗੁਰ ਕਹਿੰਦੇ ਨਹੀਂ, ਉਹਨਾਂ ਨੂੰ ਜ਼ਿਆਦੀਆਂ ਵੱਡੀਆਂ ਟੈਨਸ਼ਨਾਂ ਏ, ਉਹ ਜ਼ਿਆਦੇ ਦੁਖੀ ਹੈਗੇ ਆ, ਉਹਨਾਂ ਦਾ ਮਨ ਸਥਿਰ ਨਹੀਂ ਆ। ਕਦੋਂ? ਜਦੋਂ ਮਨ ਸਾਡਾ ਡੋਲ ਜਾਂਦਾ। ਕਈ ਵਾਰੀ ਕੀ ਹੁੰਦਾ, ਜਦੋਂ ਮਨ ਚੈੱਕ ਕਰਨਾ ਹੋਵੇ ਨਾ, ਤੁਸੀਂ ਤੇ ਮੈਂ, ਆਪਾਂ ਸਾਰਿਆਂ ਨੇ ਇੱਕੋ ਜਿਹੇ, ਆਪਾਂ ਸਾਰੇ ਮਨ ਚੈੱਕ ਕਰਨਾ ਹੋਵੇ, ਪਤਾ ਕਿੱਦਾਂ ਕਰੀਦਾ ਵੀ ਮੇਰਾ ਮਨ ਕਿੰਨਾ ਕੁ ਸਥਿਰ ਆ ਤੇ ਕਿੰਨਾ ਕੁ ਅਸਥਿਰ ਆ। ਕਈ ਵਾਰੀ ਕੋਈ ਛੋਟੀ ਜਿਹੀ ਗੱਲ ਕਹਿ ਦੇਵੇ ਨਾ, ਨਿੱਕੀ ਜਿਹੀ ਗੱਲ ਕਰੇ, ਸੜੀ ਜਾਈਦਾ, ਗੁੱਸਾ ਹੀ ਚੜੀ ਜਾਂਦਾ। ਮੰਮੀ ਨੇ ਆਹ ਗੱਲ ਕਹਿਤੀ, ਪਾਪਾ ਨੇ ਆਹ ਗੱਲ ਕਹਿਤੀ, ਮੇਰੀ ਸਹੇਲੀ ਨੇ ਆਹ ਗੱਲ ਕਹਿਤੀ, ਮੇਰੇ ਟੀਚਰ ਨੇ ਆਹ ਗੱਲ ਕਹੀ, ਮੇਰੀ ਬੇਇੱਜ਼ਤੀ ਕਰ ਦਿੱਤੀ, ਸਾਰੀ ਕਲਾਸ ਸੁਣਦੀ ਸੀ, ਮੇਰੀ ਤਾਂ ਇਨਸਲਟ ਹੋ ਗਈ। ਕਿਸੇ ਦੇ ਦੋ ਸ਼ਬਦ ਬੋਲੇ ਸਾਨੂੰ ਚੈਨ ਨਹੀਂ ਆਉਣ ਦਿੰਦੇ। ਕਿਸੇ ਦੇ ਦੋ ਸ਼ਬਦ ਕਹੇ, ਕਈ ਵਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ। ਫਿਰ ਪਤਾ ਕੀ ਕਹੀਦਾ, ਜਦੋਂ ਉਹਨੇ ਆਹ ਗੱਲ ਕਹੀ, ਮੈਨੂੰ ਤੇ ਮੈਂ ਤੇ ਅੰਦਰੋਂ ਆਗ ਸੜ ਬਲ ਕੇ ਕੋਲੇ ਹੋ ਗਿਆ, ਮੈਨੂੰ ਤਾਂ ਗੁੱਸਾ ਹੀ ਚੜੀ ਜਾਂਦਾ ਪਿਆ। ਤੇ ਅਸੀਂ ਵੇਖੀਏ ਗੁਰੂ ਪਾਤਸ਼ਾਹ ਦੇ ਜੀਵਨ ਤੋਂ, ਭਾਈ ਦਾਤੂ ਨੇ ਆ ਕੇ ਲੱਤ ਮਾਰੀ, ਗੁੱਸਾ ਨਹੀਂ ਚੜਿਆ? ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁੱਸਾ ਨਹੀਂ ਚੜਿਆ? ਹਨਾ, ਉਹਨਾਂ ਨੂੰ ਲੱਤ ਫੜ ਕੇ ਲੱਤ ਮਾਰੀ, ਉਹਨਾਂ ਨੂੰ ਲੱਤ ਤੋੜ ਨਹੀਂ ਦਿੱਤੀ, ਲੜੇ ਨਹੀਂ, ਉੱਠ ਕੇ ਡਾਂਗ ਨਹੀਂ ਫੜਦੀ, ਨਾ ਨਾ ਨਾ। ਕੋਲ ਸੇਵਕ ਖੜੇ ਸੀ, ਪਰ ਨਾ, ਗੁਰੂ ਸਾਹਿਬ ਨੇ ਲੱਤ ਫੜ ਕੇ ਘੁੱਟਣੀ ਸ਼ੁਰੂ ਕਰ ਦਿੱਤੀ। ਕਹਿਣ ਲੱਗੇ ਮੇਰੇ ਨਾ ਸਖਤ ਆਡਿਆ, ਤੁਹਾਡੇ ਕੋਮਲ ਕੋਮਲ ਅੰਗ ਆ ਦਾਤੂ ਜੀ, ਸੱਟ ਲੱਗੀ ਹੋਵੇਗੀ ਤੁਹਾਨੂੰ, ਨਾ ਸੱਟ ਲੱਗੀ ਹੋਵੇਗੀ। ਕਿਉਂ ਸੀ? ਮਨ ਅੰਦਰੋਂ ਸਥਿਰ ਸੀ। ਕਿਸੇ ਦੇ ਬੋਲਾਂ ਕਰਕੇ ਡਿਪਰੈਸ਼ਨ ਕਿਉਂ ਆ ਰਿਹਾ? ਅੱਜ ਚਿੰਤਾ ਕਿਉਂ ਆ ਰਹੀ? ਅੱਜ ਸਭ ਤੋਂ ਵੱਡੀ ਬਿਮਾਰੀ, ਕਰੋਨਾ ਤੋਂ ਵੱਡੀ ਬਿਮਾਰੀ ਪਤਾ ਕਿਹੜੀ ਹੈ? ਚਿੰਤਾ। ਸੁਣੀ ਜਾਓ ਤੁਸੀਂ, ਇੱਥੇ ਸੰਸਕਾਰ ਹੋਣ ਲਈ ਥਾਂ ਨਹੀਂ ਮਿਲਿਆ, ਇੱਥੇ ਆਹ ਕੁਛ ਹੋ ਗਿਆ, ਇੰਨੇ ਮਰ ਗਏ, ਅਖਬਾਰ 'ਚ ਏਦਾਂ ਆ ਗਿਆ, ਟੀਵੀ ਤੇ ਏਦਾਂ ਆ ਗਿਆ, ਇੰਜ ਲੱਗਦਾ ਮੈਨੂੰ ਹੋ ਗਿਆ ਕਰੋਨਾ। ਕੀ ਹੁੰਦਾ ਹੈ? ਮਨ ਸਥਿਰ ਨਹੀਂ ਨਾ ਹੈਗਾ। ਤੇ ਜੇ ਮੈਨੂੰ ਹੋਵੇ ਵੀ ਮੈਂ ਪ੍ਰੀਕਾਸ਼ਨਸ ਰੱਖਣੀਆਂ, ਮੈਂ ਧਿਆਨ ਰੱਖਣਾ ਹੈ, ਮੈਂ ਬਾਹਰ ਗਏ ਮੈਂ ਧਿਆਨ ਰੱਖਣਾ ਹੈ, ਮੈਂ ਜੌਬ ਤੇ ਗਿਆ ਮੈਂ ਧਿਆਨ ਰੱਖਣਾ, ਸਕੂਲ ਗਏ ਧਿਆਨ ਰੱਖਣਾ, ਮੈਂ ਬਾਹਰ ਕਿਤੇ, ਅਸੀਂ ਕਿਤੇ ਵੀ ਜਾਣੇ ਮਾਸਕ ਪਾਵਾਂਗੇ, ਸੈਨੀਟਾਈਜ਼ਰ ਯੂਜ਼ ਕਰਾਂਗੇ, ਹੈਂਡ ਨੂੰ ਵਾਸ਼ ਕਰਾਂਗੇ, ਜਦੋਂ ਸਾਰਾ ਕੁਝ ਕਰਾਂਗੇ, ਫਿਰ ਕਰੋਨਾ ਤੇ ਸੌਖਾ। ਕਰੋਨਾ ਇੰਜ ਲੱਗਣਾ, ਕਰੋਨਾ ਕਿਵੇਂ ਹੋ ਜਾਏਗਾ? ਪੈਨਿਕ ਕਿਉਂ ਬਣਦਾ ਹੈ? ਮਨ ਸਥਿਰ ਨਹੀਂ ਹੈਗਾ, ਮਨ ਡੋਲ ਰਿਹਾ ਹੈ, ਤਾਂ ਕਰਕੇ ਡਰ ਲੱਗਦਾ ਹੈ। ਰਾਜਸਥਾਨ 'ਚ ਮੌਤਾਂ ਹੋ ਰਹੀਆਂ, ਦਿੱਲੀ ਮੌਤਾਂ ਹੋ ਰਹੀਆਂ, ਚਾਈਨਾ 'ਚ ਮੌਤਾਂ ਹੋ ਰਹੀਆਂ। ਮਨ ਨਹੀਂ ਨਾ ਸਥਿਰ ਹੈਗਾ, ਇੰਜ ਲੱਗਦਾ ਪਿੰਡ ਹੀ ਆ ਗਿਆ, ਘਰ ਹੀ ਆ ਗਿਆ। ਮਨ ਨੂੰ ਸਥਿਰ ਕਰਨਾ ਹੈ, ਪ੍ਰੀਕਾਸ਼ਨਸ ਨੂੰ ਫੋਲੋ ਕਰਨਾ ਹੈ। ਪਰ ਕੀ ਕਰਨਾ ਹੈ? ਆਪਣੇ ਮਨ ਨੂੰ ਇੰਨਾ ਪੱਕਾ ਰੱਖਣਾ, ਦਿਲ ਰੱਖਣਾ ਹੈ। ਹਾਂ, ਧਿਆਨ ਰੱਖਣਾ ਹੈ, ਜ਼ਰੂਰੀ ਹੈ, ਅਸੀਂ ਫੋਲੋ ਕਰਨਾ ਹੈ, ਸਾਰਾ ਇੰਸਟਰਕਸ਼ਨ ਨੂੰ ਫੋਲੋ ਕਰਨਾ ਹੈ। ਪਰ ਕਦੋਂ ਹੋਵੇਗਾ? ਜਦੋਂ ਸਾਡਾ ਮਨ ਜਿਹੜਾ ਡੋਲਦਾ ਹੈ ਨਾ, ਉਹ ਅਡੋਲ ਚਿੱਤ ਹੋ ਜਾਵੇਗਾ, ਤੇ ਫਿਰ ਸਾਡੇ ਅੰਦਰ ਹਮੇਸ਼ਾ ਖੁਸ਼ੀ, ਖੇੜਾ, ਆਨੰਦ ਬਣਿਆ ਰਹੇਗਾ। ਨਿੱਕੀ ਮੁਸ਼ਕਲ, ਕੋਈ ਮੁਸ਼ਕਲ ਆ ਗਈ, ਕੋਈ ਗੱਲ ਨਹੀਂ, ਤੁਸੀਂ ਵੇਖੋ ਇਤਿਹਾਸ ਤੇ ਨਜ਼ਰ ਮਾਰ ਕੇ ਵੇਖੀਏ, ਧੰਨ ਗੁਰੂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਮਣੇ ਉਹਨਾਂ ਦੇ ਲਫਤੇ ਜਿਗਰ ਸ਼ਹੀਦ ਹੋ ਗਏ, ਪੁੱਤਾਂ ਤੋਂ ਪਿਆਰੇ 40 ਸਿੰਘ ਸ਼ਹੀਦ ਹੋ ਗਏ। ਲੈ ਹੱਦ ਹੋ ਗਈ, ਐਡੋਂ ਵੱਡੀ ਮੁਸ਼ਕਲ ਵੀ ਕਿਸੇ ਤੇ ਆ ਸਕਦੀ ਆ। ਨੂਰਾ ਮਾਈ ਆ ਕੇ ਦੱਸਦਾ ਤੁਹਾਡੇ ਛੋਟੇ ਵੀ ਸ਼ਹੀਦ ਹੋ ਗਏ, ਮਾਂ ਗੁਜਰ ਕੌਰ ਵੀ ਸ਼ਹੀਦ ਹੋ ਗਈ, ਉਹਨੂੰ ਵੀ ਬੁਰਜ ਤੋਂ ਧੱਕਾ ਦੇ ਕੇ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ ਏ। ਨਹੀਂ ਡੋਲੇ ਗੁਰੂ ਗੋਬਿੰਦ ਸਿੰਘ, ਤੇ ਡੋਲੇ ਆ? ਨਹੀਂ ਡੋਲੇ। ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਆ, ਪੁੱਤਰ ਦਾ ਕਲੇਜਾ ਕੱਢ ਕੇ ਮੂੰਹ 'ਚ ਪਾਇਆ ਜਾਂਦਾ ਹੈ ਬਾਬਾ ਅਜੇ ਸਿੰਘ ਦਾ। ਫਰਖੁਸ਼ੀਅਰਦੀਨ ਕਹਿੰਦਾ ਹੁਣ ਤੇ ਡੋਲੇਗਾ,
ਕਹਿੰਦਾ ਤੂੰ ਕੁਝ ਨਹੀਂ ਕਰ ਸਕਦਾ। ਕਿਉਂ ਨਹੀਂ ਸੀ ਡੋਲਿਆ? ਸੋਚੀਏ, ਉਹਦਾ ਮਨ ਇੰਨਾ ਜ਼ਿਆਦਾ ਬੈਲੈਂਸ ਵਿੱਚ ਸੀ, ਮਨ ਇੰਨਾ ਜ਼ਿਆਦਾ ਸਥਿਰ ਸੀ, ਡੁਲਾ ਨਹੀਂ ਸਕਿਆ ਉਹਨੂੰ। ਮੌਕੇ ਦੀ ਮੁਗਲ ਹਕੂਮਤ ਦਾ ਜਿਹੜਾ ਡਰ ਸੀ ਨਾ, ਖੌਫ ਸੀ, ਡਰਾ ਨਹੀਂ ਸਕਿਆ। ਛੋਟਾ ਘੱਲੂਘਾਰਾ ਵਾਪਰਦਾ ਏ, ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ, ਸਿੰਘਾਂ ਦੇ ਘਰ ਛੁੱਟ ਜਾਂਦੇ। ਆਪਾਂ ਤੇ ਬੜੀ ਚੜ੍ਹਦੀ ਕਲਾ 'ਚ ਆ, ਸਾਨੂੰ ਮੁਸ਼ਕਲ ਨਹੀਂ ਆ। ਅਸੀਂ ਆਪਣੇ ਮਨ ਨੂੰ ਚੜ੍ਹਦੀ ਕਲਾ 'ਚ ਰੱਖਣਾ ਹੈ ਤੇ ਅਗਲੇ ਪਾਸੇ ਚੱਲਦੇ ਜਾਣਾ ਹੈ। ਬਹੁਤ ਲੰਮੇਰੀਆਂ ਇਤਿਹਾਸ ਹੈ ਤੁਹਾਡੇ ਨਾਲ, ਤੁਹਾਡਾ ਰਿਜ਼ਲਟ ਸਾਂਝਾ ਹੋਣਾ ਹੈ ਅੱਜ। ਮੈਂ ਬੇਨਤੀ ਕਰਾਂ, ਕਿਸੇ ਨੇ ਇਹ ਨਹੀਂ ਸੋਚ ਲੈਣਾ ਵੀ ਮੈਂ ਤੇ ਅੱਜ ਤੋਂ ਬਾਅਦ ਕੰਪੀਟੀਸ਼ਨ 'ਚ ਭਾਗ ਹੀ ਨਹੀਂ ਲੈਣਾ, ਆਪਾਂ ਤੇ ਪਾਠ ਹੀ ਨਹੀਂ ਕਰਨਾ। ਲੈ ਬੁਖਾਰ ਚੜ ਗਿਆ, ਮੇਰੀ ਤਾਂ ਲੱਤ 'ਚੋਂ ਪੀੜ ਨਿਕਲੀ ਜਾਂਦੀ, ਮੇਰੇ ਤਾਂ ਨੰਬਰ ਘੱਟ ਆ ਗਏ। ਆਪਾਂ ਕਾਹਦੇ ਲਈ ਕਰਨਾ ਹੈ? ਅਸੀਂ ਰੱਬ ਦਾ ਨਾਂ ਕਾਹਦੇ ਲਈ ਲਈਏ ਜੀ? ਸਾਨੂੰ ਰੱਬ ਨੇ ਕੀ ਦਿੱਤਾ ਜੀ? ਹੁਣ ਪਤਾ ਲੱਗਾ ਕੀ ਦਿੱਤਾ। ਆਕਸੀਜਨ ਨਹੀਂ ਮਿਲਦੀ, ਮਿਲ ਜਾਂਦੀ ਇੱਕ ਦਿਨ ਦਾ 30,000 ਰੁਪਇਆ ਲੱਗਦਾ। ਆਪਣੀ 30 40 ਕਿਸੇ ਦੀ 15, ਕਿਸੇ ਦੀ 20 ਸਾਲ ਉਮਰ। ਕਦੀ ਸੋਚਿਆ ਸੀ ਅਸੀਂ ਇੱਕ ਦਿਨ ਦੀ ਆਕਸੀਜਨ ਦਾ 25 ਤੋਂ 30,000 ਰੁਪਇਆ ਬਿੱਲ ਦੇ ਰਹੇ ਆ? ਅਸੀਂ ਕਿਹੜਾ ਬਿੱਲ ਦਿੱਤਾ? ਇੰਨੇ ਸਾਲ ਲੰਘ ਗਏ, ਸਾਲ 'ਚ 365 ਦਿਨ ਹੁੰਦੇ ਆ। ਅੱਜ ਵੇਖੀਏ, ਅੱਖ ਖਰਾਬ ਹੋ ਜਾਏ, ਡਾਕਟਰ ਐਨਕ ਲਾਵੇ, ਦੱਸਣ ਲੱਗ ਪਵੇ ਨਾ, ਅੱਖ ਦੇ ਵਿੱਚ ਕੁਝ ਪੈ ਜਾਵੇ, ਡਾਕਟਰ ਪਾ ਦੇਵੇ, ਉਹਨੂੰ ਥੈਂਕ ਯੂ ਬੋਲੀਦਾ। ਉਹਨੇ ਨਿਗਾਹ, ਅੱਖਾਂ ਦਿੱਤੀਆਂ ਸਾਨੂੰ, ਹੱਥ ਦਿੱਤੇ ਸਾਨੂੰ, ਦਿਮਾਗ ਦਿੱਤਾ ਸਾਨੂੰ। 84 ਲੱਖ ਜੂਨ ਪਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ, ਆਏ ਗਏ ਪਛਤਾਏ ਦਾ। 84 ਲੱਖ ਜੂਨਾ ਵਾ ਤੇ ਪਾਤਸ਼ਾਹ ਜੀ ਕਹਿੰਦੇ ਮਾਨਸ ਕੋ ਪ੍ਰਭ ਦੀ ਵਡਿਆਈ। ਉਹਨੇ ਮਨੁੱਖ ਨੂੰ ਵਡਿਆਈ ਦਿੱਤੀ ਆ। ਕਦੀ ਸ਼ੁਕਰ ਕੀਤਾ ਸੀ? ਰੱਬਾ ਤੂੰ ਤਾਂ ਸਾਡਾ ਬੜਾ ਕਮਾਲ ਕਰ ਦਿੱਤੀ, ਤੂੰ ਤੇ ਮੈਨੂੰ ਮੇਰੇ ਤੇ ਬਖਸ਼ਿਸ਼ ਕਰ ਦਿੱਤੀ, ਮੈਨੂੰ ਮਨੁੱਖ ਬਣਾਇਆ। ਮੈਨੂੰ ਕਾਂ ਚਿੜੀ ਬਣਾਇਆ ਹੁੰਦਾ, ਮੈਂ ਉੱਡਦਾ ਫਿਰਨਾ ਸੀ ਕਿਸੇ, ਮੈਂ ਤੁਰੇ ਫਿਰਨਾ ਸੀ, ਮੈਂ ਆਪਣਾ ਆਹਾਰ ਲੱਭਦੇ ਫਿਰਨਾ ਸੀ, ਮੈਨੂੰ ਕਿਸੇ ਨੇ ਡਾਉਂਦਾ ਫਿਰਨਾ ਸੀ, ਮੈਂ ਕੋਈ ਜਾਨਵਰ ਹੁੰਦਾ। ਸ਼ੁਕਰ ਕਰ ਕੀਤਾ ਨਹੀਂ ਕੀਤਾ? ਅਸੀਂ ਚੜ੍ਹਦੀ ਕਲਾ 'ਚ ਰਹਿਣਾ, ਸ਼ੁਕਰ 'ਚ ਰਹਿਣਾ ਹੈ, ਭਰੋਸੇ 'ਚ ਰਹਿਣਾ ਹੈ। ਤੇ ਗੁਰਬਾਣੀ ਦਾ ਇੱਕ ਬੜਾ ਪ੍ਰੇਰਨਾ ਵਾਕ ਹੈ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਇੱਕ ਪ੍ਰੇਰਨਾ ਵਾਕ ਦੇ ਤੌਰ ਤੇ ਵਰਤਿਆ ਜਾਂਦਾ। ਅਗਾਂਹ ਕੁਤਰਾਂਗ ਪਿੱਛਾ ਫੇੜ ਨਾ ਮੋਢੜਾ, ਸਿਜ ਵਿਹਾਵਾਰ ਬੌਰ ਨਾ ਹੋਵੀ ਜਨਮੜਾ। ਅਗਾਂਹ ਨੂੰ ਚੱਲਣਾ ਹੈ, ਅਗਲੀਆਂ ਪ੍ਰਾਪਤੀਆਂ ਨੂੰ ਚੱਲਣਾ ਹੈ। ਪਰ ਚੱਲਣਾ ਕਦੋਂ ਹੈ? ਜਦੋਂ ਮਨ ਸਾਡਾ ਸਥਿਰ ਹੋ ਗਿਆ, ਜਦੋਂ ਸਾਡਾ ਮਨ ਅਡੋਲ ਹੋ ਗਿਆ, ਅਸੀਂ ਉਸ ਸਮੇਂ ਚੱਲਣਾ ਹੈ। ਉਸ ਤੋਂ ਪਹਿਲਾਂ ਅਸੀਂ ਚੱਲ ਨਹੀਂ ਸਕਦੇ। ਜਦੋਂ ਆਪਾਂ ਅਰਦਾਸ ਕਰਦੇ ਹਾਂ, ਅਰਦਾਸ ਦੇ ਵਿੱਚ ਕੀ ਕਰਦੇ? ਲਾਸਟ ਤੇ ਪੰਕਤੀ ਪੜ੍ਹੀ ਜਾਂਦੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਚੜ੍ਹਦੀ ਕਲਾ ਦਾ ਮਤਲਬ ਕੀ ਹੈ? ਸਿੰਘ ਸ਼ਹੀਦ ਹੋ ਜਾਂਦੇ ਦੇਸੀ ਜੰਗਲਾਂ ਦੇ ਵਿੱਚ, ਕਿੰਨੇ ਦਿਨ ਹੋਣਾ, ਕੁਝ ਖਾਦਾ ਹੀ ਨਾ ਹੋਣਾ, ਉਹਨਾਂ ਜਕਾਰਾ ਬਣਾਉਣਾ, ਅਰਦਾਸ ਕਰਨੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਚੜ੍ਹਦੀ ਕਲਾ 'ਚ, ਚੜ੍ਹਦੀ ਕਲਾ ਕਹਿਣ ਨਾਲ ਚੜ੍ਹਦੀ ਕਲਾ ਸਿਰਫ ਜੀਵਨ 'ਚ ਵੀ ਆਵੇ। ਇਹ ਨਾ ਹੋਵੇ ਕੱਲਾ ਚੜ੍ਹਦੀ ਕਲਾ ਇਸ ਕਰਕੇ ਬੋਲੀਏ ਵੀ ਬਾਬਾ ਅਰਦਾਸ ਕਰਨ ਵੜ ਗਿਆ, ਚੱਲ ਹੁਣ ਮੱਥਾ ਟੇਕੂਗਾ, ਕੜਾਹ ਪ੍ਰਸ਼ਾਦੀ ਦੇਖ ਲਵਾਂਗੇ, ਘਰ ਨੂੰ ਜਾਵਾਂਗੇ। ਗੁਰੂ ਸਾਹਿਬ ਦੀ ਕਿਰਪਾ ਕਰਨ, ਤੁਸੀਂ ਇਹਨਾਂ ਮੁਕਾਬਲਿਆਂ 'ਚ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ। ਮੈਂ ਬੇਨਤੀ ਆ, ਇਸ ਜ਼ੋਨ ਦਾ ਸੇਵਾਦਾਰ ਹੋਣ ਦੇ ਨਾਤੇ, ਮਾਤਾ ਪਿਤਾ ਜਿਨ੍ਹਾਂ ਦੇ ਨਾਲ ਜੁਆਇਨ ਨੇ, ਜਿਹੜੇ ਬੱਚੇ ਜੁਆਇਨ ਨੇ, ਖਾਸ ਕਰਕੇ ਬਹੁਤ ਵੱਡਾ ਧੰਨਵਾਦ ਅਧਿਆਪਕ ਸਾਹਿਬਾਨਾਂ ਦਾ, ਜਿਨ੍ਹਾਂ ਨੇ ਬਹੁਤ ਕੋਸ਼ਿਸ਼ ਕਰਕੇ ਬੱਚਿਆਂ ਤੱਕ ਇਹ ਮੈਸੇਜ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ 1972 ਤੋਂ ਕਾਰਜਸ਼ੀਲ ਹੈ। ਇੱਕ ਵਿਦਿਅਕ ਅਦਾਰੇ ਦੇ ਵਿੱਚੋਂ ਚੱਲੀ ਹੋਈ ਸੰਸਥਾ, ਐਜੂਕੇਸ਼ਨਲ ਵੇ ਦੇ ਨਾਲ ਤੁਹਾਡੇ ਨਾਲ ਇੱਕ ਕੋਸ਼ਿਸ਼ ਹੈ ਸੰਭਵ ਹਰ ਇੱਕ ਵੀਰ ਦੀ, ਸਾਡੇ ਬੱਚੇ ਵਧੀਆ ਪੋਸਟਾਂ ਤੇ ਸੈੱਟ ਹੋਣ, ਉਹਨਾਂ ਕੋਲ ਚੰਗਾ ਗਿਆਨ ਹੋਵੇ, ਉਹਨਾਂ ਕੋਲ ਚੰਗੇ ਗੁਣ ਹੋਣ, ਉਹ ਸਮਾਜ ਵਿੱਚ ਚੱਲਣ, ਡਾਕਟਰ ਤਾਂ ਬਣ ਜਾਣ, ਪਰ ਡਾਕਟਰ ਨਾ ਇਕੱਲੇ ਬਣਨ, ਉਹਨਾਂ ਨੂੰ ਚੰਗਾ ਡਾਕਟਰ ਕਿਹਾ ਜਾਵੇ। ਉਹ ਵਕੀਲ ਬਣਨ, ਵਕੀਲ ਚੰਗੇ ਵਕੀਲ ਬਣਨ, ਉਹ ਜੱਜ ਬਣਨ, ਕਿਉਂ ਨਹੀਂ ਬਣਨਗੇ? ਸਾਰੇ ਬਣਨਗੇ। ਸਾਰਾ ਕੁਝ ਤੁਸੀਂ ਚੰਗੀਆਂ ਪ੍ਰਾਪਤੀਆਂ ਕਰੋ। ਇਹ ਉਦੇਸ਼ ਹੈ, ਮਨੋਰਥ ਹੈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਵਿਚਾਰ ਹੋਈ ਹੈ ਵੱਡੇ ਵੀਰਾਂ ਤੋਂ ਸਹਿਮਤੀ ਲੈ ਕੇ ਵੀ ਅਸੀਂ ਤੁਹਾਡੇ ਮੁਕਾਬਲੇ, ਅੱਗੇ ਅਸੀਂ ਇਕੱਠੇ ਰੱਖਦੇ ਸੀ, ਇਸ ਵਾਰੀ ਅਸੀਂ ਇੱਕ ਮੁਕਾਬਲਾ ਰੱਖਿਆ ਹੈ। ਲੋਕਡਾਊਨ ਜੋ ਹਾਲਾਤ ਬਣੇ ਆ, ਲੱਗਦਾ ਹੈ ਲੰਬਾ ਸਮਾਂ ਚੱਲਣਾ ਹੈ। ਤੁਸੀਂ ਸਕੂਲ ਦੀਆਂ ਪੜ੍ਹਾਈ ਹੈ ਜਿਹੜੀ ਵਧੀਆ ਤਰੀਕੇ ਨਾਲ ਕਰਿਆ ਕਰੋ। ਮਨ ਵੇਖੀਏ ਸਾਡਾ ਬੈਲੈਂਸ ਚ ਆ ਕਿ ਨਹੀਂ ਬੈਲੈਂਸ। ਜਿਹਦਾ ਮਨ ਬੈਲੈਂਸ ਹੋਇਆ ਨਾ, ਚੈੱਕ ਕਰ ਲਈਏ। ਜੇ ਤੇ ਮੰਮੀ ਪਾਸੇ ਗਈ ਆ, ਮੰਮੀ ਦਾ ਇਰਾਦਾ ਜ਼ੂਮ ਤੇ ਕਲਾਸ ਲੱਗੀ ਆ, ਆਪਾਂ ਕਾਰਟੂਨ ਵੇਖੀ ਜਾਂਦੇ, ਕੋਈ ਵੀਡੀਓ ਵੇਖੀ ਜਾਂਦੇ, ਗੇਮ ਖੇਡੀ ਜਾਂਦੇ, ਇਸ ਆਪਣੇ ਨਾ ਆਪਣੇ ਆਪ ਨੂੰ ਕਹਿ ਲਿਓ ਵੀ ਮੇਰਾ ਮਨ ਸਥਿਰ ਨਹੀਂ ਹੈਗਾ, ਮੈਂ ਇੰਬੈਲੈਂਸ ਆ, ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਵਧਣਗੀਆਂ। ਅਸੀਂ ਵਿਸ਼ਾ ਕਿਹੜਾ ਸਾਂਝਾ ਕੀਤਾ? ਹਾਊ ਟੂ ਓਵਰਕਮ ਲਾਈਫ ਡਿਫਿਕਲਟੀਜ਼। ਮੁਸ਼ਕਲਾਂ ਜ਼ਿੰਦਗੀ ਦੀਆਂ ਵੱਧ ਜਾਣੀਆਂ ਹੈ ਜਦੋਂ ਅਸੀਂ ਆਪਣੇ ਟਰੈਕ ਤੋਂ ਲੱਥ ਗਏ। ਜਿਹੜੀ ਰੇਲ ਗੱਡੀ ਲਾਈਨ ਤੇ ਚੱਲਦੀ ਆ, ਉਹ ਕਿਸੇ ਮੰਜ਼ਿਲ ਤੇ ਪਹੁੰਚ ਜਾਂਦੀ, ਜਿਹੜੀ ਲਾਈਨ ਤੋਂ ਲੱਥ ਜਾਂਦੀ ਆ
ਉਹ ਮੰਜ਼ਿਲ ਤੇ ਨਹੀਂ ਕਿਸੇ ਦੇ ਪਹੁੰਚਦੀ, ਉਹ ਰਸਤੇ ਵਿੱਚ ਹੀ ਕ੍ਰੈਸ਼ ਹੋ ਜਾਂਦੀ ਹੈ, ਲੋਕਾਂ ਦੀਆਂ ਜਾਨਾਂ ਬਰਬਾਦ ਹੋ ਜਾਂਦੀਆਂ, ਨੁਕਸਾਨ ਹੋ ਜਾਂਦਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਭਾਸ਼ਣ ਮੁਕਾਬਲਾ ਤੁਹਾਡਾ ਜਿਹੜਾ ਕਰਵਾਇਆ ਜਾਵੇਗਾ, ਉਸ ਭਾਸ਼ਣ ਮੁਕਾਬਲੇ ਦੇ ਵਿੱਚ ਵੀ ਇਸੇ ਤਰ੍ਹਾਂ ਤੁਸੀਂ ਪਾਰਟਿਸਿਪੇਟ ਕਰਨਾ ਹੈ। ਮਨੋਰਥ ਇੱਕੋ ਇੱਕ ਹੈ, ਅਸੀਂ ਗੁਰੂ ਨਾਲ ਜੁੜ ਜਾਈਏ। ਤੁਸੀਂ ਬਾ ਕਮਾਲ ਕਵਿਤਾ ਬੋਲੀਆਂ, ਸੱਚ ਜਾਣਿਓ ਜਿਸ ਦਾ ਰਿਜ਼ਲਟ ਤਿਆਰ ਕਰਨ ਵਾਸਤੇ ਅਸੀਂ ਉਹ ਸਾਰਾ ਕੁਝ ਇਕੱਠਾ ਕਰ ਰਹੇ ਸੀ, ਹੈਰਾਨੀ ਹੋਈ, ਇਹੋ ਜੀ ਬਾ ਕਮਾਲ ਤੁਸੀਂ ਪੇਸ਼ਕਾਰੀ ਕੀਤੀ ਹੈ। ਤੁਸੀਂ ਆਉਣ ਵਾਲੇ ਯੁੱਗ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਉਹ ਕਵੀ ਜੇ ਜਿਨ੍ਹਾਂ ਨੂੰ ਸਤਿਗੁਰ ਪਾਤਸ਼ਾਹ ਕਿਤੇ ਢਾਲਾਂ ਭਰ ਕੇ ਦਿੰਦੇ ਰਹੇ ਸੀ, ਤੁਸੀਂ ਉਹ ਰੁਤਬੇ ਪ੍ਰਾਪਤ ਕਰਨੇ ਆ। ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਹਾਸਲ ਕਰਕੇ, ਆਪਣੀ ਇਮਾਨਦਾਰੀ ਦੇ ਨਾਲ ਵਧੀਆ ਪੜ੍ਹਾਈ ਕਰਕੇ, ਆਪਣੇ ਪੇਰੈਂਟਸ ਦੇ ਆਗਿਆਕਾਰ ਬਣ ਕੇ, ਮੰਮੀ ਨੂੰ ਫਿਕਰ ਨਾ ਹੋਵੇ ਮੇਰਾ ਪੁੱਤ ਮੇਰੀ ਧੀ ਮੋਬਾਈਲ ਉਹਦੇ ਕੋਲ ਹੈ ਉਹ ਗਲਤ ਕੁਝ ਵੇਖੂਗੀ, ਨਹੀਂ, ਉਹਨੂੰ ਮਾਣ ਹੋਵੇ ਵੀ ਮੇਰੀ ਧੀ ਮੇਰਾ ਪੁੱਤ ਇੰਨੇ ਬੱਚੇ ਸਿਆਣੇ ਹੈਗੇ, ਮਾਣ ਹੋਵੇ, ਕਵੇ ਕਿਸੇ ਨੂੰ, ਦੱਸੇ ਕਿਸੇ ਨੂੰ ਵੀ ਸਾਡਾ ਬੱਚਾ ਨਾ ਕੰਮ ਹੁੰਦਾ ਹੈ, ਕਲਾਸ ਆਉਂਦੀ ਉਹ ਲਾ ਲੈਂਦੇ, ਕੰਮ ਹੁੰਦੇ ਵੇਖ ਲੈਂਦੇ, ਫਿਰ ਪੜ੍ਹਦੇ ਆ। ਵੈਸੇ ਹਾਲਾਤ ਜਿਵੇਂ ਬਣ ਚੁੱਕੇ ਆ, ਇਹਨਾਂ ਦਾ ਅਸੀਂ ਮੁਕਾਬਲਾ ਕਰਨਾ ਹੈ ਤੇ ਰਹਿ ਕੇ ਚੜ੍ਹਦੀ ਕਲਾ 'ਚ ਮਨ ਸਾਡਾ ਸਥਿਰ ਰਵੇ। ਅਸੀਂ ਗੁਰਬਾਣੀ ਪੜ੍ਹੀਏ, ਵੱਧ ਸਮਾਂ ਦੇ ਦਈਏ, ਘਰਾਂ ਵਿੱਚ ਬੈਠੇ ਸਹਿਜ ਪਾਠ ਆਰੰਭ ਕਰ ਲਈਏ। ਜਿੱਥੇ ਸੈਂਚੀਆਂ ਦੀ ਪੋਥੀਆਂ ਦੀ ਲੋੜ, ਨੰਬਰ ਤੁਹਾਡੇ ਕੋਲ ਵੀਰਾਂ ਦੇ, ਤੁਸੀਂ ਕਹਿ ਦਿਓ ਤੁਹਾਡੇ ਤੱਕ ਪਹੁੰਚ ਜਾਣਗੀਆਂ। ਮੈਂ ਅਖੀਰ ਵਿੱਚ ਮੈਨੂੰ ਵੀਰਾਂ ਵੱਲੋਂ ਹੁਕਮ ਸੀ, 2 ਹੋਮਵਰਕ ਹੈ ਤੁਹਾਡੇ, ਉਹ ਤੁਸੀਂ ਜ਼ਰੂਰ ਕਰਨੇ ਆ। ਮੈਨੂੰ ਆਸ ਹੈ ਤੁਸੀਂ ਬਿਲਕੁਲ ਪੱਕੇ ਤਰੀਕੇ ਨਾਲ ਕਰਾਂਗੇ। ਉਹ ਆਪਣੇ ਦਿਲ ਦੀਆਂ ਡਾਇਰੀਆਂ ਤੇ ਨੋਟ ਕਰ ਲੈਣੇ। ਉਹ ਹੋਮਵਰਕ ਕਿਹੜੇ ਆ? ਜੂਨੀਅਰ ਤੇ ਸੀਨੀਅਰ ਵਰਗ ਵਾਸਤੇ ਅਸੀਂ 400 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਮਨਾ ਰਹੇ ਹਾਂ। ਤੇ ਇੱਕ ਨਾ ਬਾਣੀ, ਜਦੋਂ ਅਸੀਂ ਕਿਸੇ ਦੇ ਘਰ ਅਖੰਡ ਪਾਠ ਸਾਹਿਬ ਹੁੰਦਾ ਜਾਂ ਆਪਣੇ ਘਰੇ ਹੁੰਦਾ, ਬਾਣੀ ਪੜ੍ਹੀ ਜਾਂਦੀ ਹੈ, ਜਦੋਂ ਬਾਬੇ 2-2 ਗ੍ਰੰਥੀ ਸਿੰਘ ਲੱਗਦੇ ਆ, ਉਹ ਸ਼ਲੋਕ ਹੁੰਦੇ ਗੁਰੂ ਤੇਗ ਬਹਾਦਰ ਪਾਤਸ਼ਾਹ 9ਵੇਂ ਪਾਤਸ਼ਾਹ ਜੀ ਦੇ ਸ਼ਲੋਕ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਉਹ ਸ਼ਲੋਕ ਜਿਹੜੇ ਆ, ਜਿਹੜਾ ਜੂਨੀਅਰ ਵਰਗ ਆ, ਉਹ 5-5 ਸ਼ਲੋਕ ਰੋਜ਼ਾਨਾ ਪਹਿਲਾਂ ਉਹਦੀ ਪ੍ਰੈਕਟਿਸ ਕਰਨੀ ਆ, ਆਪਣੀ ਮਧੁਰ ਆਵਾਜ਼ ਦੇ ਵਿੱਚ ਗਾਇਨ ਕਰਕੇ, ਪਿਆਰੀ ਪਿਆਰੀ ਆਵਾਜ਼ ਦੇ ਵਿੱਚ ਗਾਇਨ ਕਰਕੇ ਤੁਸੀਂ ਇਹਨਾਂ ਨੰਬਰਾਂ ਤੇ ਭੇਜਣੀ ਆ। ਜਿਹੜਾ ਸੀਨੀਅਰ ਵਰਗ ਆ, ਉਹਨੇ ਪਹਿਲੇ 10-10 ਸ਼ਲੋਕ ਉਹਨੇ ਉਹ ਗਾਇਨ ਕਰਕੇ ਪਹਿਲਾਂ ਰੋਜ਼ ਤੁਸੀਂ ਪ੍ਰੈਕਟਿਸ ਕਰਨੀ ਆ। ਉਹ 1 ਤੋਂ 3 ਜੂਨ ਦਾ ਟਾਈਮ ਹੈ, 1, 2, 3 ਤਰੀਕਾਂ, 3 ਜੂਨ ਤੱਕ, ਪਹਿਲਾਂ ਨਹੀਂ, ਇਸ ਤੋਂ 1 ਤੋਂ 3 ਜੂਨ ਤੱਕ ਭੇਜਣੀ ਆ। ਪਹਿਲਾਂ ਤੁਸੀਂ ਡੇਲੀ ਪੜ੍ਹਿਆ ਕਰਨਾ, ਗੁਰਬਾਣੀ ਨੂੰ ਪੜ੍ਹਨਾ ਹੈ, ਉਹਨੂੰ ਗੁਰਬਾਣੀ ਗਾਇਨ ਕਰਿਆ ਕਰਨੀ, ਪਾਠ ਕਰਿਆ ਕਰੋ, ਨਾਲ ਉਹ ਸ਼ਲੋਕ ਵੀ ਤੁਸੀਂ ਗਾਇਨ ਕਰਨੇ ਸ਼ੁਰੂ ਕਰ ਦਿਓ। ਤੇ ਜੂਨੀਅਰ ਵਰਗ ਨੇ 1 ਤੋਂ 5 ਸ਼ਲੋਕ ਹੈ, ਤੇ ਜਿਹੜਾ ਸੀਨੀਅਰ ਵਰਗ ਹੈ ਉਹਨੇ 1 ਤੋਂ 10 ਸ਼ਲੋਕ ਜਿਹੜੇ ਆ ਉਹ ਤੁਸੀਂ ਭੇਜਣੇ ਆ। ਔਰ ਉਹ ਸ਼ਲੋਕ ਆ ਜਿਹੜੇ ਫਿਰ ਉਹਨਾਂ ਦੇ ਵਿੱਚੋਂ ਜਿਹੜੇ ਬੱਚੇ ਸਿਲੈਕਟ ਹੋਣਗੇ, ਉਹਨਾਂ ਨੂੰ ਵੀ ਪ੍ਰਾਈਜ਼ ਜਿਹੜੇ ਆ ਉਹ ਉਹਨਾਂ ਦੇ ਆਧਾਰਿਤ, ਉਹਨਾਂ ਦਾ ਉਚਾਰਨ ਕਿਵੇਂ ਦਾ ਸੀ, ਉਹਨਾਂ ਦੀ ਲੈ ਕਿਵੇਂ ਦੀ ਸੀ, ਉਹਨਾਂ ਨੇ ਕਿੰਨੇ ਕੁ ਰੰਗ ਵਿੱਚ, ਕਿੰਨੇ ਪਿਆਰ ਵਿੱਚ, ਜਿਨ੍ਹਾਂ ਨੇ ਕੰਠ ਕਰਕੇ ਬੋਲੇ ਆ ਉਹਨਾਂ ਦੇ ਪਲੱਸ ਪੁਆਇੰਟ ਹੋਣਗੇ, ਜਿਨ੍ਹਾਂ ਨੇ ਵੇਖ ਕੇ ਬੋਲੇ ਉਹ ਵੀ ਕੰਪੀਟੀਸ਼ਨ ਉਸ ਵਿੱਚ ਸ਼ਾਮਲ ਹੋਣਗੇ। ਇਹ ਤੁਹਾਡਾ ਹੋਮਵਰਕ ਹੈ। ਇਹ ਨਹੀਂ ਵੀ ਅੱਜ ਮੁਕਾਬਲਾ ਹੋ ਗਿਆ ਆਪਾਂ ਕਾਪੀਆਂ ਰੱਖ ਦੇਣੀਆਂ, ਮੇਰੀ ਤੇ ਪੋਜੀਸ਼ਨ ਨਹੀਂ ਆਈ ਆਪਾਂ ਕਿਉਂ ਪੜ੍ਹੀਏ ਜੀ, ਆਪਾਂ ਨੂੰ ਨਹੀਂ ਲੋੜ ਹੈਗੀ, ਆਪਣੀ ਤੇ ਪੋਜੀਸ਼ਨ ਨਹੀਂ ਆਈ ਜੀ, ਆਪਾਂ ਕੀ ਕਰੀਏ, ਸਾਡੀ ਕਵਿਤਾ ਬੜੀ ਸੋਹਣੀ ਸੀ, ਇਹ ਨਹੀਂ ਕਰਨਾ ਸੀ। ਦੂਜਾ ਇਹ ਕਿ ਨੈਕਸਟ ਜਿਹੜਾ ਵਾ ਉਹ ਭਾਸ਼ਣ ਮੁਕਾਬਲਾ ਹੋਣਾ, ਉਹ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ 400 ਸਾਲਾਂ ਤੇ ਹੀ ਆ। ਉਹ ਭਾਸ਼ਣ ਮੁਕਾਬਲੇ ਦੀ ਤਿਆਰੀ ਕਰੋ, ਵਿਸ਼ੇ ਤੁਹਾਨੂੰ ਬਹੁਤ ਜਲਦੀ ਸਾਂਝੇ ਕਰ ਦਿੱਤੇ ਜਾਣਗੇ। ਉਸ ਭਾਸ਼ਣ ਮੁਕਾਬਲੇ ਵਿੱਚ ਵੀ ਵੱਧ ਤੋਂ ਵੱਧ ਆਪਾਂ ਜਿਹੜਾ ਪਾਰਟਿਸਿਪੇਟ ਕਰਨਾ, ਮਨੋਰਥ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਗੁਰੂ ਸਾਹਿਬ ਜੀ ਦਾ ਜੀਵਨ ਆ ਜਿਹੜਾ ਉਹ ਆਪਾਂ ਸਤਿਗੁਰੂ ਪਾਤਸ਼ਾਹ ਦੇ ਜੀਵਨ ਦੇ ਦਰਸ਼ਨ ਕਰਨੇ ਆ। ਜਿਨ੍ਹਾਂ ਬੱਚਿਆਂ ਦੇ ਸ਼ਲੋਕ ਵਧੀਆ ਹੋਣਗੇ, ਜਿਵੇਂ ਆਹ ਬੱਚਿਆਂ ਦੀਆਂ ਕਵਿਤਾਵਾਂ ਵਧੀਆ ਵਾ, ਬਹੁਤ ਵਧੀਆ, ਸਾਰੀਆਂ ਵਧੀਆ ਸੀ, ਪਰ ਜਿਨ੍ਹਾਂ ਦੀਆਂ ਸਿਲੈਕਟਡ ਆ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਨਾ ਇੱਕ ਤੁਹਾਨੂੰ ਵੀਰ ਜੀ ਹੁਣਾਂ ਲਿੰਕ ਵੀ ਭੇਜਿਆ, ਜਿਨ੍ਹਾਂ ਨੰਬਰਾਂ ਤੇ ਤੁਸੀਂ ਭੇਜੀਆਂ ਸੀ ਵੀਡੀਓ, ਉਹ YouTube ਚੈਨਲ ਆ, ਉਹ ਸਬਸਕ੍ਰਾਈਬ ਕਰ ਲਿਓ। ਉਹਨਾਂ ਚੈਨਲ ਦੇ ਉੱਪਰ ਤੁਹਾਡਾ ਜਿੰਨੀ ਪਰਫਾਰਮ ਤੁਸੀਂ ਕੀਤਾ ਹੈ, ਕੱਲੇ ਬੱਚੇ ਦੀ ਪਰਫਾਰਮੈਂਸ ਉਸ ਚੈਨਲ ਦੇ ਉੱਪਰ ਪੈ ਜਾਣੀ ਹੈ, YouTube ਚੈਨਲ ਦੇ ਉੱਪਰ, ਉਹਨੂੰ ਤੁਸੀਂ ਕਦੇ ਵੀ ਵੇਖ ਸਕਦੇ ਜੋ ਲਾਈਫ ਟਾਈਮ ਲਈ ਆ। ਜਿਹੜੇ ਤੁਸੀਂ ਸ਼ਲੋਕ ਬੋਲ ਕੇ ਭੇਜੋਗੇ, ਬਿਲਕੁਲ ਹੈਂਡ ਵਾਸ਼ ਕਰਕੇ, ਸਿਰ ਕਵਰ ਹੋਵੇ, ਅਸੀਂ ਫਤਿਹ ਬੁਲਾ ਕੇ ਬੜੇ ਵਧੀਆ ਆਰਾਮ ਨਾਲ ਗੁਰਬਾਣੀ, ਜਿੱਥੇ ਮਤਲਬ ਉਸ ਮਾਹੌਲ ਵਿੱਚ ਬੈਠ ਕੇ ਗੁਰਬਾਣੀ ਤੁਸੀਂ ਗਾਇਨ ਕਰਨੀ ਆ, ਉਹ ਤੁਸੀਂ ਵੀਡੀਓ ਭੇਜੋਗੇ, ਉਹ ਵੀ ਉਸ YouTube ਚੈਨਲ ਦੇ ਉੱਪਰ ਜਿਹੜੀਆਂ ਉਹ ਚੜ ਜਾਣਗੀਆਂ। ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਮਾਤਾ ਪਿਤਾ ਦਾ ਬਹੁਤ ਧੰਨਵਾਦ ਹੈ, ਆਪ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਬਹੁਤ ਸਾਰੇ ਬੱਚੇ ਜਿਹੜੇ ਆ, ਤੇ ਬੱਚਿਆਂ ਦੇ ਵੀ ਕਮੈਂਟ ਆਇਆ ਕਿ ਫਸਟ ਹੋਮਵਰਕ ਜਿਹੜਾ ਉਹ ਰਿਪੀਟ ਕਰ ਦਿਓ। ਪਹਿਲਾ ਹੋਮਵਰਕ ਇਹ ਹੈ ਕਿ ਜਿਹੜੇ ਜੂਨੀਅਰ ਵਰਗ ਹੈ, ਛੋਟੀਆਂ ਕਲਾਸਾਂ ਵਾਲੇ, ਉਹਨਾਂ ਨੇ 5-5 ਸ਼ਲੋਕ
ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਭਜ ਹਰਮਨਾ, ਜਿਹ ਬਦ ਜਲ ਕੋ ਮੀਨ। ਇਹ ਸ਼ਲੋਕ ਜਿਹੜੇ ਇੱਕ ਸ਼ਲੋਕ ਹੈ, ਇਸੇ ਤਰ੍ਹਾਂ ਪਹਿਲੇ 5 ਸ਼ਲੋਕ ਉਹਨਾਂ ਨੂੰ ਕੰਠ ਕਰਨਾ ਹੈ, ਯਾਦ ਕਰਨਾ ਹੈ। ਜਦੋਂ ਕਿਸੇ ਤੇ ਉਹਦਾ ਪਤਾ ਆਨੰਦ ਕਿੰਨਾ ਹੋਣਾ, ਜਦੋਂ ਤੁਹਾਡੇ ਆਂਢ ਗੁਆਂਢ ਸਪੀਕਰ ਲੱਗਾ ਹੋਇਆ, ਪਾਠ ਦੇ ਭੋਗ ਪੈਣ ਲੱਗੇ ਜਾਂ ਬਾਬਾ ਜੀ ਗੁਰਦੁਆਰਾ ਸਾਹਿਬ ਪਹੁੰਚ, ਫਿਰ ਤੁਸੀਂ ਨਾਲ ਗਾਇਆ ਕਰਨਾ ਹੈ। ਸਤਿਗੁਰ ਕਹਿੰਦੇ ਨਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਬਾਣੀਆਂ ਦਾ ਸਿਰਾ ਇਹ ਬਾਣੀ ਸਭ ਤੋਂ ਉੱਤਮ ਬਾਣੀ ਹੈ। ਉਹ ਬਾਣੀ ਜਦੋਂ ਤੁਸੀਂ ਗਾਇਆ ਕਰਨੀ, ਫਿਰ ਤੁਹਾਨੂੰ ਆਨੰਦ ਬੜਾ ਆਇਆ ਕਰਨਾ। ਪਹਿਲਾ ਹੋਮਵਰਕ ਕੇ ਜੂਨੀਅਰ ਵਰਗ ਨੇ 5 ਸ਼ਲੋਕ 1 ਤੋਂ 3 ਜੂਨ ਦੇ ਵਿੱਚ ਭੇਜਣੇ ਆ, ਪਰ ਸ਼ਰਤ ਵੀ ਉਦੋਂ ਤੱਕ ਉਹਨੇ ਦਿਨ ਪ੍ਰੈਕਟਿਸ ਕਰਨ। ਅੱਜ 16 ਤਰੀਕ ਹੈ, ਅੱਜ ਤੋਂ ਲੈ ਕੇ 14 ਦਿਨ ਬਾਕੀ ਹੈ। ਪ੍ਰੈਕਟਿਸ ਕਰਨਗੇ 1 ਤੋਂ 3 ਜੂਨ ਤੱਕ ਉਹ ਭੇਜਣਗੇ। ਜਿਹੜਾ ਸੀਨੀਅਰ ਵਰਗ ਆ, ਉਹਨੇ 10 ਪਹਿਲੇ ਸ਼ਲੋਕ ਆ ਜਿਹੜੇ ਗੁਣ ਗੋਬਿੰਦ ਗਾਇਓ ਨਹੀਂ, ਸ਼ਲੋਕ ਮਹਲਾ 9 ਵਾਲੇ, ਉਹ ਭੇਜਣੇ ਆ। ਸੋ ਸਭਨਾਂ ਦਾ ਬਹੁਤ ਧੰਨਵਾਦ, ਮਾਤਾ ਪਿਤਾ ਦਾ ਧੰਨਵਾਦ। ਬਹੁਤ ਸਾਰੇ ਬੱਚੇ ਕਮੈਂਟ ਕਰ ਰਹੇ ਸੀ, ਬੜੇ ਪਿਆਰ ਵਿੱਚ ਫਤਿਹ ਬੁਲਾ ਰਹੇ ਆ। ਸਾਰਿਆਂ ਬੱਚਿਆਂ ਨੂੰ ਨਿਮਰਤਾ ਸਹਿਤ ਸਾਰਿਆਂ ਦੀ ਫਤਿਹ ਪ੍ਰਵਾਨ। ਗੁਰੂ ਸਾਹਿਬ ਜੀ ਕਿਰਪਾ ਕਰਨ, ਤੁਹਾਡੇ ਅੰਦਰ ਗੁਰਮਤ ਦੀ ਰਹਿਣੀ ਆ ਜਾਵੇ। ਸਾਡੇ ਹੱਥਾਂ 'ਚ ਗੁਰਦੁਆਰਾ ਗੁਰੂ ਸਾਹਿਬ ਜੀ ਦੇ ਗੁਟਕਾ ਸਾਹਿਬਾਨ ਆ ਜਾਣ। ਆਪ ਗੁਰਬਾਣੀ ਪੜ੍ਹੀਏ ਤੇ ਇੱਕ ਗੁਰੂ ਤੋਂ ਇਲਾਵਾ, ਸਾਹਿਬ ਮੇਰਾ ਇੱਕੋ ਹੈ, ਭਾਈ ਇੱਕੋ ਹੈ, ਇੱਕ ਤੋਂ ਇਲਾਵਾ ਕਿਸੇ ਬਾਬੇ ਨੂੰ, ਕਿਸੇ ਡੇਰੇ ਨੂੰ, ਕਿਸੇ ਕਬਰ ਨੂੰ, ਕਿਸੇ ਮੜੀ ਨੂੰ, ਕਿਸੇ ਮਸਾਨ ਨੂੰ ਅਸੀਂ ਕਿਸੇ ਨੂੰ ਨਹੀਂ ਮੰਨਣਾ। ਸਿੱਖ ਦਾ ਸਿਰ ਸਿਰਫ ਇੱਕ ਅੱਗੇ ਝੁਕਣਾ ਹੈ, ਉਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹੈ। ਇੱਕ ਦੇ ਹੋ ਕੇ ਵੇਖੀਏ, ਫਿਰ ਉਹ ਸਾਡਾ ਹੋ ਜਾਂਦਾ ਹੈ ਜਦੋਂ ਅਸੀਂ ਉਹਦੇ ਹੋ ਜਾਵਾਂਗੇ। ਹੁਣ ਤੁਹਾਡਾ ਜਿਹੜਾ ਰਿਜ਼ਲਟ ਆ, ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਣਾ। ਮਾਤਾ ਪਿਤਾ ਦਾ, ਅਧਿਆਪਕ ਸਾਹਿਬਾਨਾਂ ਦਾ, ਸਕੂਲ ਪ੍ਰਿੰਸੀਪਲ ਦਾ ਬਹੁਤ ਬਹੁਤ ਧੰਨਵਾਦ। ਮੇਰੇ ਕੋਲ ਬੋਲਦਿਆਂ ਬਹੁਤ ਗਲਤੀਆਂ ਹੋ ਗਈਆਂ, ਉਹਦੇ ਲਈ ਮੈਂ ਮਾਫੀ ਮੰਗਦਾ ਹੈ। ਸਭਨਾਂ ਦਾ ਧੰਨਵਾਦ। ਆਓ ਸਾਰੇ ਬੱਚਿਆਂ ਦੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨਾ। ਆਪਾਂ ਗੱਜ ਕੇ ਫਿਰ ਫਤਿਹ ਬੁਲਾਉਣੇ, ਭਾਵੇਂ ਮਿਊਟ ਜਿਹੜੇ ਆ ਤੁਹਾਡੇ ਮਾਈਕ ਮਿਊਟ ਕੀਤੇ ਹੋਏ ਆ ਹੋਸਟ ਵੱਲੋਂ। ਸਾਰਿਆਂ ਨੂੰ ਗੱਜ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਹਰਜਿੰਦਰ ਸਿੰਘ ਜੀ, ਮਾਣਕਪੁਰਾ ਜ਼ੋਨਲ ਸਕੱਤਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮ੍ਰਿਤਸਰ ਤਰਨਤਾਰਨ ਜ਼ੋਨ, ਜਿਨ੍ਹਾਂ ਨੇ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਆਪਣੇ ਵਿਸ਼ੇ ਦੇ ਵਿੱਚ ਜਿਹੜੀਆਂ ਉਹ ਗੱਲਾਂ ਕੀਤੀਆਂ ਨੇ। ਤੇ ਔਰ ਵਿਦਿਆਰਥੀਆਂ ਨੇ ਜਿਹੜਾ ਕਿ YouTube ਦੇ ਉੱਪਰ ਵੀ ਔਰ Zoom ਦੇ ਉੱਪਰ ਇੱਥੇ ਵੀ ਜਿਹੜਾ ਕਿ ਜੁੜ ਕੇ ਉਹ ਬੜੇ ਲਾਹੇ ਲਏ ਨੇ। ਇਹ ਬੜੇ ਬੱਚਿਆਂ ਦੇ ਚਾਅ ਦੇ ਵਿੱਚ ਮੈਸੇਜ ਵੀ ਆ ਰਹੇ ਨੇ ਕਿ ਬੜਾ ਵਧੀਆ ਸੀ, ਜਿਹੜੀਆਂ ਮੁਸ਼ਕਿਲਾਂ ਦੇ ਉਹਨਾਂ ਦੇ ਹੱਲ ਨੇ ਉਹ ਲੱਭੇ ਨੇ। ਔਰ ਕੁਝ ਵਿਦਿਆਰਥੀ ਜੋ ਕਾਪੀ ਪੈਨ ਲੈ ਕੇ ਨਾਲ ਨੋਟ ਵੀ ਕਰ ਰਹੇ ਨੇ, ਸਭ ਬੜੇ ਚੜ੍ਹਦੀ ਕਲਾ ਵਾਲੇ ਵਿਦਿਆਰਥੀ ਨੇ। ਔਰ ਬੇਨਤੀ ਹੈ ਕਿ ਜਿਹੜਾ ਆਪ ਸਭ ਨੂੰ ਜੋ ਲਿੰਕ ਭੇਜਿਆ ਗਿਆ ਸੀ YouTube ਦਾ ਲਿੰਕ, ਜਿਹਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ GGSSC ਅੰਮ੍ਰਿਤਸਰ ਤਰਨਤਾਰਨ ਜ਼ੋਨ, ਜਿਸ ਵਿੱਚ ਆਪ ਜੀ ਨੇ ਉਹ ਸਬਸਕ੍ਰਾਈਬ ਵੀ ਕੀਤਾ ਹੈ, ਉਹਦੇ ਵਿੱਚ ਆਪ ਜੀ ਦਾ ਜਿਹੜਾ ਨਤੀਜਾ ਹੈ ਇਹ ਰਿਕਾਰਡਿੰਗ ਜਿਹੜੀ ਹੈ ਉਹ ਵੀ ਸਾਰੀ ਪੈ ਜਾਣੀ ਹੈ। ਔਰ ਉਸ ਤੋਂ ਬਾਅਦ ਕੱਲੇ ਜਿਵੇਂ ਵੀਰ ਜੀ ਨੇ ਦੱਸਿਆ ਵਿਦਿਆਰਥੀਆਂ ਦੀ ਵੀਡੀਓਜ਼ ਜਿਹੜੀਆਂ ਨੇ ਉਹ ਪੈਣਗੀਆਂ। ਔਰ ਉਸ ਤੋਂ ਇਲਾਵਾ ਜੇਕਰ ਕੋਈ ਵਿਦਿਆਰਥੀ ਬੱਚਾ ਕੋਈ ਚਾਹੁੰਦਾ ਵੀ ਹੈ ਕਿ ਜਿਵੇਂ ਕਿ ਉਹ ਕੋਈ ਹੋਰ ਤਰੀਕੇ ਦੇ ਨਾਲ ਅਸੀਂ ਵਧੀਆ ਤਰੀਕੇ ਨਾਲ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਮਨਾ ਸਕਦੇ ਹਾਂ, ਉਹਦੇ ਮਨ ਦੇ ਵਿੱਚ ਕੋਈ ਆਈਡੀਆ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ, ਮਾਤਾ ਪਿਤਾ ਪੇਰੈਂਟਸ ਤੇ ਟੀਚਰ ਦੇ ਵਿੱਚ ਵੀ ਖਿਆਲ ਆਉਂਦਾ ਹੈ, ਤੇ ਉਹ ਵੀ ਸਾਡੇ ਨਾਲ ਜਿਹੜਾ ਹੈ ਕਿ ਉਹ ਜ਼ਰੂਰ ਸਾਂਝਾ ਕਰੇ। ਕਿਉਂਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਪਲੇਟਫਾਰਮ ਜਿਹੜਾ ਇਹ ਸਭ ਦਾ ਸਾਂਝਾ ਪਲੇਟਫਾਰਮ ਹੈ। ਇਹਦੇ ਵਿੱਚ ਸਾਰੇ ਕਿਰਤੀ ਵੀਰ ਨੇ, ਕੋਈ ਖੇਤੀਬਾੜੀ ਕਰਦਾ ਹੈ, ਜ਼ਿਆਦਾਤਰ ਇਹਦੇ ਵਿੱਚ ਜਿਹੜੇ ਨੇ ਸਟੂਡੈਂਟ ਨੇ, ਵਿਦਿਆਰਥੀਆਂ ਦੀ ਹੀ ਇਹ ਜਥੇਬੰਦੀ ਹੈ। ਅਸੀਂ ਵੀ ਵਿਦਿਆਰਥੀ ਤੌਰ ਤੇ ਹੀ ਇੱਥੇ ਜਥੇਬੰਦੀ ਦੇ ਵਿੱਚ ਨਾਲ ਜੁੜੇ ਸੀ, ਔਰ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਇਹ ਚੰਗੀ ਜੌਬ ਦੇ ਉੱਤੇ ਆ ਜੀ। ਤੇ ਔਰ ਇਸੇ ਨਾਲ ਕਿ ਆਉਣ ਵਾਲੇ ਬੱਚਿਆਂ ਦਾ ਭਵਿੱਖ, ਤੁਹਾਡੀ ਪਰਸਨੈਲਿਟੀ ਇਸ ਤਰ੍ਹਾਂ ਤਰੀਕੇ ਨਾਲ ਡਿਵੈਲਪ ਹੋ ਜਾਂਦੀ ਹੈ ਕਿ ਤੁਸੀਂ ਹਰ ਪੱਖ ਤੋਂ ਜਿਹੜਾ ਹੈ ਕਿ ਉਹ ਤੁਹਾਨੂੰ ਜਿਹੜਾ ਕਿ ਉਹ ਸਰਬਪੱਖੀ ਜਿਹੜਾ ਹੁਨਰ ਨੂੰ ਨਿਖਾਰਨ ਦਾ ਇੱਕ ਜਿਹੜਾ ਕਿ ਜਥੇਬੰਦੀ ਪਲੇਟਫਾਰਮ ਤੁਹਾਨੂੰ ਪ੍ਰਦਾਨ ਕਰਦੀ ਹੈ। ਔਰ ਇਸ ਤੋਂ ਬਾਅਦ ਬੇਨਤੀ ਹੈ ਕਿ ਚੰਦ ਹੀ ਮਿੰਟਾਂ ਦੇ ਵਿੱਚ ਆਪਣੇ ਜੋ ਨਤੀਜੇ ਦਾ ਜਿਹੜਾ ਐਲਾਨ ਹੋਣ ਜਾਣਾ ਹੈ। ਭਾਈ ਗੁਰਚਰਨ ਸਿੰਘ ਜੀ ਜੋ ਚੀਫ ਆਰਗੇਨਾਈਜ਼ਰ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਉਹਨਾਂ ਨੂੰ ਬੇਨਤੀ ਹੈ ਕਿ ਉਹ ਜਿਹੜੇ ਧੰਨਵਾਦੀ ਸ਼ਬਦ ਨੇ, ਸਮਾਪਤੀ ਦੇ ਜਿਹੜੇ ਪ੍ਰੇਰਨਾਵਾਂ ਨੇ ਵਿਦਿਆਰਥੀਆਂ ਲਈ ਔਰ ਮਾਤਾ ਪਿਤਾਵਾਂ ਲਈ ਧੰਨਵਾਦੀ ਸ਼ਬਦ ਨੇ ਜਿਹੜੇ, ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰਨ ਜੀ। ਭਾਈ ਗੁਰਚਰਨ ਸਿੰਘ ਜੀ, ਚੀਫ ਆਰਗੇਨਾਈਜ਼ਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ। ਵੀਰ ਜੀ ਨੂੰ ਅਨਮਿਊਟ ਦੀ ਰਿਕੁਐਸਟ ਪਾਈ ਹੈ ਜੀ। ਹਾਂਜੀ ਵੀਰ ਜੀ। ਭਾਈ ਗੁਰਚਰਨ ਸਿੰਘ ਜੀ, ਆਪ ਜੀ ਦੀ ਆਵਾਜ਼ ਨਹੀਂ ਆਈ ਜੀ ਅਜੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਜੀ। ਕੀ ਫਤਿਹ। ਬਹੁਤ ਸਤਿਕਾਰਯੋਗ ਅੱਜ ਦੇ ਇਸ ਸਮਾਗਮ ਜਾਂ ਕੰਪੀਟੀਸ਼ਨ ਦੇ ਜਿਹੜੇ ਮੇਨ ਹੀਰੋ ਨੇ, ਮੇਰੇ ਪਿਆਰੇ ਬੱਚੇ, ਪਿਆਰੇ ਵਿਦਿਆਰਥੀਓ, ਔਰ ਉਹਨਾਂ ਦੇ ਮਾਤਾ ਪਿਤਾ, ਜਿਨ੍ਹਾਂ ਦੇ ਮਨ 'ਚ ਬੜਾ ਵੱਡਾ ਚਾਅ ਹੁੰਦਾ ਕਿ ਸਾਡੇ ਬੱਚੇ ਇੱਕ ਉੱਚ ਇਨਸਾਨ ਬਣਨ, ਉੱਚੀਆਂ ਕਦਰਾਂ ਕੀਮਤਾਂ ਉਹਨਾਂ ਵਿੱਚ ਹੋਣ, ਮਾਤਾ ਪਿਤਾ ਦੀ ਆਗਿਆਕਾਰੀ ਹੋਣ, ਔਰ ਇਸੇ ਤਰ੍ਹਾਂ ਅਧਿਆਪਕ ਸਾਹਿਬਾਨ ਜਿਨ੍ਹਾਂ ਨੂੰ ਹਮੇਸ਼ਾ ਚਾਅ ਰਹਿੰਦਾ ਹੈ ਕਿ ਸਾਡੇ ਬੱਚੇ ਬਹੁਤ ਪ੍ਰਾਪਤੀਆਂ ਕਰਨ, ਸਾਡੇ ਸਕੂਲ ਦਾ ਨਾਮ ਉੱਚਾ ਕਰਨ, ਔਰ ਅਸੀਂ ਮਾਣ ਕਰ ਸਕੀਏ ਕਿ ਸਾਡੇ ਵੱਲੋਂ ਪੜ੍ਹਾਏ ਹੋਏ ਬੱਚੇ, ਸਾਡੇ ਵੱਲੋਂ ਇਹਨਾਂ ਨੂੰ ਦਿੱਤੀ ਹੋਈ ਸਿੱਖਿਆ ਜਿਹੜੀ ਹੈ ਉਹ ਸਮਾਜ ਦੇ ਵਿੱਚ ਇੱਕ ਚੰਗੇ ਨਾਗਰਿਕ ਤਿਆਰ ਕਰਨ ਦੇ ਵਿੱਚ ਅਸੀਂ ਪਰਮੇਸ਼ਰ ਵੱਲੋਂ ਬਖਸ਼ੀ ਹੋਈ ਸੇਵਾ, ਬਖਸ਼ੀ ਹੋਈ ਜ਼ਿੰਮੇਵਾਰੀ ਨੂੰ ਨਿਭਾ ਸਕੇ ਹਾਂ। ਔਰ ਜਥੇਬੰਦੀ ਦੇ ਪ੍ਰਬੰਧਕ ਵੀਰ, ਆਓ ਫਤਿਹ ਦੇ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹਮੇਸ਼ਾ ਹੀ ਚਾਹ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ, ਉਹਨਾਂ ਦੇ ਵਿਰਸੇ ਦੇ ਨਾਲ, ਜੋ ਸਾਡਾ ਬੜਾ ਮਹਾਨ ਵਿਰਸਾ ਹੈ, ਜੋ ਗੁਰਮਤਿ ਦਾ ਵਿਰਸਾ ਹੈ, ਜੋ ਉੱਚ ਕਦਰਾਂ ਕੀਮਤਾਂ ਦਾ ਵਿਰਸਾ ਹੈ, ਉਸ ਦੇ ਨਾਲ ਜੋੜੀਏ ਔਰ ਉਹਨਾਂ ਨੂੰ ਅਹਿਸਾਸ ਕਰਾਈਏ ਕਿ ਤੁਸੀਂ ਜਿੱਥੇ ਦੁਨਿਆਵੀ ਵਿਦਿਆ ਹਾਸਲ ਕਰਨੀ ਹੈ, ਉੱਥੇ ਨਾਲ ਦੀ ਨਾਲ ਉੱਚ ਕਦਰਾਂ ਕੀਮਤਾਂ ਪ੍ਰਾਪਤ ਕਰਨੀਆਂ ਨੇ, ਜੋ ਸਾਨੂੰ ਸਭ ਤੋਂ ਉੱਪਰ ਜਿਹੜਾ ਹੈ ਉਹ ਗੁਰਬਾਣੀ ਤੋਂ, ਗੁਰੂ ਇਤਿਹਾਸ ਤੋਂ ਮਿਲਦੀਆਂ ਨੇ। ਔਰ ਸਾਨੂੰ ਬੜਾ ਵੱਡਾ ਮਾਣ ਹੈ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜੋ 400 ਸਾਲਾ ਪ੍ਰਕਾਸ਼ ਦਿਹਾੜਾ ਸਾਡੇ ਸਭਨਾਂ ਦੇ ਇਸ ਲਾਈਫ ਦੇ ਵਿੱਚ, ਸਾਡੇ ਜੀਵਨ ਵਿੱਚ ਆਇਆ, ਔਰ ਅਸੀਂ ਉਹ ਮਨਾ ਰਹੇ ਹਾਂ। ਔਰ ਜਿਹੜੇ ਮਨਾ ਰਹੇ ਹਨ ਉਹ ਮਾਣ ਵੀ ਕਰ ਰਹੇ ਨੇ ਕਿ ਸਤਿਗੁਰੂ ਪਾਤਸ਼ਾਹ ਸਾਡੇ ਤੇ ਤੁਸੀਂ ਕਿਰਪਾ ਕੀਤੀ ਕਿ ਤੁਹਾਡੀ ਸ਼ਤਾਬਦੀ ਜਿਹੜੀ ਆ ਉਹ ਅਸੀਂ ਇਸ ਤਰੀਕੇ ਨਾਲ ਮਨਾ ਰਹੇ ਹਾਂ, ਤੁਹਾਨੂੰ ਯਾਦ ਕਰਕੇ ਮਨਾ ਰਹੇ ਹਾਂ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹੀ ਉਦਮ ਕੀਤੇ ਜਾ ਰਹੇ ਨੇ, ਸਾਡੇ ਸਕੂਲ ਵੱਲੋਂ ਸਾਨੂੰ ਉਤਸ਼ਾਹਿਤ ਕੀਤਾ ਗਿਆ। ਇਹ ਸਾਰੀਆਂ ਬਖਸ਼ਾਂ ਜਿਹੜੀਆਂ ਨੇ ਇਹ ਸਾਨੂੰ ਇਸ ਸਤ ਸੰਗਤ ਚੋਂ ਪ੍ਰਾਪਤ ਹੋ ਰਹੀਆਂ ਨੇ। ਸੋ ਤੁਹਾਡੇ ਵੱਲੋਂ ਬੜੀ ਮਿਹਨਤ ਕੀਤੀ ਗਈ। ਮੇਰੇ ਸਤਿਕਾਰਯੋਗ ਵੀਰ ਸਰਦਾਰ ਬਲਜੀਤ ਸਿੰਘ ਹੋਰਾਂ ਨੇ ਤੁਹਾਨੂੰ ਬੜੀਆਂ ਪ੍ਰੇਰਨਾਵਾਂ ਦਿੱਤੀਆਂ, ਜਿੱਥੇ ਤੁਹਾਨੂੰ ਉਤਸ਼ਾਹਿਤ ਕੀਤਾ ਕਿ ਜਿੱਤਣਾ ਹੀ ਸਭ ਕੁਝ ਨਹੀਂ। ਇਹ ਜ਼ਰੂਰੀ ਨਹੀਂ ਕਿ ਹਰ ਇੱਕ ਪਹਿਲੇ ਨੰਬਰ ਤੇ ਆਵੇ, ਜ਼ਰੂਰੀ ਹੈ ਕਿ ਅਸੀਂ ਕੁਝ ਕਰ ਰਹੇ ਹਾਂ। ਸਭ ਤੋਂ ਜ਼ਰੂਰੀ ਹੈ ਕਿਉਂਕਿ ਪਰਮੇਸ਼ਰ ਜਿਹੜਾ ਨਾ ਉਹ ਹਰ ਜਿਹੜਾ ਜੋ ਇਸ ਖੇਡ ਨੂੰ ਖੇਡਦਾ ਹੈ, ਜੋ ਗੁਰਮਤਿ ਅਨੁਸਾਰ, ਜੋ ਚੰਗੇ ਜੀਵਨ ਵਾਲੇ ਪਾਸੇ, ਜੋ ਪੜ੍ਹਾਈ ਵਾਲੇ ਪਾਸੇ, ਵਿਦਿਆ ਵਾਲੇ ਪਾਸੇ, ਕਿਸੇ ਹੋਰ ਲਾਈਨ ਦੇ ਵਿੱਚ ਮਿਹਨਤ ਕਰਦਾ ਹੈ, ਉਹਨੂੰ ਪਿਆਰ ਕਰਦਾ ਹੈ। ਮੈਂ ਪੜ੍ਹ ਰਿਹਾ ਸੀ ਕਿ ਲਾਈਫ ਇੱਕ ਗੇਮ ਦੇ ਵਾਂਗ ਹੈ। God likes the winner and loves the losers but hate the viewers। ਅਸੀਂ ਖੇਡਣਾ ਹੈ, ਅਸੀਂ ਉਦਮ ਕਰਨਾ ਹੈ, ਅਸੀਂ ਵੱਧ ਤੋਂ ਵੱਧ ਪੜ੍ਹਾਈ, ਵੱਧ ਤੋਂ ਵੱਧ ਵਿਦਿਆ ਹਾਸਲ, ਵੱਧ ਤੋਂ ਵੱਧ ਹੋਰ ਜਿਹੜਾ ਸਾਡੇ ਅੰਦਰ ਸਤਿਗੁਰੂ ਦਾ ਬਖਸ਼ਿਆ ਆਰਟ ਟੈਲੈਂਟ ਹੈ ਉਹਨੂੰ ਅਸੀਂ ਉਜਾਗਰ ਕਰਨਾ ਹੈ। ਔਰ ਉਸ ਨੂੰ ਉਜਾਗਰ ਕਰਨ ਦੇ ਵਿੱਚ ਜਿੱਥੇ ਯੋਗਦਾਨ ਸਾਡੇ ਅਧਿਆਪਕ ਸਾਹਿਬਾਨਾਂ ਦਾ ਹੈ, ਉੱਥੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੀਰਾਂ ਵੱਲੋਂ ਵੀ ਤੁਹਾਨੂੰ ਇੱਕ ਪਲੇਟਫਾਰਮ ਦੇ ਕੇ ਤੁਹਾਡੇ ਅੰਦਰ ਦੀ ਜਿਹੜੀ ਕੋਮਲਤਾ ਹੈ, ਤੁਹਾਡੇ ਅੰਦਰ ਦੀ ਜਿਹੜਾ ਆਰਟ ਹੈ, ਕਲਾ ਹੈ, ਉਸ ਨੂੰ ਉਭਾਰਨ ਵਾਸਤੇ ਉਦਮ ਕੀਤਾ ਜਾ ਰਿਹਾ ਹੈ। ਮੇਰੇ ਬਹੁਤ ਸਤਿਕਾਰਯੋਗ ਵੀਰ ਹਰਜਿੰਦਰ ਸਿੰਘ ਨੇ, ਜੋ ਸਾਨੂੰ ਮਹਿਸੂਸ ਹੁੰਦਾ ਹੈ ਕਿ ਬੱਚੇ ਜਿਹੜੇ ਡਿਸਕਰਜ ਹੁੰਦੇ ਨੇ, ਬੱਚੇ ਡਿਸਅਪੁਆਇੰਟ ਹੁੰਦੇ ਨੇ, ਬੱਚੇ ਨਿੱਕੀ ਨਿੱਕੀ ਗੱਲ ਤੇ ਕ੍ਰੋਧ ਚ ਆ ਜਾਂਦੇ ਨੇ, ਬੱਚੇ ਕਈ ਗਲਤ ਕਦਮ ਚੁੱਕ ਲੈਂਦੇ ਨੇ, ਉਹਨਾਂ ਨੂੰ ਬੜਾ ਹੀ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚੋਂ ਉਦਾਹਰਨਾਂ ਦੇ ਕੇ, ਇਤਿਹਾਸ ਚੋਂ ਉਦਾਹਰਨਾਂ ਦੇ ਕੇ ਤੁਹਾਨੂੰ ਮੋਟੀਵੇਟ ਕੀਤਾ ਹੈ ਕਿ ਕਦੀ ਵੀ ਡਿਸਕਰਜ ਨਹੀਂ ਹੋਣਾ, ਕਦੀ ਵੀ ਡਿਸਅਪੁਆਇੰਟ ਨਹੀਂ ਹੋਣਾ, ਕਦੀ ਵੀ ਨਿਰਾਸ਼ ਨਹੀਂ ਹੋਣਾ, ਕਿਉਂਕਿ ਸਾਡਾ ਵਿਰਸਾ ਜਿਹੜਾ ਚੜ੍ਹਦੀ ਕਲਾ ਦਾ ਵਿਰਸਾ ਹੈ। ਅਸੀਂ ਤਾਂ ਹਮੇਸ਼ਾ ਅਰਦਾਸ ਵਿੱਚ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਿਉਂਕਿ ਜਿਹੜੇ ਜਿੱਤਣ ਵਾਲੇ ਨੇ ਉਹ ਕਹਿੰਦੇ ਨੇ ਮੈਂ ਕੁਝ ਕਰਨਾ ਹੈ, ਹਾਰਨ ਵਾਲੇ ਕਹਿੰਦੇ ਕੁਝ ਹੋਣਾ ਚਾਹੀਦਾ ਹੈ, ਪਰ ਤੁਸੀਂ ਕੁਝ ਕਰਨ ਵਾਲਿਆਂ ਚੋਂ, ਤੁਸੀਂ ਕਰ ਰਹੇ ਹੋ, ਤੁਸੀਂ ਉਦਮਸ਼ੀਲ ਹੋ। ਸੋ ਪਿਆਰੇ ਬੱਚਿਓ, ਹਮੇਸ਼ਾ ਨਿਸ਼ਚੇ ਕਰੇ ਆਪਣੀ ਜੀਤ ਕਰੋ, ਨਿਸ਼ਚਾ ਹੋਣਾ ਚਾਹੀਦਾ, ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਹੈ ਕਿ ਮੈਂ ਅੱਗੇ ਆਵਾਂਗਾ। ਔਰ ਸਾਨੂੰ ਤਾਂ ਏਡਾ ਵੱਡਾ ਮਾਣ ਹੈ ਕਿ ਤੁਸੀਂ ਬੱਚੇ ਹੁਣ ਛੋਟੇ ਬੱਚੇ ਨਹੀਂ, ਜਿੰਨੀ ਸਤਿਗੁਰੂ ਦੀ ਕਿਰਪਾ ਤੁਹਾਡੇ ਤੇ ਹੈ, ਜਿੰਨਾ ਗਿਆਨ ਤੁਹਾਡੇ ਕੋਲ ਹੈ, ਹੁਣ ਸਿਆਣਿਆਂ ਕੋਲ ਵੀ ਨਹੀਂ ਹੈਗਾ। ਤੁਸੀਂ ਕਿਤੇ ਕੰਪੈਰੀਜ਼ਨ ਕਰਕੇ ਵੇਖਿਓ, ਤੁਸੀਂ ਆਪਣੇ ਪਿੰਡ ਦੇ ਵਿੱਚ, ਆਪਣੇ ਨਗਰ ਦੇ ਵਿੱਚ, ਆਪਣੇ ਆਲੇ ਦੁਆਲੇ ਵਿੱਚ ਵੇਖਿਓ
ਕਿ ਕਿਹਨੂੰ ਕਿਹਨੂੰ ਇਹ ਪਤਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪ੍ਰਕਾਸ਼ ਕਦੋਂ ਹੋਇਆ, ਉਹਨਾਂ ਦੇ ਮਾਤਾ ਪਿਤਾ ਕੌਣ ਸਨ, ਉਹਨਾਂ ਦੀ ਗੁਰਬਾਣੀ ਰਚਨਾ ਕੀ ਹੈ, ਉਹਨਾਂ ਗੁਰਬਾਣੀ 'ਚ ਸੰਦੇਸ਼ ਕੀ ਦਿੱਤਾ ਹੈ, ਕਿੰਨਾ ਪਿਆਰ ਦਿੱਤਾ ਹੈ, ਕਿੰਨਾ ਤਿਆਗ ਦੀ ਗੱਲ ਕੀਤੀ ਹੈ। ਇਹ ਸਾਰੀਆਂ ਗੱਲਾਂ ਤੁਸੀਂ ਇਸ ਕਵਿਤਾ ਮੁਕਾਬਲੇ ਦੇ ਵਿੱਚੋਂ ਪੜ੍ਹੀਆਂ ਹੋਣਗੀਆਂ, ਵਿਚਾਰੀਆਂ ਹੋਣਗੀਆਂ। ਤੇ ਪਰ ਸਿਰਫ ਪੜ੍ਹਨਾ ਵਿਚਾਰਨਾ ਨਹੀਂ। ਜਿੱਤਣ ਵਾਲੇ ਸਭ ਤੋਂ ਉੱਪਰ ਨੰਬਰ ਯਾਦ ਕਰਕੇ ਵੀ ਲੈ ਸਕਦੇ ਨੇ, ਪਰ ਅਸਲੀ ਉਦੋਂ ਹੋਵੇਗਾ ਜਦੋਂ ਅਸੀਂ ਉਸ ਕਈਆਂ ਹੋਈਆਂ ਆਪਣੀਆਂ ਹੀ ਗੱਲਾਂ ਨੂੰ, ਆਪਣੀਆਂ ਹੀ ਵਿਚਾਰਾਂ ਨੂੰ, ਗੁਰਬਾਣੀ ਤੋਂ ਲਏ, ਇਤਿਹਾਸ ਤੋਂ ਲਏ ਵਿਚਾਰਾਂ ਨੂੰ ਆਪਣੇ ਜੀਵਨ ਤੇ ਅਪਲਾਈ ਕਰਾਂਗੇ, ਲਾਗੂ ਕਰਾਂਗੇ। ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ ਵਾਲੀ ਗੱਲ ਨਾ ਬਣੇ। ਕਿਉਂਕਿ ਸਤਿਗੁਰੂ ਕਹਿੰਦੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਂਖ ਵਿਖਾਣੀ। ਪਰ ਜਿਹੜੇ ਗੁਰੂ ਤੋਂ ਬਿਨਾ ਭਾਵ ਕੇ ਉੱਚੇ ਚਾਲ ਚੱਲਣ ਤੋਂ, ਉੱਚੇ ਚਰਿੱਤਰ ਤੋਂ, ਉੱਚੇ ਗਿਆਨ ਤੋਂ ਬਿਨਾ, ਜਿਹੜੀਆਂ ਵੀਰ ਹਰਜਿੰਦਰ ਸਿੰਘ ਨੇ ਕਿਹਾ ਵੀ ਅਸੀਂ ਸਾਡੇ ਕੋਲ ਮੋਬਾਈਲ ਹੋਵੇਗਾ ਤੇ ਅਸੀਂ ਕੱਚੀਆਂ ਚੀਜ਼ਾਂ ਨਹੀਂ ਵੇਖਾਂਗੇ, ਪੱਕੀਆਂ ਵੇਖਾਂਗੇ। ਅਸੀਂ ਆਪਣੇ ਜੀਵਨ ਦੀ ਡੂੰਘੀ ਨਹੀਂ ਕਰਾਂਗੇ ਤਾਂ ਕਿ ਇਸ ਦੇ ਵਿੱਚ ਉੱਚਾ ਮਹਿਲ ਉਸਾਰਿਆ ਜਾ ਸਕੇ। ਅਸੀਂ ਕਦੀ ਵੀ ਉਹ ਚੀਜ਼ਾਂ ਨਹੀਂ ਵੇਖਾਂਗੇ ਜਿਹੜੇ ਸਾਡੇ ਕਰੈਕਟਰ ਨੂੰ ਦਾਗ ਲਾਉਣ, ਜੋ ਸਾਨੂੰ ਦਰਿਦਰੀ ਬਣਾਉਣ, ਆਲਸੀ ਬਣਾਉਣ, ਸਾਡਾ ਮਾਣ ਸਨਮਾਨ ਡੇਗਣ, ਸਾਨੂੰ ਸਮਾਜ ਦੀ ਅੱਖਾਂ ਦੇ ਸਾਹਮਣੇ ਸਾਨੂੰ ਬੇਇੱਜ਼ਤ ਕਰਨ ਅਸੀਂ ਕਦੀ ਨਹੀਂ ਵੇਖਾਂਗੇ। ਅਸੀਂ ਆਪਣੇ ਮਨ ਨੂੰ ਉਧਰੋਂ ਮੋੜਾਂਗੇ ਗੁਰੂ ਸ਼ਬਦ ਦੇ ਨਾਲ, ਗੁਰੂ ਇਤਿਹਾਸ ਦੇ ਨਾਲ। ਜਿਸ ਤਰ੍ਹਾਂ ਕਿ ਛੋਟੇ ਬੱਚੇ ਨੇ ਅਰਦਾਸ ਕੀਤੀ ਆ, ਅਸੀਂ ਇਹ ਅਰਦਾਸ ਕਰਕੇ ਪਾਤਸ਼ਾਹ ਸਾਨੂੰ ਉਹ ਸਮਤ ਬਖਸ਼ ਕਿ ਅਸੀਂ ਸ਼ੁਭ ਕੰਮ ਕਰੀਏ। ਸ਼ੁਭ ਕਰਮਣ ਤੇ ਕਬੂ ਨਾ ਟਾਰੋਂ ਵਾਲੀ ਸਾਡੀ ਗੱਲ ਹੈ। ਅਸੀਂ ਸ਼ੁਭ ਕਰਮ ਕਰਦੇ ਕਦੀ ਵੀ ਆਪਣੇ ਆਪ ਨੂੰ ਪਾਸੇ ਨਹੀਂ ਹਟਾਵਾਂਗੇ, ਤਾਲਾ ਨਹੀਂ ਵਟਾਂਗੇ। ਸੋ ਪਿਆਰੇ ਬੱਚਿਓ, ਇਹ ਤੁਹਾਡੇ ਵਾਸਤੇ ਇੱਕ ਪਲੇਟਫਾਰਮ ਜੋ ਬਣਿਆ ਹੈ, ਜਿਸ ਤਰ੍ਹਾਂ ਵੀਰ ਹਰਜਿੰਦਰ ਸਿੰਘ ਨੇ ਕਿਹਾ ਹੈ, ਵੀਰ ਵਿਸ਼ਾਲ ਸਾਹਿਬ ਸਿੰਘ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਚੱਲਦਾ ਰਹੇਗਾ। ਸਾਨੂੰ ਵੀ ਇਹ ਚਾਅ ਰਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਿਆਹੀ ਸਰਕਲ ਦੇ ਕਦੀ ਵੀ ਅਜਿਹਾ ਨਹੀਂ ਸੋਚਿਆ ਕਿ ਅਸੀਂ ਇਹਨਾਂ ਨੂੰ ਪੜ੍ਹਾ ਕੇ ਜਾਂ ਇਹਨਾਂ ਨੂੰ ਇਹ ਕਾਰਜ ਵਾਲੇ ਪਾਸੇ ਲਾ ਕੇ ਕੋਈ ਰਾਜਨੀਤਿਕ ਲਾਹਾ ਲੈਣਾ, ਕੋਈ ਆਰਥਿਕ ਲਾਹਾ ਲੈਣਾ। ਨਹੀਂ, ਸਿਰਫ ਚਾਹੋ ਹੈ ਕਿ ਸਾਡੇ ਬੱਚੇ ਜਿਹੜੇ ਆ ਉਹ ਉਹਨਾਂ ਦਾ ਜੀਵਨ ਉੱਚਾ ਸੁੱਚਾ ਹੋਵੇ, ਉਹ ਉੱਚੇ ਆਦਰਸ਼ ਦੀ ਪਾਲਣਾ ਕਰਨ, ਉਹ ਅਨੁਸ਼ਾਸਨਬੱਧ ਹੋਣ, ਉਹ ਮਰਿਆਦਾ ਵਿੱਚ ਹੋਣ, ਉਹ ਮਿਹਨਤੀ ਹੋਣ, ਉਹ ਇਮਾਨਦਾਰ ਤੇ ਉੱਚੀਆਂ ਇਮਾਨਦਾਰਾਨਾ ਤੇ ਉੱਚੀਆਂ ਮਨੁੱਖੀ ਕਦਰਾਂ ਕੀਮਤਾਂ ਵਾਲੇ ਹੋਣ। ਕਿਉਂਕਿ ਇਹਨਾਂ ਤੋਂ ਬਗੈਰ ਕਿਸੇ ਦਾ ਵੀ ਜੀਵਨ ਮਹਾਨ ਨਹੀਂ ਬਣ ਸਕਦਾ ਜਿੰਨਾ ਚਿਰ ਤੱਕ ਉਹਨਾਂ 'ਚ ਇਹ ਕਦਰਾਂ ਕੀਮਤਾਂ ਨਹੀਂ, ਇਹ ਨੈਤਿਕ ਕਦਰਾਂ ਕੀਮਤਾਂ ਨਹੀਂ। ਅਸੀਂ ਇਹ ਗੁਰਬਾਣੀ ਚੋਂ, ਇਤਿਹਾਸ ਚੋਂ, ਸੰਗਤ ਦੇ ਵਿੱਚੋਂ ਇਹੀ ਲੈਣੀਆਂ ਨੇ। ਮੈਂ ਛੋਟੀ ਜਿਹੀ ਗੱਲ ਕਰਕੇ, ਕਦੀ ਵੀ ਡਿਸਕਰਜ ਨਹੀਂ ਹੋਣਾ, ਕਦੀ ਵੀ ਮੁਸ਼ਕਲਾਂ ਨੂੰ, ਕਹਿੰਦੇ ਮੁਸ਼ਕਲਾਂ ਸਗੋਂ ਮਜ਼ਬੂਤ ਬਣਾਉਂਦੀਆਂ ਨੇ। ਆਪਾਂ ਕਹਿੰਦੇ 1.25 ਲੱਖ ਸੇ ਇੱਕ ਲੜਾਊਂ, ਉਹਦਾ ਭਾਵ 1.25 ਲੱਖ ਬੰਦੇ ਨਾਲ ਹੀ ਨਿਹਰਾ ਨਹੀਂ ਜ਼ਰੂਰੀ, 1.25 ਲੱਖ ਮੁਸ਼ਕਲਾਂ ਵੀ ਸਾਡੇ ਸਾਹਮਣੇ ਹੋਣ। ਖਾਲਸਾ ਕਹਿੰਦੇ 1 ਮੁਸ਼ਕਲ, 2 ਮੁਸ਼ਕਲ, 4 ਮੁਸ਼ਕਲ, 1000 ਮੁਸ਼ਕਲ, ਲੱਖ ਮੁਸ਼ਕਲ, ਕਹਿੰਦੇ 1,25,000 ਤੱਕ ਮੁਸ਼ਕਲਾਂ ਵੀ ਹੋਣਗੀਆਂ। ਅਸੀਂ ਡਿਸਕਰਜ ਨਹੀਂ ਹੋਣਾ। 1,25,000 ਇੱਕ ਹੋ ਗਈ ਤੇ ਫਿਰ ਸੋਚਾਂਗੇ ਇੰਨੀਆਂ ਜ਼ਿੰਦਗੀ 'ਚ ਹੋ ਹੀ ਨਹੀਂ ਸਕਦੀਆਂ। ਸੋ ਪਿਆਰੇ ਬੱਚਿਓ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਕੇ ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਨਾ ਹੈ, ਮਾਤਾ ਪਿਤਾ ਦਾ ਸਤਿਕਾਰ ਕਰਨਾ ਹੈ, ਟੀਚਰਾਂ ਦਾ ਸਤਿਕਾਰ ਕਰਨਾ ਹੈ, ਆਪਣੇ ਆਪ ਨੂੰ ਦਾ ਜੀਵਨ ਦਾ ਇੱਕ ਨਿਸ਼ਾਨਾ ਮਿਥਣਾ ਹੈ, ਔਰ ਨਿਸ਼ਚਾ ਤੇ ਭਰੋਸਾ ਰੱਖਣਾ ਹੈ ਗੁਰਬਾਣੀ ਤੇ, ਇਤਿਹਾਸ ਤੇ, ਸੱਚੀ ਸੰਗਤ ਤੇ, ਸੱਚੀ ਸੁੱਚੀ ਸੰਗਤ ਦੇ ਉੱਤੇ ਆਪਾਂ ਭਰੋਸਾ ਰੱਖਣਾ ਹੈ। ਸੋ ਪਿਆਰੇ ਬੱਚਿਓ, ਮੈਂ ਥੋੜੀ ਜੀ ਇੱਕ ਤੁਹਾਡੇ ਨਾਲ ਇੱਕ ਸ਼ਬਦ ਕੋਡ ਕਰਕੇ ਕਿ ਹੈਲੋ ਹਾਂਜੀ ਵੀਰ ਜੀ। ਹਾਂਜੀ ਵੀਰ ਜੀ। ਹੈਲੋ ਹਾਂਜੀ ਵੀਰ ਜੀ, ਹਾਂਜੀ ਆ ਰਹੀ ਆਵਾਜ਼ ਵੀਰ ਜੀ। ਸੌਰੀ ਜੀ, ਮੈਨੂੰ ਆਵਾਜ਼ ਜੱਪ ਜੋਗੀ ਹੈ। ਇੱਕ ਪਰਬਤ ਆਰੋਹੀ ਹੋਇਆ ਮਾਊਂਟ ਐਵਰੈਸਟ ਦੇ, ਜਿਹਨੇ ਜਿੱਤਿਆ ਸੀ ਸਭ ਤੋਂ ਪਹਿਲਾਂ, ਐਡਮੰਡ। ਕਹਿੰਦੇ ਆਫਟਰ ਫਾਲਿੰਗ ਡਾਊਨ ਟਵਾਈਸ, 2 ਵਾਰਾਂ ਚੜ੍ਹਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਜਦੋਂ ਡਿੱਗਿਆ, ਆਫਟਰ ਫਾਲਿੰਗ ਡਾਊਨ ਟਵਾਈਸ, ਐਡਮੰਡ ਹਲੇਰੀ ਹੈਡ ਚੈਲੰਜ ਦਾ ਮਾਊਂਟ ਐਵਰੈਸਟ। ਉਹਨੇ ਮਾਊਂਟ ਐਵਰੈਸਟ ਨੂੰ ਚੈਲੰਜ ਕੀਤਾ, 2 ਵਾਰ ਹਾਰ ਗਿਆ, 2 ਵਾਰ ਉਹ ਕਾਮਯਾਬ ਨਹੀਂ ਹੋ ਸਕਿਆ, ਪਰ ਫਿਰ ਉਹ ਡਿਸਕਰਜ ਨਹੀਂ ਹੋਇਆ, ਨਿਰਾਸ਼ ਨਹੀਂ ਹੋਇਆ। ਉਹਨੇ ਉਹਨੂੰ ਚੈਲੰਜ ਕੀਤਾ, ਕਹਿੰਦੇ had challenged Mount Everest, ਕੀ ਕਿਹਾ ਉਹਨੇ? I will come again and conquer you, ਮੈਂ ਆਂਦਾ ਫਿਰ ਆ ਰਿਹਾ ਹੈ ਔਰ ਤੈਨੂੰ ਸਰ ਕਰਾਂਗਾ, ਤੈਨੂੰ ਜਿੱਤਾਂਗਾ, because as a mountain you can't grow, ਕਿਉਂਕਿ ਇੱਕ ਪਰਬਤ ਹੁੰਦਿਆ ਤੂੰ ਉਦੋਂ ਉਚਾਈ ਤੇਰੀ ਹੋ ਨਹੀਂ ਸਕਣੀ
ਬਟ ਐਜ ਏ ਹਿਊਮਨ ਵੀ ਕੈਨ, ਪਰੰਤੂ ਅਸੀਂ ਮਨੁੱਖ ਹਾਂ, ਅਸੀਂ ਚੜ੍ਹਦੀ ਕਲਾ ਵਾਲੇ ਹਾਂ, ਅਸੀਂ ਤੈਨੂੰ ਸਰ ਕਰਾਂਗੇ ਪਾ ਕੇ। ਇਸ ਤਰ੍ਹਾਂ ਅਸੀਂ ਵੀ ਮਿੱਥੇ ਹੋਏ ਨਿਸ਼ਾਨੇ ਨੂੰ ਦੇ ਕਾਮਯਾਬੀ ਵਾਸਤੇ ਇੱਕ ਦੋ ਨਾ ਕਾਮਯਾਬੀਆਂ, ਇੱਕ ਦੋ ਅਸਫਲਤਾਵਾਂ ਨੂੰ ਨਹੀਂ ਵੇਖਣਾ, ਫਿਰ ਹੋਰ ਵਧੇਰੇ ਤਿਆਰੀ ਕਰਕੇ, ਵਧੇਰੇ ਚੜ੍ਹਦੀ ਕਲਾ ਨਾਲ, ਵਧੇਰੇ ਜੋਸ਼ ਦੇ ਨਾਲ ਅੱਗੇ ਵੱਧ ਕੇ ਅਸੀਂ ਮੁਸ਼ਕਲਾਂ ਤੇ ਵੀ ਕਾਬੂ ਪਾਉਣਾ ਹੈ, ਅਸੀਂ ਆਪਣੇ ਮਿੱਥੇ ਨਿਸ਼ਾਨੇ ਨੂੰ ਵੀ ਪ੍ਰਾਪਤ ਕਰਨਾ ਹੈ। ਸਤਿਗੁਰੂ ਕਿਰਪਾ ਕਰਨ, ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ, ਕਿਉਂਕਿ ਤੁਹਾਡੇ ਤੋਂ ਤੁਹਾਡੇ ਮਾਤਾ ਪਿਤਾ ਨੂੰ ਬੜੀਆਂ ਵੱਡੀਆਂ ਆਸਾਂ ਨੇ। ਹੁਣ ਤਾਂ ਬੱਚੇ ਜਿਹੜੇ ਨੇ ਉਹ ਆਪ ਸਮਝਾ ਰਹੇ ਨੇ ਮਾਤਾ ਪਿਤਾ ਨੂੰ। ਪਿੱਛੇ ਅਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਹਿਜ ਪਾਠ ਮੁਹਿੰਮ ਜਦੋਂ 2004 ਦੇ ਵਿੱਚ ਕਰਵਾਈ ਗਈ, ਤੇ ਇੱਕ ਬੇਟੀ ਦਾ ਬੜਾ ਵਧੀਆ ਵਿਚਾਰ ਜਿਹੜਾ ਸਾਡੇ ਸਾਹਮਣੇ ਆਇਆ ਕਿ ਉਹਦੇ ਪਿਤਾ ਵਿਦੇਸ਼ ਵਿੱਚ ਰਹਿੰਦੇ ਸਨ, ਤੇ ਜਦੋਂ ਉਹਨੇ ਉਧਰੋਂ ਫੋਨ ਕਰਨਾ, ਟਾਈਮ ਦਾ ਗੈਪ ਸੀ, ਜਦੋਂ ਫੋਨ ਕਰਨਾ ਤੇ ਉਹਦੀ ਮਾਤਾ ਨੇ ਕਹਿਣਾ ਕਿ ਉਹ ਪਾਠ ਕਰ ਰਹੀ ਹੈ। ਉਧਰ ਪਿਤਾ ਬੈਠਾ, ਉਸਦੀ ਉਮਰ 50 ਸਾਲ ਦੇ ਲਗਭਗ ਹੋਈ, 45-50 ਸਾਲ ਦੇ ਲਗਭਗ ਹੋਵੇਗੀ। ਫਿਰ ਫੋਨ ਕੀਤਾ, ਉਹ ਕਹਿਣਾ ਬੇਟੀ ਪਾਠ ਕਰ ਰਹੀ ਹੈ, ਸਹਿਜ ਪਾਠ ਕਰ ਰਹੀ ਹੈ। 3-4 ਵਾਰ ਆਇਆ ਤਾਂ ਉਹਦੇ ਪਿਤਾ ਜੀ ਕਹਿੰਦੇ ਕਿ ਮੈਨੂੰ ਜਦੋਂ ਉਹ ਨਹੀਂ ਪਾਠ ਕਰ ਰਹੀ ਹੋਵੇਗੀ ਮੇਰੀ ਉਦੋਂ ਗੱਲ ਕਰਵਾਉਣੀ, ਕਿਉਂਕਿ ਕੁਦਰਤੀ ਸਮਾਂ ਉਹਦੇ ਕੋਲ ਵੀ ਹੋ ਜਾਂਦਾ ਸੀ। ਇੱਕ ਦਿਨ ਉਹਨੇ ਜਦੋਂ ਬੇਟੀ ਨਾਲ ਫੋਨ ਤੇ ਗੱਲ ਕੀਤੀ ਤੇ ਕਹਿੰਦਾ ਬੇਟੀ ਤੂੰ ਮੈਨੂੰ ਦੇਖ ਨਹੀਂ ਰਹੀ, ਕਿਉਂਕਿ ਉਦੋਂ ਜਿਹੜੇ ਵੀਡੀਓ ਕਾਲਿੰਗ ਨਹੀਂ ਸੀ ਹੁੰਦੀ। ਕਹਿੰਦਾ ਬੇਟੀ ਤੂੰ ਮੈਨੂੰ ਵੇਖ ਨਹੀਂ ਰਹੀ, ਅੱਜ ਤੂੰ ਮੈਨੂੰ ਸਮਝਾਤਾ, ਮੇਰੀ ਉਮਰ 50 ਸਾਲ ਦੇ ਲਗਭਗ ਹੋ ਗਈ ਆ, ਪਰ ਮੈਂ ਪਾਠ ਨਹੀਂ ਸੀ ਕਰਦਾ, ਪਰ ਮੈਂ ਤੇਰੇ ਤੋਂ ਪ੍ਰੇਰਿਤ ਹੋ ਕੇ ਮੈਂ ਸਗੋਂ ਡਰਿੰਕ ਵੀ ਕਰ ਲੈਂਦਾ। ਪਿਆਰੀ ਬੱਚੀ, ਮੇਰੀ ਅੱਖਾਂ ਦੇ ਵਿੱਚ ਪਰਲ ਹੰਝੂ ਲੱਗ ਰਹੇ ਨੇ, ਕਿ ਤੂੰ ਮੈਨੂੰ ਸਮਝਾ ਦਿੱਤਾ ਹੈ ਕਿ ਤੂੰ ਇਹ ਛੋਟੀ ਜਿਹੀ ਉਮਰ ਦੇ ਵਿੱਚ ਗੁਰਬਾਣੀ ਨਾਲ, ਇਤਿਹਾਸ ਨਾਲ ਜੁੜ ਗਈ ਆ, ਪਰ ਮੈਂ ਇਹ ਤੋਂ ਵਿਰਵਾ ਸੀ। ਪਰ ਪਿਆਰੇ ਬੱਚੇ, ਜਦੋਂ ਹੁਣ ਮੇਰੀ ਤੇਰੇ ਨਾਲ ਗੱਲ ਨਹੀਂ ਹੋ ਰਹੀ ਸੀ, ਮੈਂ ਅੱਜ ਤੋਂ ਪਰਨ ਕਰ ਲਿਆ ਕਿ ਅੱਜ ਤੋਂ ਬਾਅਦ ਮੈਂ ਡਰਿੰਕ ਕਰਨੀ ਵੀ ਛੱਡਤੀ, ਔਰ ਮੈਂ ਆਪ ਪਾਠ ਕਰਨਾ, ਆਪ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਰਿਹਾ ਹੈ। ਸੋ ਪਿਆਰੀ, ਛੋਟੀ ਜੀ ਬੱਚੀ ਵੱਲੋਂ ਆਪਣੇ ਮਾਤਾ ਪਿਤਾ ਨੂੰ ਸਮਝਾ ਦਿੱਤਾ ਗਿਆ, ਪਿਆਰੇ ਬੱਚਿਓ ਤੁਹਾਡਾ ਵੀ ਫਰਜ਼ ਬਣਦਾ ਹੈ, ਆਪਣੇ ਘਰਾਂ ਦੇ ਵਿੱਚ ਨਸ਼ੇ ਹੋਣਗੇ, ਆਪਣੇ ਪੇਰੈਂਟਸ ਜਾਂ ਵੱਡੇ ਬ੍ਰਦਰ ਜਿਹੜੇ ਗਲਤ ਸੰਗਤ 'ਚ ਪਏ ਹੋਣਗੇ, ਆਪਾਂ ਉਹਨਾਂ ਨੂੰ ਪ੍ਰੇਰਿਤ ਕਰਕੇ, ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਉਹਨਾਂ ਨੂੰ ਪ੍ਰੇਰਿਤ ਕਰਕੇ ਤੁਸੀਂ ਟੀਚਰ ਬਣ ਜਾਓ ਉਹਨਾਂ ਦੇ ਸਗੋਂ। ਤੁਸੀਂ ਉਹਨਾਂ ਨੂੰ ਵੀ ਕਹੋਗੇ ਸਾਡੇ ਟੀਚਰ ਸਾਹਿਬਾਨ ਆਹ ਗੱਲਾਂ ਦੱਸਦੇ ਨੇ, ਸਾਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਹ ਵਿਚਾਰਾਂ ਮਿਲਦੀਆਂ ਨੇ। ਆਪਣੇ ਘਰ ਏਦਾਂ ਨਹੀਂ ਹੋਣਾ ਚਾਹੀਦਾ। ਬੜੇ ਪਿਆਰ ਸਹਿਤ ਆਪਣੇ ਘਰਾਂ ਵਿੱਚੋਂ ਨਸ਼ੇ, ਆਪਣੇ ਘਰਾਂ ਵਿੱਚੋਂ ਕਲੇਸ਼, ਆਪਣੇ ਘਰਾਂ ਚੋਂ ਵਹਿਮਾਂ ਭਰਮਾਂ ਨੂੰ ਕੱਢਣ ਵਾਸਤੇ ਤੁਸੀਂ ਅਧਿਆਪਕ ਬਣ ਸਕਦੇ ਹੋ। ਤੁਹਾਡੇ ਤੋਂ ਸਤਿਗੁਰੂ ਦੀ ਪੂਰੀ ਕਿਰਪਾ, ਤੁਸੀਂ ਪੂਰੀ ਤਿਆਰੀ ਵਿੱਚ ਹੋ। ਸੋ ਬਹੁਤ ਬਹੁਤ ਵਧਾਈਆਂ ਪ੍ਰਬੰਧਕਾਂ ਨੂੰ, ਬਹੁਤ ਬਹੁਤ ਵਧਾਈਆਂ ਬੱਚਿਆਂ ਨੂੰ, ਬਹੁਤ ਵਧਾਈਆਂ ਉਹਨਾਂ ਦੇ ਪੇਰੈਂਟਸ, ਟੀਚਰ ਸਾਹਿਬਾਨਾਂ ਨੂੰ। ਜਿਹੜੇ ਬੱਚਿਆਂ ਨੇ ਵੀ ਇਮਤਿਹਾਨ ਇਸ ਕਵਿਤਾ ਮੁਕਾਬਲੇ 'ਚ ਭਾਗ ਲਿਆ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਉਹਨਾਂ ਵਾਸਤੇ ਅਰਦਾਸ ਹੈ ਕਿ ਤੁਸੀਂ ਆਪਣੇ ਜੀਵਨ ਦਾ ਉੱਚ ਨਿਸ਼ਾਨਾ ਹਾਸਲ ਕਰ ਸਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਗੁਰਚਰਨ ਸਿੰਘ ਜੀ, ਚੀਫ ਆਰਗੇਨਾਈਜ਼ਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਜਿਨ੍ਹਾਂ ਨੇ ਬੜੇ ਹੀ ਮਨਮੱਤੇ ਸ਼ਬਦਾਂ ਦੇ ਨਾਲ ਵਿਦਿਆਰਥੀਆਂ ਦੇ ਜਿਹੜੇ ਹੌਸਲਾ ਅਫਜ਼ਾਈ ਕੀਤੀ ਹੈ। ਔਰ ਮਾਤਾ ਪਿਤਾ ਟੀਚਰ ਸਾਹਿਬਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਹਨਾਂ ਨੇ ਕੀਤਾ ਹੈ। ਹੁਣ ਬੇਨਤੀ ਹੈ ਜੀ, ਵਾਰੀ ਆ ਗਈ ਜੀ ਸਾਡੇ ਰਿਜ਼ਲਟ ਦੀ। ਰਿਜ਼ਲਟ ਤਿਆਰ ਹੈ ਜੀ। ਕਾਫੀ ਬੱਚੇ ਦੇਖ ਰਹੇ ਆ ਕਿ YouTube ਦੇ ਉੱਪਰ ਵੀ ਮੈਸੇਜ ਕਰ ਰਹੇ ਨੇ ਔਰ Zoom ਦੇ ਉੱਪਰ ਵੀ ਕਿ ਰਿਜ਼ਲਟ ਦੀ ਵਾਰੀ ਕਦੋਂ ਹੈ ਜੀ। ਹੁਣ ਵਾਰੀ ਆ ਗਈ ਹੈ ਜੀ ਸਾਡੇ ਕੋਲ ਰਿਜ਼ਲਟ ਦੀ। ਉਸ ਤੋਂ ਪਹਿਲਾਂ ਖਾਸ ਤੌਰ ਤੇ ਜਿਹੜੇ ਵਿਦਿਆਰਥੀਆਂ ਦੇ ਵਿੱਚ ਅਸੀਸਾਂ ਦੇਣ ਦੇ ਲਈ ਬੈਠੇ ਨੇ ਸਰ ਮਾਸਟਰ ਦਰਬਾਰਾ ਸਿੰਘ ਜੀ, ਜਿਨ੍ਹਾਂ ਦਾ ਇੱਕ ਵਿਸ਼ੇਸ਼ ਅਧਿਆਪਨ ਦੇ ਵਿੱਚ ਇੱਕ ਲੰਮਾ ਤਜਰਬਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਜ਼ਿਲ੍ਹਾ ਪ੍ਰਧਾਨ ਦੀਆਂ ਸੇਵਾਵਾਂ ਦੇ ਰਹੇ ਨੇ। ਬੜਾ ਹੀ ਜਦੋਂ ਵੀ ਬੈਠੀ ਦਾ ਉਹਨਾਂ ਲਾਗੇ ਬੜਾ ਹੀ ਜਿਹੜਾ ਉਤਸ਼ਾਹ ਵੱਧਦਾ ਹੈ। ਭਾਈ ਵਿਸ਼ੇਸ਼ ਧੰਨਵਾਦ ਮਾਸਟਰ ਦਰਬਾਰਾ ਸਿੰਘ ਜੀ, ਐਡੀਸ਼ਨਲ ਜਨਰਲ ਸਕੱਤਰ ਭਾਈ ਰਣਜੀਤ ਸਿੰਘ ਜੀ ਵਾਂ, ਅੱਜ ਦੇ ਇਸ ਮੀਡੀਆ ਸੈਸ਼ਨ ਨੂੰ ਸੰਭਾਲ ਰਹੇ ਮੁੱਖ ਤੌਰ ਤੇ ਡਾਕਟਰ ਅਮਨਦੀਪ ਸਿੰਘ ਜੀ, ਜੋ ਕਿ ਆਪਣੀ ਜੌਬ ਤੇ ਹੁੰਦਿਆਂ, ਐਮਡੀ ਹੁੰਦਿਆਂ ਵੀ ਅੰਮ੍ਰਿਤਸਰ ਜਿਹੜੇ ਨੇ ਨਾਲ ਹੀ ਸਾਰੇ ਸੈਸ਼ਨ ਨੂੰ ਉਹ ਚਲਾ ਰਹੇ ਨੇ। ਵੀਰ ਆਕਾਸ਼ਵੀਰ ਸਿੰਘ ਜੀ, ਕੁਲਦੀਪ ਸਿੰਘ ਜੀ, ਗੁਰਨਿਸ਼ਾਨ ਸਿੰਘ ਵੀਰ, ਗੁਰਪ੍ਰੀਤ ਸਿੰਘ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਜਿਹੜੀ ਨਤੀਜਾ ਦਾ ਜਿਹੜਾ ਹੈ ਸਭ ਤੋਂ ਪਹਿਲਾਂ ਔਰ ਨਾਲ ਹੀ ਵਿਸ਼ੇਸ਼ ਤੌਰ ਤੇ ਧੰਨਵਾਦ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮ੍ਰਿਤਸਰ ਤਰਨਤਾਰਨ ਜ਼ੋਨ ਦੇ ਜਿਹੜੇ ਜ਼ੋਨਲ ਪ੍ਰੈਜ਼ੀਡੈਂਟ ਭਾਈ ਪਰਮਜੀਤ ਸਿੰਘ ਜੀ ਅਜਨਾਲਾ, ਉਹਨਾਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਧੰਨਵਾਦ ਜੀ। ਔਰ ਕਵਿਤਾ ਮੁਕਾਬਲਾ ਜੂਨੀਅਰ ਗਰੁੱਪ ਦੇ ਵਿੱਚੋਂ ਜਿਹੜਾ ਵਿਸ਼ੇਸ਼ ਸਥਾਨ ਜਿਹਨੇ ਪ੍ਰਾਪਤ ਕੀਤਾ ਹੈ ਬੱਚੇ ਨੇ, ਉਸ ਦਾ ਨਾਮ ਹੈ ਗੁਰਵੀਨ ਕੌਰ ਲਖਨਊ ਤੋਂ। ਸਾਡੇ ਵਿੱਚ ਬੱਚੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸੀ। ਗੁਰਵੀਨ ਕੌਰ ਲਖਨਊ ਜੂਨੀਅਰ ਗਰੁੱਪ ਦੇ ਵਿੱਚ ਵਿਸ਼ੇਸ਼ ਸਥਾਨ ਜੀ ਇਹਨਾਂ ਦਾ। ਤੇ ਉਸ ਤੋਂ ਬਾਅਦ ਤੀਸਰੇ ਸਥਾਨ ਦੇ ਉੱਪਰ
ਅਮੋਲਕਪ੍ਰੀਤ ਸਿੰਘ ਲੋਟਸ ਵੈਲੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੁਹੰਮਦ ਖਾਂ ਦਾ ਵਿਦਿਆਰਥੀ ਅਮੋਲਕਪ੍ਰੀਤ ਸਿੰਘ। ਸੈਕਿੰਡ ਨੰਬਰ ਤੇ ਸਚਿਨਦੀਪ ਕੌਰ ਡਿਵਾਈਨ ਪਬਲਿਕ ਸਕੂਲ ਮੱਲੇਵਾਲ ਦਾ ਜਾਂ ਵਿਦਿਆਰਥਣ ਸਚਿਨਦੀਪ ਕੌਰ ਡਿਵਾਈਨ ਪਬਲਿਕ ਸਕੂਲ ਮੱਲੇਵਾਲ ਦੀ ਵਿਦਿਆਰਥਣ ਦੂਜੇ ਸਥਾਨ ਤੇ, ਜੋ ਵਿਸ਼ੇਸ਼ ਸਥਾਨ ਦੂਜਾ ਸਥਾਨ ਤੇ ਰਹੇ ਨੇ। ਮੁਕਾਬਲਾ ਬਹੁਤ ਹੀ ਸਖਤ ਸੀ ਔਰ ਸਖਤ ਮੁਕਾਬਲਿਆਂ ਦੇ ਵਿੱਚੋਂ ਜਿਹੜੇ ਇਹ ਵਿਦਿਆਰਥੀ ਨੇ ਉਹ ਛਾਂਟੇ ਗਏ ਨੇ। ਇਸ ਤੋਂ ਬਾਅਦ ਜਿਹੜਾ ਪਹਿਲੇ ਨੰਬਰ ਤੇ ਜਿਸ ਵਿਦਿਆਰਥੀ ਨੇ ਸਥਾਨ ਨੂੰ ਮੱਲਿਆ ਹੈ ਉਹ ਹੈ ਜੂਨੀਅਰ ਮੁਕਾਬਲੇ ਦੇ ਵਿੱਚ ਸੁਰਖਾਬ ਸਿੰਘ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਤੋਂ। ਪਹਿਲੇ ਸਥਾਨ ਦੇ ਵਿੱਚ ਸੁਰਖਾਬ ਸਿੰਘ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਦਾ ਜਿਹੜਾ ਵਿਦਿਆਰਥੀ। ਸੋ ਇਹ ਆਪ ਜੀ ਦੇ ਸਾਹਮਣੇ ਜੂਨੀਅਰ ਕਵਿਤਾ ਮੁਕਾਬਲੇ ਦਾ ਜੋ ਨਤੀਜਾ ਹੈ। ਔਰ ਵਿਸ਼ੇਸ਼ ਬੇਨਤੀ ਇਹ ਹੈ ਕਿ ਜਿੰਨੇ ਵੀ ਤੁਸੀਂ ਪਾਰਟਿਸਿਪੇਟ ਕੀਤਾ, ਚਾਹੇ ਤੁਸੀਂ ਵਿਸ਼ੇਸ਼ ਸਥਾਨ ਤੇ ਹੋ, ਚਾਹੇ ਪੋਜੀਸ਼ਨ ਦੇ ਵਿੱਚ ਹੋ, ਚਾਹੇ ਤੁਸੀਂ ਉਸ ਤਰ੍ਹਾਂ ਹੋ, ਜਿਹੜੇ ਪੋਜੀਸ਼ਨ ਵਾਲੇ ਜਿੰਨੇ ਵਿਦਿਆਰਥੀ ਨੇ ਇਹਨਾਂ ਦੀਆਂ ਜਿਹੜੀਆਂ ਵੀਡੀਓਜ਼ ਨੇ, ਜਿਹੜਾ ਆਪ ਜੀ ਨੂੰ ਕੱਲ ਜਿਹੜਾ ਇੱਕ ਚੈਨਲ ਦਾ ਲਿੰਕ ਭੇਜਿਆ ਗਿਆ ਸੀ ਉਹਦੇ ਉੱਪਰ ਜਿਹੜੀਆਂ ਵਾਰੀ-ਵਾਰੀ ਕਰਕੇ ਸਾਰੀਆਂ ਪੈ ਜਾਣੀਆਂ ਨੇ, ਉਹਨਾਂ ਨੂੰ ਸਬਸਕ੍ਰਾਈਬ ਕਰਕੇ ਕਿਰਪਾ ਕਰਕੇ ਨਾਲ ਚੈੱਕ ਕਰਦੇ ਰਹੋ। ਆਉਣ ਵਾਲੀਆਂ ਜਿਹੜੀਆਂ ਅਪਡੇਟਸ ਨੇ ਉਹ ਵੀ ਉਹਦੇ ਉੱਤੇ ਪੈਂਦੀਆਂ ਰਹਿਣਗੀਆਂ। ਸੋ ਹੁਣ ਅਸੀਂ ਵਧਦੇ ਹਾਂ ਜੀ ਨਤੀਜਾ ਸੀਨੀਅਰ ਗਰੁੱਪ ਦਾ ਕਵਿਤਾ ਮੁਕਾਬਲਾ। ਸੀਨੀਅਰ ਗਰੁੱਪ ਦੇ ਵਿੱਚ ਵਿਸ਼ੇਸ਼ ਸਥਾਨ ਜਿਸ ਬੱਚੇ ਨੇ ਹਾਸਲ ਕੀਤਾ ਹੈ ਉਹ ਬੱਚੀ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੀ ਕਿਰਨਦੀਪ ਕੌਰ, ਜਿਸ ਨੇ ਵਿਸ਼ੇਸ਼ ਸਥਾਨ ਜੋ ਹਾਸਲ ਕੀਤਾ ਹੈ ਆਪਣੀ ਮੌਲਿਕ ਕਵਿਤਾ ਦੇ ਨਾਲ, ਕਿ ਉਹਨਾਂ ਨੇ ਆਪਣੀ ਮੌਲਿਕ ਕਵਿਤਾ ਰਚ ਕੇ ਉਹਨਾਂ ਆਪਣਾ ਪਾਰਟਿਸਿਪੇਟ ਕੀਤਾ ਸੀ। ਤੀਸਰੇ ਸਥਾਨ ਦੇ ਉੱਪਰ ਸਾਡੇ ਕੋਲ 2 ਵਿਦਿਆਰਥੀ ਨੇ। ਮੁਕਾਬਲਾ ਬਹੁਤ ਫਸਵਾਂ ਸੀ। ਜਦੋਂ ਤੁਸੀਂ ਆਪ ਜੀ ਵੀਡੀਓਜ਼ ਵੇਖੋਗੇ, YouTube ਤੇ ਵੇਖੋਗੇ, ਆਪਣੇ ਆਪ ਜੱਜ ਕਰੋਗੇ ਤੇ ਆਪਣੇ ਆਪ ਨੂੰ ਹੋਰ ਨਿਖਾਰਨ ਦੇ ਤੌਰ ਤੇ ਵੇਖੋਗੇ। ਜਿਹੜੇ ਵਿਦਿਆਰਥੀ ਪੋਜੀਸ਼ਨ ਦੇ ਵਿੱਚ ਨਹੀਂ ਆਏ ਕਿ ਉਹ ਕੀ ਸਾਨੂੰ ਉਹਦੇ ਵਿੱਚ ਆਪਣੇ ਆਪ ਨੂੰ ਜਿਹੜਾ ਕਿ ਸੁਧਾਰ ਕਰਨਾ ਚਾਹੀਦਾ, ਕਿਵੇਂ ਅਸੀਂ ਮੁਕਾਬਲੇ ਦੇ ਵਿੱਚ ਹੋਰ ਜਿਹੜੇ ਆ ਕਿ ਆਪਣੇ ਪਰਫਾਰਮੈਂਸ ਦੇਣੀ ਆ। ਤੀਸਰੇ ਸਥਾਨ ਤੇ ਵਿਦਿਆਰਥੀ ਜਸਕਰਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਰ ਦਾ ਵਿਦਿਆਰਥੀ ਰਟੌਲ ਜਸਕਰਨਦੀਪ ਸਿੰਘ ਤੀਸਰੇ ਸਥਾਨ ਤੇ। ਔਰ ਇਹਨਾਂ ਦੇ ਨਾਲ ਹੀ ਤੀਸਰੇ ਸਥਾਨ ਤੇ ਗੁਰਸਾਖੀ ਕੌਰ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਦੀ ਵਿਦਿਆਰਥਣ। ਇਹ ਦੋਵੇਂ ਵਿਦਿਆਰਥੀ ਤੀਸਰੇ ਸਥਾਨ ਤੇ ਸੀਨੀਅਰ ਮੁਕਾਬਲੇ ਦੇ ਵਿੱਚ ਕਵਿਤਾ ਮੁਕਾਬਲੇ ਦੇ ਵਿੱਚ ਰਹੇ ਨੇ। ਜਸਕਰਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੌਲ ਅਤੇ ਗੁਰਸਾਖੀ ਕੌਰ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਦੀ ਵਿਦਿਆਰਥਣ, ਦੋਵੇਂ ਵਿਦਿਆਰਥੀ ਤੀਸਰੇ ਸਥਾਨ ਤੇ। ਦੂਜੇ ਨੰਬਰ ਤੇ ਵਾਰੀ ਆਉਂਦੀ ਹੈ ਜੀ ਨਵਰੋਜਦੀਪ ਕੌਰ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਦੀ ਵਿਦਿਆਰਥਣ। ਨਵਰੋਜਦੀਪ ਕੌਰ ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਦੂਸਰੇ ਸਥਾਨ ਤੇ। ਔਰ ਇਸ ਦੇ ਨਾਲ ਹੀ ਇੱਕ ਵਾਰੀ ਫਿਰ ਬੇਨਤੀ ਹੈ ਕਿ ਤੁਸੀਂ ਜਿਹੜਾ ਕਿ YouTube ਚੈਨਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ GGSSE ਅੰਮ੍ਰਿਤਸਰ ਤਰਨਤਾਰਨ ਜ਼ੋਨ ਉਹ ਵਾਰ-ਵਾਰ ਦੇਖਦੇ ਰਹੋ। ਅੱਜ ਸ਼ਾਮ ਤੋਂ ਵੀਡੀਓਜ਼ ਪੈਣੀਆਂ ਜਿਹੜੀਆਂ ਉਸ ਚੈਨਲ ਦੇ ਉੱਪਰ ਸ਼ੁਰੂ ਹੋ ਜਾਣੀਆਂ ਨੇ। ਬੇਸ਼ੱਕ ਅਸੀਂ ਲਾਈਵ ਜਿਹੜਾ ਹੈ ਉਹ ਉਸ ਚੈਨਲ ਤੇ ਕਰਨਾ ਸੀ, ਪਰ ਕੁਝ ਟੈਕਨੀਕਲ ਮੁਸ਼ਕਲ ਹੋਣ ਕਰਕੇ ਅਸੀਂ ਦੂਜੇ ਚੈਨਲ ਦੇ ਉੱਤੇ ਲਈ ਲਾਈਵ ਕਰ ਰਹੇ ਹਾਂ। ਤੋ ਬੇਨਤੀ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮ੍ਰਿਤਸਰ ਤਰਨਤਾਰਨ ਜ਼ੋਨ ਉਹਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਤੇ ਨੋਟੀਫਿਕੇਸ਼ਨ ਵਾਲਾ ਜਿਹੜਾ ਬੈਲ ਉਹਨੂੰ ਕਰ ਲੈਣਾ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜੇ। ਹੁਣ ਅਸੀਂ ਪਹੁੰਚਦੇ ਹਾਂ ਜੀ ਪਹਿਲੇ ਸਥਾਨ ਤੇ। ਜਿਹੜਾ ਵਿਦਿਆਰਥੀ ਆ ਰਿਹਾ ਹੈ ਉਹ ਹੈ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦੀ ਵਿਦਿਆਰਥਣ ਗੋਬਿੰਦ ਨੂਰ ਕੌਰ। ਪਹਿਲੇ ਸਥਾਨ ਤੇ ਸੀਨੀਅਰ ਮੁਕਾਬਲੇ ਦੇ ਵਿੱਚ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਤੋਂ ਗੋਬਿੰਦ ਨੂਰ ਕੌਰ। ਸੋ ਜਿੰਨੇ ਵੀ ਬੱਚੇ ਨੇ ਇਹਨਾਂ ਸਭ ਨੂੰ ਖਾਸ ਤੌਰ ਤੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਜੀ। ਆਪ ਜੀ ਨੇ ਇਸ ਮੁਕਾਬਲੇ ਦੇ ਵਿੱਚ ਮੱਲਾਂ ਮਾਰੀਆਂ ਨੇ ਔਰ ਜਿਹੜੀਆਂ ਵੀਡੀਓਜ਼ ਨੇ ਅੱਜ ਸ਼ਾਮ ਤੋਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਰਿਜ਼ਲਟ ਜਿਹੜਾ ਹੈ ਉਹ ਆਪ ਜੀ ਦੇ ਸਾਹਮਣੇ ਸਕਰੀਨ ਦੇ ਉੱਪਰ ਪਹੁੰਚ ਗਿਆ ਹੈ। ਆਪ ਜੀ ਇਸ ਨੂੰ ਸਕਰੀਨਸ਼ਾਟ ਲੈ ਕੇ ਵੀ ਦੇਖ ਸਕਦੇ ਹੋ। ਔਰ ਜੇਕਰ ਆਪ ਜੀ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵਿਸ਼ੇਸ਼ ਹਦਾਇਤ, ਕੋਈ ਆਈਡੀਆ, ਕੋਈ ਵੀ ਤੁਸੀਂ ਆਪ ਜੀ ਨੇ ਕਰਨਾ ਹੈ, ਉਹ ਤੁਸੀਂ ਜਿਹੜਾ ਕਿ ਆਪ ਜੀ ਦੇ ਕੋਲ ਨੰਬਰ ਪਹੁੰਚੇ ਜਿਨ੍ਹਾਂ ਦੇ ਉੱਪਰ ਆਪਣੀ ਆਪਣੀ ਕਵਿਤਾਵਾਂ ਭੇਜੀਆਂ ਨੇ। 2 ਨੰਬਰ ਸੀ ਸੀਨੀਅਰ ਵਰਗ ਵਾਸਤੇ ਅਲੱਗ ਨੰਬਰ ਸੀ, ਜੂਨੀਅਰ ਵਰਗ ਵਾਸਤੇ ਅਲੱਗ ਨੰਬਰ ਸੀ। ਉਸ ਦੇ ਉੱਪਰ ਜਿਹੜੀ ਤੁਸੀਂ ਆਪਣੀ ਫੀਡਬੈਕ ਦੇ ਸਕਦੇ ਹੋ। ਅੰਤ ਵਿੱਚ ਬਹੁਤ ਬਹੁਤ ਧੰਨਵਾਦ ਆਪ ਸਭ ਵਿਦਿਆਰਥੀਆਂ ਦਾ, ਸਭ ਅਧਿਆਪਕ ਸਾਹਿਬਾਨਾਂ ਦਾ ਔਰ ਜਿੰਨੇ ਵੀ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਨੇ ਜਿਨ੍ਹਾਂ ਨੇ ਇਹਨਾਂ ਉਤਸ਼ਾਹ ਦੇ ਨਾਲ ਬੱਚਿਆਂ ਲੋਕਡਾਊਨ ਦੇ ਵਿੱਚ ਰਹਿੰਦੇ ਆ ਪ੍ਰੇਰਨਾਵਾਂ ਦੇ ਕੇ ਇਸ ਮੁਕਾਬਲੇ ਦੇ ਵਿੱਚ ਸ਼ਾਮਲ ਹੋਣ ਲਈ ਜੋ ਵਿਦਿਆਰਥੀਆਂ ਨੂੰ ਹੌਸਲਾ ਅਫਜ਼ਾਈ ਕੀਤੀ ਹੈ। ਆਪ ਸਭ ਦਾ ਜਿਹੜਾ ਹੈ ਉਹ ਧੰਨਵਾਦ। ਵੱਡੇ ਵੀਰਾਂ ਦਾ ਭਾਈ ਬਲਜੀਤ ਸਿੰਘ ਜੀ, ਭਾਈ ਗੁਰਚਰਨ ਸਿੰਘ ਜੀ ਦਾ ਧੰਨਵਾਦ। ਇਸੇ ਤਰ੍ਹਾਂ ਹੀ ਆਉਣ ਵਾਲੇ 1-2 ਦਿਨਾਂ ਦੇ ਵਿੱਚ ਹੀ ਅਸੀਂ ਜੋ ਭਾਸ਼ਣ ਮੁਕਾਬਲਾ ਹੈ ਉਹਦਾ ਪੋਸਟਰ ਰਿਲੀਜ਼ ਕਰਕੇ
ਆਪ ਸਭ ਵਿਦਿਆਰਥੀਆਂ ਤੱਕ ਪਹੁੰਚਾ ਦਿਆਂਗੇ। ਜਿਨ੍ਹਾਂ ਵਿਦਿਆਰਥੀਆਂ ਨੇ ਕਵਿਤਾ ਬੋਲੀ ਹੈ ਉਹ ਵੀ ਪਾਰਟਿਸਿਪੇਟ ਕਰ ਸਕਦੇ ਨੇ ਭਾਸ਼ਣ ਵਾਸਤੇ। ਆਪ ਜੀ ਦੇ ਜਿਹੜੇ ਕੋਈ ਨਵੇਂ ਵਿਦਿਆਰਥੀ ਆਪਣੇ ਤੁਹਾਡੇ ਜਿਹੜੇ ਕਲਾਸਮੇਟਸ ਨੇ ਤੁਸੀਂ ਉਹਨਾਂ ਨੂੰ ਵੀ ਕਹਿ ਸਕਦੇ ਹੋ ਭਾਸ਼ਣ ਮੁਕਾਬਲੇ ਦੇ ਵਿੱਚ। ਔਰ ਵੀਰ ਜੀ ਨੇ ਜਿਹੜਾ ਖਾਸ ਤੌਰ ਤੇ ਹੋਮਵਰਕ ਦਿੱਤਾ ਹੈ 1 ਤੋਂ 3 ਜੂਨ ਤੱਕ ਜਿਹੜੀ ਤੁਸੀਂ ਆਪਣੀ ਵੀਡੀਓਜ਼ ਭੇਜਣੀਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਲੋਕ ਨੇ ਉਹਨਾਂ ਨੂੰ ਕੰਠ ਕਰਕੇ। ਜੂਨੀਅਰ ਦੇ ਵਿੱਚ 5 ਵਿਦਿਆਰਥੀ ਜਿਹੜੇ ਬੱਚੇ ਨੇ 5 ਸ਼ਲੋਕ ਜਿਹੜੇ ਕੰਠ ਕਰਕੇ ਭੇਜਣਗੇ ਔਰ ਸੀਨੀਅਰ ਦੇ ਵਿੱਚ ਜਿਹੜੇ ਨੇ ਉਹ 10 ਸ਼ਲੋਕ ਜਿਹੜੇ ਵਿਦਿਆਰਥੀ ਕੰਠ ਕਰਕੇ 1 ਤੋਂ 3 ਜੂਨ ਤੱਕ ਭੇਜਾਂਗੇ। ਉਸ ਤੋਂ ਪਹਿਲਾਂ ਸਾਡਾ ਜਿਹੜਾ ਭਾਸ਼ਣ ਮੁਕਾਬਲਾ ਉਹ ਹੋ ਜਾਵੇਗਾ। ਆਪ ਜੀ ਉਹਦੇ ਵਾਸਤੇ ਵੀ ਜਿਹੜਾ ਹੈ ਉਹ ਵਿਸ਼ਾਲ ਜੀ ਤੁਹਾਡੀ ਆਵਾਜ਼ ਉਹਨੂੰ ਹਟ ਗਈ ਸ਼ਾਇਦ ਜੀ। ਵੀਰ ਜੀ ਤੁਸੀਂ ਕਰ ਦਿਓ ਜੀ ਸਮਾਪਤੀ। ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਬੱਚਿਆਂ ਦਾ। ਔਰ ਕਿਸੇ ਬੱਚੇ ਨੇ ਮਤਲਬ ਡਿਸਕਰਜ ਨਹੀਂ ਹੋਣਾ। ਆਪਾਂ ਉਸ ਵਿਸ਼ੇ ਵਿੱਚ ਵੀ ਸਾਂਝ ਪਾਈ ਹੈ। ਸਭਨਾਂ ਦਾ ਬਹੁਤ ਬਹੁਤ ਧੰਨਵਾਦ ਫਿਰ ਤੋਂ ਦੁਬਾਰਾ ਤੋਂ। ਅਗਲੇ ਮੁਕਾਬਲੇ ਵਾਸਤੇ ਅਸੀਂ ਉਸ ਇੰਤਜ਼ਾਰ ਦੇ ਵਿੱਚ ਹੋਰ ਤਿਆਰੀ ਨਾਲ ਖੂਬ ਮਿਹਨਤ ਦੇ ਨਾਲ ਗੁਰਬਾਣੀ ਨੂੰ ਕੰਠ ਕਰਕੇ ਭਾਸ਼ਣ ਨੂੰ ਤਿਆਰ ਕਰਕੇ ਗੁਰੂ ਸਾਹਿਬ ਦੇ ਜੀਵਨ ਵਿੱਚ ਅਸੀਂ ਫਿਰ ਤੋਂ ਦੁਬਾਰਾ ਮਿਲਾਂਗੇ। ਔਰ ਜੇ ਕਿਸੇ ਬੱਚੇ ਦੀ ਕੋਈ ਕੁਐਰੀ ਹੋਵੇ ਜਿਹੜੇ ਨੰਬਰ ਤੁਹਾਨੂੰ ਪੋਸਟਰਾਂ ਦੇ ਉੱਪਰ ਦਿੱਤੇ ਗਏ ਸੀ ਉਹਨਾਂ ਨੰਬਰਾਂ ਦੇ ਉੱਪਰ ਤੁਸੀਂ WhatsApp ਰਾਹੀਂ ਜਾਂ ਵੈਸੇ ਮੈਸੇਜ ਕਰਕੇ ਜਾਂ ਕਾਲ ਕਰਕੇ ਕੋਈ ਵੀ ਬੱਚੇ ਕਿਸੇ ਦੀ ਕੁਐਰੀ ਹੋਵੇ ਉਹ ਤੁਸੀਂ ਜ਼ਰੂਰ ਸਾਂਝ ਪਾ ਸਕਦੇ ਜੇ। ਅਗਲੇ ਮੁਕਾਬਲਿਆਂ ਵਾਸਤੇ ਇਸੇ ਹੀ ਤਿਆਰੀ ਨਾਲ ਇਸੇ ਹੀ ਜੋਸ਼ ਦੇ ਨਾਲ ਅਸੀਂ ਦੁਬਾਰਾ ਮਿਲਣ ਦੀ ਆਸ ਨਾਲ ਸਤਿਗੁਰੂ ਪਾਤਸ਼ਾਹ ਦਾ ਸਾਰੇ ਜਣੇ ਸ਼ੁਕਰਾਨਾ ਕਰਦੇ ਹੋਏ ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।